ਹਾਜ਼ਰੀ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਨਾਲ ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਪ੍ਰੋਗਰਾਮ ਉਹੀ ਹੈ ਪ੍ਰਾਈਮ ਫੋਕਸ। ਮੇਰਾ ਹੁਲੀਆ ਬਦਲਿਆ ਹੋ ਸਕਦਾ, ਨਾਲ ਜਗ੍ਹਾ ਬਦਲੀ ਹੋ ਸਕਦੀ ਹੈ ਤੇ ਬੰਦਾ ਨਾਲ ਜ਼ਰੂਰ ਉਹੀ ਹੈ, ਭਰਾ ਮੇਰਾ ਪਰਮਵੀਰ ਬਾਠ। ਕੀ ਹਾਲ ਬਾਠ ਸਾਹਿਬ? ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ, ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ ਬਾਠ ਸਾਹਿਬ। ਜਗ੍ਹਾ ਕਿਹੜੀ ਆ, ਥਾਂ ਕਿਹੜਾ, ਟਾਈਮ ਕਿਹੜਾ, ਇਹ ਸਾਰਾ ਕੁਝ ਤੁਸੀਂ ਦੱਸਣਾ। ਦੇਖੋ ਟਾਈਮ ਤਾਂ ਜਿਹੜਾ ਹੈਗਾ ਬੜੀ ਸੋਚ ਵਿਚਾਰ ਵਾਲਾ ਆ, ਪਰ ਜਗ੍ਹਾ ਹੈਗੀ ਆ ਕੈਨੇਡਾ ਦਾ ਸੂਬਾ ਬ੍ਰਿਟਿਸ਼ ਕੋਲੰਬੀਆ ਤੇ ਉਹਦਾ ਬਹੁਤ ਸੈਲਾਨੀਆਂ ਨਾਲ ਭਰਪੂਰ ਥਾਂ ਆ। ਇਹਨੂੰ ਵਿਸਲਰ ਪਿੰਡ ਕਹਿੰਦੇ ਆ, ਵੈਸੇ ਓਕੇ ਹੈਗਾ ਤਾਂ ਸ਼ਹਿਰ ਵਰਗਾ ਪਰ ਪਿੰਡ ਕਹਿੰਦੇ ਆ, ਕਿਉਂਕਿ ਇੱਥੇ ਬਹੁਤ ਸਾਰੇ ਲੋਕ ਆਉਂਦੇ ਆ ਕਿ ਜਦੋਂ 2-4 ਛੁੱਟੀਆਂ ਹੋਣ ਤਾਂ ਅਸੀਂ ਘੁੰਮ ਜਾਈਏ। ਤੇ ਅੱਜ ਅਸੀਂ ਪਿੰਡ ਦੀ ਸੈਰ ਕਰਾਵਾਂਗੇ, ਕੈਨੇਡਾ ਦੇ ਇਸ ਪਿੰਡ ਦੀ ਸੈਰ। ਇਹਦੇ ਵਿੱਚ ਉਦਾਂ ਦਾ ਕੁਛ ਨਹੀਂਗਾ ਜਿੱਦਾਂ ਦਾ ਸਰੀ 'ਚ ਆ, ਵੈਨਕੂਵਰ 'ਚ ਆ, ਟੋਰਾਂਟੋ 'ਚ ਆ, ਕੈਲਗਰੀ 'ਚ ਆ, ਐਡਮਿੰਟਨ 'ਚ ਆ, ਵਿਨੀਪੈਗ 'ਚ ਆ, ਉਦਾਂ ਦਾ ਕੁਛ ਨਹੀਂ ਹੈ, ਵੱਖਰਾ ਕੈਨੇਡਾ। ਓਕੇ, ਸੋ ਲਓ ਜੀ, ਆਪਾਂ ਨੂੰ ਬਾਠ ਸਾਹਿਬ ਕੋਲੋਂ ਜਾਣਕਾਰੀ ਵੀ ਹਾਸਲ ਹੋਈ ਜਾਣੀ ਆ ਤੇ ਨਾਲ ਦੇ ਨਾਲ ਆਪਾਂ ਘੁੰਮ ਫਿਰ ਵੀ ਲੈਣਾ ਜੀ। ਬਾਠ ਸਾਹਿਬ ਕੀ ਹੈ ਜੀ? ਸੰਧਾਲੀਆ ਸਾਹਿਬ, ਇਹ ਨਿਸ਼ਾਨ ਤੋਂ ਪਤਾ ਲੱਗ ਜੂਗਾ ਜਦੋਂ ਆਪਾਂ ਅੱਜ ਪ੍ਰਾਈਮ ਫੋਕਸ ਕਰਦੇ ਕਰਦੇ ਦੱਸਾਂਗੇ ਕਿ ਇਹ 5 ਗੋਲੇ ਜਿਹੜੇ ਆ ਜੀ ਓਲੰਪਿਕ ਦੇ ਹੁੰਦੇ ਆ। ਤਾਂ ਇਹ ਵਿੰਟਰ ਓਲੰਪਿਕ, ਇੱਥੇ ਸਰਦ ਰੁੱਤ ਦੀਆਂ ਓਲੰਪਿਕ ਖੇਡਾਂ ਜਿਹੜੀਆਂ ਕਦੇ ਹੋਈਆਂ ਸੀ। ਨਾਲ ਆ ਜਾਓ ਭਾਜੀ। ਹਾਂਜੀ ਹਾਂਜੀ, ਮੈਂ ਤਾਂ ਦੂਰੋਂ ਥੋੜਾ ਹਟ ਕੇ ਦੇਖ ਰਿਹਾ ਸੀ, ਮੈਂ ਕਿਹਾ ਪਤਾ ਲੱਗੇ। ਤੇ ਸਰਦ ਰੁੱਤ ਦੀਆਂ ਓਲੰਪਿਕ ਖੇਡਾਂ ਹੋਈਆਂ। ਸਰਦ ਰੁੱਤ ਦੀਆਂ ਭਾਵ ਕਿ ਬਰਫ਼ ਦੇ ਉੱਤੇ ਜਿਹੜੇ ਉਹ ਥੱਲੇ ਕਿਤੋਂ ਡੰਡੇ ਜਿਹਾ ਰੱਖ ਕੇ ਕਦੀ ਐ ਜਾਂਦੇ ਹੁੰਦੇ, ਹੋਰ ਬਹੁਤ ਸਾਰੀਆਂ ਚੀਜ਼ਾਂ। ਬਿਲਕੁਲ ਠੀਕ ਹੈ ਜੀ। ਤੇ ਪਰ ਆਪਾਂ ਤਾਂ ਕਿਉਂਕਿ ਜਦੋਂ ਇੱਥੇ ਬਰਫ਼ ਮਾੜੀ ਮੋਟੀ ਪੈਂਦੀ ਵੀ ਆ ਤਾਂ ਪੈਰ ਐਂ ਕਰਕੇ ਰੱਖੀਦਾ ਕਿ ਭਾਈ ਤਿਲਕ ਨਾ ਜਾਵੇ। ਸੋ ਇਹ ਉਹ ਥਾਂ ਆ ਜੀ ਜਿੱਥੇ ਅਸੀਂ ਆਪ ਜੀ ਨੂੰ ਨਾਲ ਥੋੜ੍ਹਾ ਥੋੜ੍ਹਾ ਵਿਖਾਵਾਂਗੇ ਵੀ ਇਹ ਖਬਰਾਂ ਤਾਂ ਚੱਲਣੀਆਂ ਬਿਨਾਂ ਖਬਰਾਂ ਤੋਂ ਤਾਂ ਕੋਈ ਹੱਲ ਹੈਗਾ ਹੀ ਨਹੀਂਗਾ ਹੋਰ। ਸੋ ਬਾਠ ਸਾਹਿਬ, ਹੁਣ ਆਪਾਂ ਹੌਲੀ ਹੌਲੀ ਨਾਲੇ ਤੁਰੇ ਜਾਈਏ ਤੇ ਨਾਲੇ ਥੋੜ੍ਹਾ ਖਬਰਾਂ ਵਾਲੇ ਪਾਸੇ ਵੀ ਜੀ ਤੁਸੀਂ ਬੇਨਤੀ ਸਵੀਕਾਰ ਕਰੋ। ਤੇ ਨਹੀਂ, ਸਵੀਕਾਰ ਆ ਸੰਧਾਲੀਆ ਸਾਹਿਬ। ਬਸ ਅੱਜ ਦੇ ਫੋਕਸ ਦੇ ਵਿੱਚ ਨਾ ਤੁਸੀਂ ਸਾਰੇ ਜਿਹੜੇ ਆਪਣੇ ਪ੍ਰਾਈਮ ਏਸ਼ੀਆ ਟੀਵੀ ਪਰਿਵਾਰ ਦੇ ਮੈਂਬਰ ਨੇ, ਤੁਸੀਂ ਆਲੇ ਦੁਆਲੇ ਦੇਖੀ ਜਾਣਾ ਕਿ ਕੈਨੇਡਾ ਦਾ ਪਿੰਡ ਕਿੱਦਾਂ ਦਾ। ਗੱਲਾਂ ਅਸੀਂ ਤੁੜਕਾ ਉਹੀ ਰੱਖਣਾ, ਹੋ ਸਕਦਾ ਬਤਾਊਂ ਕੱਚਾ ਹੋ ਜਾਵੇ, ਪੱਕਾ ਹੋ ਜਾਵੇ, ਥੋੜਾ ਜਿਹਾ ਵੱਡਾ ਹੋ ਜਾਵੇ, ਛੋਟਾ ਹੋਵੇ, ਭਰ ਕੇ ਬਣਾਉਣਾ, ਭਰਥਾ ਬਣਾਉਣਾ ਜਾਂ ਕਿੱਦਾਂ ਬਣਾਉਣਾ ਜਾਂ ਧਾਗਾ ਉੱਪਰ ਬੰਨ੍ਹ ਕੇ ਬਣਾਉਣਾ, ਪਰ ਬਣਾਵਾਂਗੇ ਭਾਰਤ ਦੀਆਂ ਖਬਰਾਂ ਦਾ ਭਰਥਾ ਹੀ। ਇਹ ਤਾਂ ਗੱਲ ਹੈਗੀ ਜੀ। ਵੇਖੋ ਖਬਰਾਂ ਹੀ ਉੱਥੇ ਨੇ, ਇੱਧਰਲੀਆਂ ਖਬਰਾਂ ਦੇ ਤੁਸੀਂ ਮੈਨੂੰ ਜਨੀਅਰ ਮੈਂ ਪੁੱਛਾਂ, ਉਹ ਯਾਰ ਉਹ ਨਾ ਫਲਾਣੇ ਥਾਂ ਦੇ ਉੱਪਰ ਉਹਨੂੰ ਜ਼ਿਆਦਾ ਜਾਮ ਲੱਗ ਗਿਆ ਜੀ, ਉੱਥੇ 10 ਮਿੰਟ ਲੱਗ ਜਾਣੇ ਵੱਧ। ਮੈਂ ਕਈ ਵਾਰ ਸੋਚਦਾ ਨਾ ਵੀ ਯਾਰ ਜੇ ਜਾਮ ਲੱਗਾ ਵੀ ਖਬਰ ਬਣਨ ਲੱਗ ਪੈਂਦਾ ਇੱਥੇ, ਦੱਸੋ ਕਮਾਲ ਹੋ ਗਈ। ਆਪਾਂ ਜਦੋਂ ਕੱਲ ਆਏ ਸੀ ਉਹ ਕਿੱਡਾ ਲੰਮਾ ਸੀਗਾ ਜਾਮ ਜਿਹਾ, ਬਹੁਤ ਜ਼ਿਆਦਾ। ਅੱਛਾ, ਉਹਦੇ 'ਚ ਇੱਕ ਚੀਜ਼ ਨੋਟ ਕੀਤੀ ਕੱਲ, ਮੈਂ ਜ਼ਰੂਰ ਆਪ ਜੀ ਨਾਲ ਸਾਂਝੀ ਕਰਨੀ ਚਾਹੁੰਦਾ। ਬਾਠ ਸਾਹਿਬ ਤੇ ਹੁਣ ਪੁਰਾਣੇ ਕੈਨੇਡਾ ਆਏ ਆ ਨਾ, ਇਹ ਤੇ ਉਦੋਂ ਦੇ ਆਏ ਜਦੋਂ ਗੋਰੇ ਵੀ ਨਹੀਂ ਹੁੰਦੇ ਇੱਥੇ। ਤੇ ਮੈਂ ਕੱਲ ਜਿਹੜੀ ਚੀਜ਼ ਨੋਟ ਕੀਤੀ ਬਾਠ ਸਾਹਿਬ, ਕਿ ਦੇਖੋ ਕਾਫੀ ਕਿਲੋਮੀਟਰ ਲੰਮਾ ਜਾਮ ਸੀ, ਕਿਉਂਕਿ ਪੁਲ ਦੇ ਉੱਪਰ ਐਕਸੀਡੈਂਟ ਹੁੰਦਾ। ਉਹਦੇ ਤੋਂ ਬਾਅਦ ਲੋਕ ਆਪਣੀ ਨਾ ਤਾਂ ਲੇਨ 'ਚੋਂ ਨਿਕਲਦੇ ਆ, ਨਾ ਜਮਾ ਅਗਲੀ ਗੱਡੀ ਦੇ ਉੱਤੇ ਚੜ੍ਹਦੇ ਆ ਜੀ, ਤੇ ਨਾ ਜਿਹੜਾ ਬੰਦਾ ਇੱਧਰ ਦੀ ਉਹ ਘੁਮਾ ਕੇ ਜਿੱਦਾਂ ਦੀ ਡਰਾਈਵਰੀ ਆਪਣੇ ਭਾਰਤ ਦੇ ਸ਼ਮਾਨ 'ਚ ਹੁੰਦੀ ਹੈ ਖੱਬੇ ਸੱਜੇ ਵਾਲੀ, ਨਾ ਕੋਈ ਉੱਦਾਂ ਦੀ ਕਰਦਾ। ਈਵਨ ਮੋਟਰਸਾਈਕਲ ਵਾਲਾ ਵੀ, ਮਤਲਬ ਕਾਰ ਵਾਲੇ ਦਾ ਤਾਂ ਚਲੋ ਆਪਾਂ ਮੰਨਿਆ ਜੀ, ਮੋਟਰਸਾਈਕਲ ਵਾਲਾ ਜਿਹਦੇ ਕੋਲ ਰਾਹ ਵੀ ਹੈਗਾ ਉਹ ਵੀ ਨਹੀਂ ਪੁੱਠਾ ਸਿੱਧਾ ਪੰਗਾ ਲੈਂਦਾ। ਉਹਦੇ 3-4 ਕਾਰਨ ਆ ਸੰਧਾਲੀਆ ਸਾਹਿਬ। ਦੇਖੋ, ਲੋਕ ਤਾਂ ਸਾਰੇ ਦੇਸ਼ਾਂ ਦੇ ਚੰਗੇ ਹੁੰਦੇ ਆ, ਸਿਸਟਮ ਦੇ ਵਿੱਚ ਘਾਟ ਵਾਧ ਹੁੰਦੀ ਆ। ਹੁਣ ਪਹਿਲੀ ਗੱਲ ਤਾਂ ਜਿਹੜੀ ਇਹ ਦੇਖਣ ਵਾਲੀ ਆ ਕਿ ਜੇ ਕੋਈ ਬੰਦਾ ਲੇਨ ਤੋਂ ਬਾਹਰ ਹੋਇਆ, ਅਗਲਿਆਂ ਨੇ ਕੁਛ ਨਹੀਂ ਕਰਨਾ, ਇੱਕ ਟਿਕਟ ਕਹਿੰਦੇ ਆ ਜੁਰਮਾਨੇ ਵਾਲੀ ਪਰਚੀ, ਉਹ ਕੱਢ ਕੇ ਫੜਾ ਦੇਣੀ ਆ ਕਿ ਭਾਈ $100, $150, $200, ਉਹਨੇ 'ਚ ਹੀ ਬੰਦੇ ਦਾ ਬਜਟ ਹਿੱਲ ਜਾਣਾ। ਨਾ ਬੰਦਾ ਟੈਲੀਫੋਨ ਕੱਢ ਕੇ ਮੰਤਰੀ ਸਾਹਿਬ ਨੂੰ ਲਾ ਸਕਦਾ, ਨਾ MLA ਸਾਹਿਬ ਨੂੰ ਲਾ ਸਕਦਾ ਕਿ ਭਾਈ ਮੇਰਾ ਚਲਾਨ ਕੱਟਦੇ ਫਿਰਦੇ ਆ। ਇਸ ਕਰਕੇ ਕੰਮ ਐਨ ਸਿੱਧਾ ਪੱਧਰਾ ਚੱਲਦਾ, ਸਾਰਿਆਂ ਨੂੰ ਪਤਾ ਕਿ ਮੋਹਰਲਾ ਤੁਰੂਗਾ ਤਾਂ ਤੁਰਨਾ। ਤੇ ਉਹ ਜਿਹੜਾ ਜਾਨੀ ਕਾਨੂੰਨ ਦਾ ਰਾਜ ਜਿਹਨੂੰ ਅਸਲ ਦੇ ਵਿੱਚ ਕਹਿੰਦੇ ਆ, ਆਪਾਂ ਉੱਥੇ ਗੱਲ ਸੁਣਦੇ ਹੁੰਦੇ ਨਾ, ਅਸੀਂ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣਾ ਹੈ, ਉੱਦਾਂ ਦਾ ਰਾਜ ਦਿਆਂਗੇ ਜਿੱਥੇ ਲੋਕਾਂ ਦੀ ਕਦਰ ਹੋਏਗੀ, ਮਨੁੱਖੀ ਹੱਕਾਂ ਦੀ ਕਦਰ ਹੋਏਗੀ। ਪਰ ਇੱਥੇ ਅਸਲ ਦੇ ਵਿੱਚ ਲੱਗਦਾ ਹੁੰਦਾ ਥੋੜ੍ਹੀਆਂ ਬਹੁਤੀਆਂ ਘਾਟਾਂ ਦੇ ਨਾਲ ਕਿ ਭਾਈ ਐਡੀ ਦੂਰ ਜਾਣ ਦੀ ਲੋੜ ਨਹੀਂ, ਪਤਾ ਨਹੀਂ ਉਹ ਤੁਸੀਂ ਦੇ ਸਕੋਗੇ ਕਿ ਨਹੀਂ ਦੇ ਸਕੋਗੇ, ਇੱਥੇ ਤਾਂ ਆਉਂਦੇ ਜਾਂਦੇ ਹੀ ਆ, ਇੱਥੇ ਵਰਗਾ ਹੀ ਦੇ ਦੇਣ। ਆਹੋ, ਇਹ ਚੱਕਰ ਹੈਗਾ ਥੋੜਾ ਜਿਹਾ ਵੀ ਇੱਥੇ ਹੁਣ ਮਹਾਰਾਜਾ ਰਣਜੀਤ ਸਿੰਘ ਹੋਰਿਆਂ ਦਾ ਕਿਹੜਾ ਜਾਂ ਉਹ ਕਿਸ ਹਿਸਾਬ ਨਾਲ ਪ੍ਰੋਗਰਾਮ ਸੈੱਟ ਕਰਦੇ, ਇਹ ਥੋੜਾ ਨੋਟ ਕਰਨ ਵਾਲੀ ਗੱਲ ਆ ਜੀ। ਇੱਧਰ ਕਾਵਾਂ ਬਾਰੇ ਕੋਈ ਜਾਣਕਾਰੀ ਦੇਣੀ ਚਾਹੋ? ਦੇਖੋ, ਕਾਂ ਇੱਥੇ ਵੀ ਕਾਲੇ ਰੰਗ ਦੇ ਹੀ ਆ। ਤੇ ਮੈਂ ਦੇਖਿਆ, ਦੇਖੋ ਨੇ ਚੁੰਝ ਸਾਫ਼ ਕੀਤੀ ਹੈ, ਜਾਨੀ ਕਹਿਣ ਦਾ ਇਹ ਸਫਾਈ ਪਸੰਦ ਕਾਂ ਨੇ ਹੈ ਨਹੀਂ ਹੈ। ਜਾਨੀ ਇੱਕ ਵਾਰੀ ਨਾ ਇੱਥੇ ਡਸਟਬਿਨ ਆਮ ਤੌਰ ਦੇ ਉੱਤੇ ਬਹੁਤ ਬੰਦ ਜਿਹੇ ਹੁੰਦੇ ਆ, ਇੱਕ ਵਾਰੀ ਡਸਟਬਿਨ ਦੇ ਬਾਹਰ ਵੀ 2 ਲਿਫਾਫੇ ਫਿਰਦੇ ਸੀ ਪਏ ਸੀ, ਤੇ ਕਾਂ ਉਹਦੇ ਵਿੱਚੋਂ ਫੁੱਲ ਜਾਵੇ। ਮੈਂ ਕਿਹਾ ਆਦਤ ਨਹੀਂ ਬਦਲਦੀ, ਕਾਂ ਭਾਵੇਂ ਕੈਨੇਡਾ ਦਾ ਹੋਵੇ ਭਾਵੇਂ ਭਾਰਤ ਦਾ ਹੋਵੇ। ਲਓ ਜੀ, ਬਾਠ ਸਾਹਿਬ ਕੋਲੋਂ ਆਪਾਂ ਨਾਲੇ ਤੇ ਜਾਣਕਾਰੀ ਲਈ ਜਾਣੀ ਆ, ਨਾਲੇ ਆਪਾਂ ਘੁੰਮ ਫਿਰ ਲੈਣਾ। ਬਾਠ ਸਾਹਿਬ ਦੱਸਣਗੇ ਹੁਣ ਆ ਜਿਹੜੇ 5 ਗੋਲੇ ਨੇ ਇਹ ਕਦੋਂ ਬਣਾਏ ਗਏ ਤੇ ਇਹਨਾਂ ਦੇ ਪਿੱਛੇ ਕੀ ਕਾਰਨ ਸੀਗਾ। ਇਹ ਸੰਧਾਲੀਆ ਸਾਹਿਬ, ਜਦੋਂ ਓਲੰਪਿਕ ਖੇਡਾਂ ਹੁੰਦੀਆਂ ਤਾਂ ਫਿਰ ਇਹ ਤਾਂ ਉਹਨਾਂ ਦਾ ਸਾਈਨ ਹੈ ਨਾ, ਲੋਗੋ ਆ
ਅੱਛਾ ਤੇ ਜੀ। ਵੈਸੇ ਮੈਂ ਸੋਚਦਾ ਸੀਗਾ ਕਿ ਟੋਕੀਓ 올림픽 ਹੋਣੀਆਂ, ਹਾਂ ਹੋ ਸਕਦਾ ਕਿ ਐਤਕੀ ਦੋਨੇ ਹੀ ਭਰਾ ਜਾਵਾਂਗੇ, ਕਵਰ ਕਰਕੇ ਆਵਾਂਗੇ, ਖੜਕੜ ਸਾਹਿਬ ਨਾਲ ਹੋਣਗੇ, ਕੈਮਰਾ ਉਹੀ ਫੜ ਲੈਂਦੇ ਹੁੰਦੇ ਆ, ਹਾਂ ਹਾਂ ਕਿਉਂਕਿ ਉਹ ਹੁੰਦਾ ਨਾ ਕਿ ਭਾਈ ਤੀਜੇ ਬੰਦੇ ਦੇ ਨਾਲ ਮੈਂ ਹੀ ਹੈਗਾ, ਮੈਨੂੰ ਲੈ ਜਾਓ, ਨਾਲੇ ਆਪਾਂ ਉਹਨਾਂ ਨੂੰ ਨਾਲ ਲੈ ਜੀਦਾ। ਇਹ ਥੋੜਾ ਜਿਹਾ ਸਾਡੇ ਮਾਲਕਾਂ ਦੀ ਗੱਲ ਹੈਗੀ ਹੈ ਵੀ ਉਹ ਨਾ ਨਾਲ ਬਹਾਨਾ ਬਣਾ ਲੈਂਦੇ ਵੀ ਯਾਰ ਚਲੋ ਮੈਨੂੰ ਵੀ ਘੁਮਾ ਫਰਾ ਲਿਆਓ, ਫਿਰ ਅਸੀਂ ਵੀ ਆਖੀਦਾ ਵੀ ਚਲੋ ਯਾਰ ਵਧੀਆ, ਹੁਣ ਇੱਥੇ ਵੀ ਨਾਲ ਲਿਆਂਦਾ ਉਹਨਾਂ ਨੂੰ, ਜੇ ਅੱਧਾ ਕੁ ਮਿੰਟ ਆਪਣੇ ਨਾਲ ਉਹ ਆ ਜਾਣ ਤੇ ਮੈਂ ਨਾ ਵਧੀਆ ਨਹੀਂ ਲੱਗੂਗਾ। ਇਹ ਬਿਲਕੁਲ ਨਹੀਂ, ਇਹ ਗੱਲ ਬਿਲਕੁਲ ਗਲਤ ਆ ਯਾਰ ਇਦਾਂ ਨਾ ਕਰੋ, ਮਾੜਾ ਜਿਹਾ ਤੇ ਮਤਲਬ ਭਾਵੇਂ ਹੈਲੋ ਹਾਈ ਕਰ ਜਾਣਾ, ਆ ਪੁੱਛ ਲੈਨੇ ਆ ਵੀ ਕਿੱਦਾਂ ਹੋਈਆਂ ਸੀ ਤਾਂ ਭਾਈ ਕਿੱਦਾਂ, ਥੋੜੀ ਜਿਹੀ ਜਾਣਕਾਰੀ, ਕਿਉਂਕਿ ਮੈਨੂੰ ਪਤਾ ਵੀ ਜਿੰਨੇ ਪੁਰਾਣੇ ਤੁਸੀਂ ਆਏ ਕੈਨੇਡਾ ਉਹਨੇ ਬਾੜ ਸਾਹਿਬ ਨਹੀਂ ਆਏ, ਥੋੜਾ ਜਿਹਾ ਤੇ ਦੱਸ ਦਿਓ ਵੀ ਇਹ ਜਿਹੜਾ ਪਿੰਡ ਆ ਇਹਦੇ 'ਚ ਮੈਨੂੰ ਇੱਕ ਗੱਲ ਕੱਲ ਦੀ ਖੁੜਕੀ ਜਾਂਦੀ, ਅੱਜ ਸਵੇਰੇ ਇੱਕ ਸਰਦਾਰ ਜੀ ਵੀ ਸੀਗੇ ਆਏ, ਹਾਂਜੀ, ਤੇ ਉਹ ਸਰਦਾਰ ਜੀ ਜਿਹੜੇ ਸੀਗੇ ਉਹਨਾਂ ਨੇ ਵੀ ਮੈਨੂੰ ਕਿਹਾ ਕਿ ਇੱਥੇ ਬੰਦੇ ਰਹਿੰਦੇ ਨਹੀਂ, ਉਹ ਵੀ ਉਸ ਕੌਮਿਸ਼ ਸ਼ਹਿਰ ਤੋਂ ਆਏ ਸੀ, ਕੌਮਿਸ਼ ਤੋਂ, ਹਾਂਜੀ। ਇਹ ਕੀ ਘੁੰਡੀ ਆ ਵੀ ਇਹਦਾ ਕਾਰਨ ਕੀ, ਵੀ ਇਹਨੂੰ ਸੰਭਾਲ ਕੇ ਰੱਖਣ ਦਾ ਕਰਕੇ ਜਾਂ ਹੋਰ ਕਾਰਨ? ਇੱਕ ਤਾਂ ਮੇਰੇ ਕੋਲ ਮਾਈਕ ਹੈ ਨਹੀਂ, ਮੈਂ ਤੁਹਾਡੇ ਵਾਲਾ ਯੂਜ਼ ਕਰਾਂਗਾ, ਹਾਂਜੀ ਕੋਈ ਨਹੀਂ ਲੱਗਾ ਰਿਹਾ ਆ ਲਓ। ਸੋ ਬਿਸਲਰ ਜਿੱਦਾਂ ਬਹੁਤਿਆਂ ਨੂੰ ਪਤਾ ਹੈਗਾ, ਬਿਸਲਰ ਇੱਥੋਂ 2 ਘੰਟੇ ਦੀ ਡਰਾਈਵ ਆ ਸਰੀ ਤੋਂ ਜੀ, ਐਂਡ ਬਿਸਲਰ ਬਹੁਤ ਮਹਿੰਗਾ ਆ, ਆਪਾਂ ਦੇਖਿਆ ਜਾਵੇ ਕਿੰਨਾ ਮਹਿੰਗਾ ਹੈ ਜੀ ਇਹ। ਇੱਥੇ ਜਿੰਨੇ ਵੀ ਤੁਹਾਨੂੰ ਆਸੇ-ਪਾਸੇ ਆ ਦਿਸ ਰਹੇ ਨੇ ਇਹ ਮੋਸਟਲੀ ਰੈਂਟਲ ਯੂਨਿਟ ਨੇ, ਜਿਹੜੇ ਬੰਦੇ ਲੈਂਦੇ ਵੀ ਆ ਨਾ ਤਾਂ ਉਹ ਇਹਨੂੰ ਇੱਕ ਦਿਨ ਲਈ, ਇੱਕ ਹਫ਼ਤੇ ਲਈ, 2 ਦਿਨਾਂ ਲਈ ਇਹ ਰੈਂਟ ਤੇ ਦਿੰਦੇ ਨੇ, ਠੀਕ ਹੈ ਨਾ ਜੀ। ਇੱਕ ਜਿਹੜੀਆਂ ਕੰਪਨੀਆਂ ਹੈਗੀਆਂ ਉਹ ਉਹਨਾਂ ਨੂੰ ਮੈਨੇਜ ਕਰਦੀਆਂ, ਤਾਂ ਉਹ ਮੈਨੇਜ ਕਰਕੇ ਉਹ ਫਿਰ ਆਪਣਾ ਮਾੜਾ ਮੋਟਾ ਖਰਚਾ ਪਾਣੀ ਕੱਢ ਕੇ ਤਾਂ ਉਹ ਤੁਹਾਡੀ ਪ੍ਰਾਪਰਟੀ ਨੂੰ ਰੈਂਟ ਤੇ ਵੀ ਚਾੜ ਦਿੰਦੀਆਂ, ਕਿਉਂਕਿ ਬਹੁਤ ਮਹਿੰਗਾ ਹੈ। ਜਿਹੜੇ ਰਹਿائشਲੇ ਲੋਕੀ ਰਹਿੰਦੇ ਨੇ, ਜੇ ਮੈਂ ਕਹਾਂ ਜਿੰਨੇ ਵੀ ਬੰਦੇ ਇੱਥੇ ਕੰਮ ਕਰਦੇ ਆ ਉਹ ਜ਼ਿਆਦਾ ਸਕੋਮਿਸ਼ ਜਿਹੜਾ ਇੱਥੋਂ ਵੈਨਕੂਵਰ ਵੱਲ ਨੂੰ ਜਾਂਦੇ ਨੂੰ ਅੱਧੇ ਘੰਟੇ ਦੇ ਆ ਜਾਂ 40 ਮਿੰਟ ਲੱਗਦੇ ਹੋਣਗੇ, ਸੋ ਸਕੋਮਿਸ਼ ਰਹਿੰਦੇ ਆ, ਜਾਂ ਇਸ ਤੋਂ ਅੱਗੇ 20-25 ਮਿੰਟ ਪੈਂਬਰਟਨ ਰਹਿੰਦੇ ਆ, ਕਿਉਂਕਿ ਮਹਿੰਗਾ ਬਹੁਤ ਆ ਇਸ ਕਰਕੇ, ਕਿਉਂਕਿ ਟੂਰਿਸਟ ਹੀ ਆਪਾਂ ਦੇਖਿਆ ਜਿਹੜੇ ਹੁਣ ਆਪਾਂ ਆਏ ਆ ਇਸ ਵੇਲੇ ਜੇ ਤੁਸੀਂ ਦੇਖੋਗੇ ਬਿਲਕੁਲ ਕੁਆਇਟ ਆ, ਕਿਉਂਕਿ ਕੋਵਿਡ ਕਰਕੇ ਲੋਕ ਘੱਟ ਆ ਰਹੇ ਨੇ ਜੀ, ਜਾਂ ਹੋਰ ਇਸ਼ੂਜ਼ ਕਾਫੀ ਹੈਗੇ ਆ, ਤਾਂ ਅਦਰਵਾਈਜ਼ ਵਿਸਲਰ ਤਾਂ ਬਹੁਤ ਹੀ ਜ਼ਿਆਦਾ ਬਿਜ਼ੀ ਆ। ਹੁਣ ਮੈਂ ਜਾ ਸਕਦਾ ਜੀ? ਬਿਲਕੁਲ, ਬਹੁਤ ਧੰਨਵਾਦ। ਤੇ ਸੰਧਾਲੀਆ ਸਾਹਿਬ ਮੈਂ ਕਾਰਨ ਆ ਵੀ ਇਹ ਬੜਾ ਜ਼ਰੂਰੀ ਆ ਬਾਟ ਸਾਹਿਬ, ਵੀ ਆਪਾਂ ਨੂੰ ਐਡੇ ਵੱਡੇ, ਪਹਿਲੀ ਗੱਲ ਤਾਂ ਮੈਂ ਗੱਡੀ ਵਿਖਾਉਣੀ ਸੀ, ਸ਼ਾਇਦ ਅਸੀਂ ਗਾਂਹ ਵਿਖਾ ਸੀਗੇ ਤੁਹਾਨੂੰ ਜਿਹੜੀ ਗੱਡੀ ਤੇ ਸਾਨੂੰ ਲਿਆਂਦਾ ਗਿਆ ਏ। ਹੁਣ ਹੋ ਸਕਦਾ ਵੀ ਮਤਲਬ ਇੱਥੇ ਤੁਹਾਨੂੰ ਐਂ ਲੱਗਦਾ ਵੀ ਯਾਰ ਤੁਸੀਂ ਆਪਣੀ ਗੁੱਤ ਆਪ ਹੀ ਗੁੰਦੀ ਜਾਂਦੇ ਰਹਿੰਦੇ ਆ, ਵੇਖੋ ਕਾਰਨ ਹੈ ਵੀ ਥੋੜੀ ਗੁੱਤ ਗੁੰਦਣੀ ਪੈਂਦੀ ਹੈ, ਜੇ ਨਾ ਆਪਾਂ ਦੱਸਾਂਗੇ ਤੇ ਫਿਰ ਗੱਡੀ ਚੱਲੂਗੀ ਕਿੱਦਾਂ? ਹਾਂ ਟੋਕੀਓ ਜਾਣਾ, ਆਪਾਂ ਟੋਕੀਓ ਜਾਣਾ ਹੈ ਨਹੀਂ, ਟੋਕੀਓ ਜਾਣਾ ਸੀ, 올림픽 ਖੇਡਾਂ ਉੱਥੇ ਅਗਲੀਆਂ, ਹਾਂ, ਤੇ ਪਰ ਹੁਣ ਕੋਵਿਡ ਦੇ ਕਰਕੇ ਪਤਾ ਨਹੀਂ ਮਸਲਾ ਕਿੱਧਰ ਜਾਣਾ, ਕਿਉਂਕਿ ਪਹਿਲਾਂ ਵੀ ਅੱਗੇ ਪੈ ਚੁੱਕੀਆਂ। ਮੈਂ ਸੰਧਾਲੀਆ ਸਾਹਿਬ ਇੱਥੇ ਗੱਲ ਦੱਸਦਾ ਜੀ, ਜਦੋਂ ਸ਼ੁਰੂ 'ਚ ਪ੍ਰੋਗਰਾਮ ਇਹ ਸ਼ੁਰੂ ਹੋਇਆ ਝੰਡੇ ਦੇਖੇ ਹੋਣੇ ਆ, ਹਾਂਜੀ, ਤੇ ਕੋਸ਼ਿਸ਼ ਕਰਾਂਗੇ ਕਿ ਪ੍ਰੋਗਰਾਮ ਦਾ ਅੰਤ ਵੀ ਉੱਥੇ ਹੋਵੇ ਜਿੱਥੇ ਝੰਡੇ ਲੱਗੇ ਆ। ਬਿਲਕੁਲ ਠੀਕ, ਉਹਦਾ ਇੱਕ ਬਹੁਤ ਵੱਡਾ ਕਾਰਨ ਹੈ, ਤੇ ਨਾਲ ਆਪਾਂ ਭਾਰਤ ਦੇ ਨਾਲ ਖਬਰ ਜੋੜ ਲੈਣੀ ਆ। ਇੱਥੇ ਕੈਨੇਡਾ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਆਪੋ ਆਪਣੇ ਝੰਡੇ ਆ, ਆਪੋ ਆਪਣੇ ਜੀ, ਉਹ ਝੰਡੇ ਆ, ਤੇ ਉੱਥੇ ਬਹੁਤ ਮਾਣ ਤੇ ਸਤਿਕਾਰ ਦੇ ਨਾਲ ਸਾਰੇ ਝੰਡੇ ਉਹ ਇਕੱਠੇ ਲਾ ਦਿੰਦੇ ਆ। ਬਿਲਕੁਲ ਠੀਕ, ਇਦਾਂ ਦੀ ਕੋਈ ਗੱਲ ਨਹੀਂ ਹੈ। ਦੇਸ਼ ਦਾ ਝੰਡਾ ਵੀ ਉਹਨਾਂ ਨੇ ਉੱਪਰ ਰੱਖਣਾ, ਨਾਲ ਦੀ ਨਾਲ ਉਹਨਾਂ ਨੇ ਸੂਬੇ ਦਾ ਝੰਡਾ ਵੀ। ਹੁਣ ਇਹਦਾ ਮਤਲਬ ਹੈ ਕਿ ਫੈਡਰਲ ਸਟਰਕਚਰ ਆ, ਸੰਘੀ ਢਾਂਚਾ, ਕਿ ਭਾਈ ਸੂਬਿਆਂ ਦੀ ਵੀ ਆਪਣੀ ਜਿਹੜੀ ਹੈ ਉਹ ਖੁਸ਼ਬੂ ਆ, ਤੇ ਕੇਂਦਰ ਦੀ ਜਾਨੀ ਇੱਥੋਂ ਦੇ ਦੇਸ਼ ਦੀ ਆਪਣੀ ਖੁਸ਼ਬੂ ਆ। ਪਰ ਦੂਸਰੇ ਪਾਸੇ ਆਪਾਂ ਸਿੱਧੇ ਚੱਲਦੇ ਹਾਂ, ਚੱਲਣਾ ਕਿੱਧਰ ਹੈ? ਦਿੱਲੀ ਦੇ ਵਿੱਚ ਲੋਕਾਂ ਨੇ ਵੋਟਾਂ ਪਾ ਕੇ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਬਣਾਇਆ, ਆਮ ਆਦਮੀ ਪਾਰਟੀ ਦੀ ਸਰਕਾਰ ਬਣਾਤੀ। ਹੁਣ ਪੰਗਾ ਪੈ ਗਿਆ, ਜਾਨੀ ਕਿ ਜਿਹੜਾ ਢਾਂਚਾ ਕਿ ਸੂਬਿਆਂ ਦੇ ਆਪਦੇ ਅਧਿਕਾਰ ਆ, ਕੇਂਦਰ ਦੇ ਆਪਦੇ ਅਧਿਕਾਰ ਆ, ਤੇ ਦੇਸ਼ ਨੂੰ ਇਕਜੁੱਟ ਰੱਖਣਾ ਕਿੱਦਾਂ? ਹੁਣ ਥੋੜੇ ਮਹੀਨੇ ਪਹਿਲਾਂ ਅਰਵਿੰਦ ਕੇਜਰੀਵਾਲ ਹੋਰਾਂ ਦੀ ਸਰਕਾਰ ਜਿਹੜੀ ਆ ਪੂਰਨ ਬਹੁਮਤ ਵਾਲੀ, ਉਹਨਾਂ ਨੇ ਨੇੜੇ ਤੇੜੇ ਕੋਈ ਖੰਘਣ ਨਹੀਂ ਸੀ ਦਿੱਤਾ, ਲੋਕਾਂ ਫਤਵਾ ਦਿੱਤਾ ਕਿ ਭਾਈ ਤੁਹਾਨੂੰ ਤੀਜੀ ਵਾਰੀ ਅਸੀਂ ਮੁੱਖ ਮੰਤਰੀ ਚੁਣਨਾ। ਉਹਨਾਂ ਨੇ ਇੱਕ ਯੋਜਨਾ ਬਣਾਤੀ ਕਿ ਦਿੱਲੀ ਦੇ ਵਿੱਚ 73 ਲੱਖ ਲੋਕਾਂ ਦੇ ਕੋਲੇ ਰਾਸ਼ਨ ਕਾਰਡ ਨੇ, ਤੇ ਅਸੀਂ ਚਾਹੁੰਦੇ ਆ ਕਿ ਕੇਂਦਰ ਦੀ ਸਰਕਾਰ ਉਹਨਾਂ ਨੂੰ 5-5 ਕਿਲੋ ਮਹੀਨੇ ਦਾ ਰਾਸ਼ਨ ਦਿੰਦੀ ਹੈ, ਅਸੀਂ 10 ਕਿਲੋ ਦੇਵਾਂਗੇ, 5 ਕਿਲੋ ਅਸੀਂ ਕੋਲੋਂ ਪਾ ਦੇਵਾਂਗੇ। 6 ਵਾਰੀ ਕੇਂਦਰ ਦੀ ਸਰਕਾਰ ਨੂੰ ਚਿੱਠੀਆਂ ਲਿਖੀਆਂ ਕਿ ਭਾਈ ਅਸੀਂ ਇਹ ਯੋਜਨਾ ਸ਼ੁਰੂ ਕਰਨੀ ਹੈ, ਇਹ ਯੋਜਨਾ ਚੰਗੇ ਤਰੀਕੇ ਚਲਾਉਣੀ ਹੈ, ਲੋਕਾਂ ਨੂੰ ਰਾਸ਼ਨ ਦੇਣਾ। ਹਾਲਾਂਕਿ ਲੋਕਾਂ ਨੂੰ ਪੈਰਾਂ ਤੇ ਖੜਾ ਕਰਨਾ ਜ਼ਰੂਰੀ ਹੈ, ਆਮਦਨ ਵਧਾਉਣੀ ਜ਼ਰੂਰੀ ਹੈ। ਇਸ ਤਰੀਕੇ ਆਪਾਂ ਠੂਠਾ ਫੜ ਕੇ ਲੋਕਾਂ ਨੂੰ ਕਿੱਦਾਂ ਨਚਾਈ ਜਾਵਾਂਗੇ? ਪਰ ਅਚਾਨਕ ਕੇਂਦਰ ਦੀ ਸਰਕਾਰ ਨੇ ਥੋੜੇ ਘੰਟੇ ਪਹਿਲਾਂ ਕਹਿਤਾ, ਨਾ ਇਦਾਂ ਨਹੀਂ ਹੋ ਸਕਦਾ, ਅਸੀਂ ਇਸ ਯੋਜਨਾ ਨੂੰ ਲਾਗੂ ਨਹੀਂ ਹੋਣ ਦੇਵਾਂਗੇ, ਇਹਦੇ ਵਿੱਚ ਤਰੁੱਟੀਆਂ ਬਹੁਤ ਨੇ। ਹੁਣ ਹਾਲਾਂਕਿ ਜੀ ਆ ਜਾਓ ਮੈਂ ਬੇਨਤੀ ਇੱਥੇ ਕਰਾਂ ਬਾਟ ਸਾਹਿਬ, ਮੈਂ ਤੁਸੀਂ ਇਹ ਨਾ ਸਮਝੋ ਵੀ ਤੁਸੀਂ ਮੈਨੂੰ ਅੱਜ ਇੱਥੇ ਬਾਹਰ ਲੈ ਆਏ ਆ ਤੇ ਇੱਥੇ ਆ ਕੇ ਮੇਰੇ ਅੰਦਰਲਾ ਲੀਡਰ ਨਿਕਲ ਜੂਗਾ। ਦੇਖੋ ਮੈਂ ਪਹਿਲਾਂ ਕਿਹਾ ਵੀ ਇਹਦੇ 'ਚ ਕਸੂਰ ਜਿਹੜਾ ਨਾ, ਜਿਹੜਾ ਦੋਸ਼ ਆ ਜੀ, ਉਹ ਹੈ ਕੇਜਰੀਵਾਲ ਸਾਹਿਬ ਦਾ। ਅੱਛਾ ਜੀ, ਉਹਨਾਂ ਨੂੰ ਅੱਖ ਦੀ ਰਮਜ਼ ਤੇ ਸਮਝਣੀ ਚਾਹੀਦੀ ਕਿ ਨਹੀਂ ਜੀ? ਬਿਲਕੁਲ ਠੀਕ। ਦੇਖੋ ਅੱਖ ਦੀ ਰਮਜ਼ ਇਸ ਵਕਤ ਕੀ ਕਹਿੰਦੀ ਹੈ,
ਅੱਖ ਦੀ ਰਮਜ਼ ਇਹ ਕਹਿੰਦੀ ਹੈ ਵੀ ਅਗਲੇ ਬੰਦੇ ਨਹੀਂ ਚਾਹੁੰਦੇ ਵੀ ਜਿਹੜੀ ਚੁਣੀ ਹੋਈ ਸਰਕਾਰ ਆ ਉਹਦੇ ਨੰਬਰ ਬਣ। ਅਗਲਿਆਂ ਨੇ ਇਸੇ ਕਰਕੇ ਰਾਜਪਾਲ ਸਾਹਿਬ ਦੀ ਡਿਊਟੀ ਲਾਈ ਜੀ, ਲਾਈ ਕਿ ਨਹੀਂ ਲਾਈ? ਲਾਈ। ਹੁਣ ਜਿਹੜੇ ਅਧਿਕਾਰ ਨੇ ਆ ਪਿਛਲੇ ਥੋੜ੍ਹੇ ਦਿਨ ਸਮੇਂ ਦੇ ਵਿੱਚ ਉਹ ਬਕਾਇਦਾ ਅਮੈਂਡ ਕਰਕੇ ਕਾਨੂੰਨ ਨੂੰ ਉਹ ਪੂਰੇ ਦਾ ਪੂਰਾ ਜਿਹੜਾ ਰਾਜਧਾਨੀ ਦਾ ਕੇਂਦਰ ਆ ਜਾਂ ਜਿਹੜਾ ਉਹ ਏਰੀਆ ਆਉਂਦਾ ਉਹਦੇ ਵਿੱਚ ਰਾਜਪਾਲ ਸਾਹਿਬ ਨੂੰ ਤਾਕਤਾਂ ਦਿੱਤੀਆਂ। ਹੁਣ ਕੇਜਰੀਵਾਲ ਸਾਹਿਬ ਕਹਿਣ ਵੀ ਮੈਂ ਵੀ ਲੋਕਾਂ ਨੂੰ ਰਾਸ਼ਨ ਦਿੰਦਾ ਜੀ, ਕੱਲ ਨੂੰ ਇਹ ਕਹਿਣਗੇ ਵੀ ਅਸੀਂ ਵੋਟਾਂ 'ਚ ਜਾ ਕੇ ਸਾਰੀਆਂ ਚੀਜ਼ਾਂ ਭਨਾਉਣੀਆਂ ਹੈ ਨਾ, ਭਨਾਉਣੀਆਂ ਕਿ ਨਹੀਂ, ਵੋਟਾਂ ਲੈਣੀਆਂ। ਤੇ ਫਿਰ ਜੇ ਹੁਣ ਜਿੱਥੇ ਰਿਹਾਇਸ਼ ਹੋਵੇ, ਜਿੱਥੇ ਨੱਕ ਦੇ ਥੱਲੇ ਇੱਕ ਬੰਦਾ ਬਹਿ ਕੇ ਆਖੇ ਵੀ ਮੈਂ ਨੰਬਰ ਵੀ ਆਪਣੇ ਬਣਾ ਲੂੰ, ਮੈਂ ਵੋਟਾਂ ਵੀ ਲੋਕਾਂ ਕੋਲੋਂ ਲੈ ਲੂੰ, ਮੈਂ ਵੇਖੋ ਕਿੱਦਾਂ ਵੱਟ ਕੱਢ ਦੂੰ, ਐਦਾਂ ਕਿੱਦਾਂ ਕੱਢ ਦੂੰ ਯਾਰ ਵੱਟ? ਸੰਧਾਲੀਆ ਸਾਹਿਬ ਗੱਲ ਤੁਹਾਡੀ ਠੀਕ ਹੈ, ਲੀਡਰ ਤੁਹਾਡੇ ਵਿੱਚ ਆ ਗਿਆ, ਪਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ। ਉਹ ਗੱਲ ਇਹ ਆ ਕਿ ਇੱਕ ਗੱਲ ਤਾਂ ਕੇਂਦਰ ਦੀ ਸਰਕਾਰ ਵੀ ਮੰਨਦੀ ਹੈ ਨਾ, ਜਦੋਂ 5-5 ਕਿਲੋ ਰਾਸ਼ਨ ਦਿੰਦੀ ਆ ਕਿ ਲੋਕ ਆਪ ਰੋਟੀ ਕਮਾ ਕੇ ਖਾਣ ਜੋਗੇ ਨਹੀਂ। ਕੇਜਰੀਵਾਲ ਸਰਕਾਰ ਵੀ ਮੰਨਦੀ ਆ ਕਿ ਲੋਕ ਆਪ ਰੋਟੀ ਕਮਾ ਕੇ ਖਾਣ ਜੋਗੇ ਨਹੀਂ, ਇਸੇ ਕਰਕੇ 5 ਕਿਲੋ ਤੋਂ 10 ਕਿਲੋ ਰਾਸ਼ਨ ਆਇਆ। ਜਾਣੀ ਇਹ ਗੱਲ ਕਲੀਅਰ ਹੋ ਗਈ ਕਿ ਅਸੀਂ ਲੋਕਾਂ ਨੂੰ ਇੰਨੇ ਜੋਗੇ ਨਹੀਂ ਬਣਾ ਸਕੇ। ਪਰ ਮੇਰੀ ਬੇਨਤੀ ਸੁਣੋ, ਉਹ ਮੰਨਦੇ ਗੱਲ, ਮੈਂ ਤੁਹਾਨੂੰ ਕਿੰਨੀ ਵਾਰ ਇਹ ਗੱਲ ਕਹੀ ਹੈ, 10 ਕਿਲੋ ਦੇ ਬਜਾਏ 20 ਕਿਲੋ ਦਵਾ ਦੇਣੇ, ਪਰ ਦਊਂ ਮੈਂ ਨਾ ਮੇਰਾ ਕਰ ਦੇ, ਮੈਂ ਨਾ ਤੁਹਾਡਾ ਹੀ ਲੱਗੂਗਾ। ਮੈਂ ਦੱਸਣ ਲੱਗਿਆ ਪ੍ਰੋਬਲਮ ਆ ਹੈ ਨਾ, ਤੁਸੀਂ ਕਹਿੰਦੇ ਵੀ ਤੂੰ ਹੀ ਦੇਣੇ। ਸਰਦਾਰ ਸਾਹਿਬ, ਦੇਸ਼ ਰਹੂਗਾ, ਲੋਕਤੰਤਰ ਰਹੂਗਾ, ਸੰਵਿਧਾਨ ਬਚੂਗਾ, ਲੋਕਾਂ ਦਾ ਯਕੀਨ ਰਹੂਗਾ, ਗੱਲ ਤਾਂ ਬਣਨੀ ਹੈ। ਸਰਦਾਰ ਸਾਹਿਬ ਮੇਰੀ ਗੱਲ ਮੁਕੰਮਲ ਹੋ ਲੈਣ ਦਿਓ। ਇਹ ਪਾਰਲੀਮੈਂਟ ਨਹੀਂ ਹੈਗੀ, ਇਹ ਵਿਧਾਨ ਸਭਾ ਨਹੀਂ ਹੈਗੀ, ਇਹ ਟੀਵੀ ਦਾ ਪ੍ਰੋਗਰਾਮ ਆ। ਆਪਣਾ ਲੀਡਰ ਆਪਣੇ ਚੋਂ ਕੱਢ ਦਿਓ, ਮੈਂ ਹੁਣ ਦੱਸ ਦਿੰਦਾ। ਪੌੜੀਆਂ 'ਚ ਬਈਏ ਮਾੜਾ ਨਹੀਂ, ਬੈਨੇ ਅੱਗੇ ਜਾ ਕੇ ਤੇ ਬਿਠਾਉਣੇ ਆ ਤੁਹਾਨੂੰ ਚੰਗੀ ਥਾਂ। ਗੱਲ ਸੁਣ ਲਓ ਮੇਰੀ ਪਹਿਲਾਂ। ਅੱਛਾ ਸੁਣਾਓ। ਮੈਂ ਹੁਣ ਜਿਹੜੀ ਗੱਲ ਕਹਿਣ ਲੱਗਿਆ ਸੀ ਕਿ ਦੇਖੋ ਇੱਕ ਗੱਲ ਤਾਂ ਕਲੀਅਰ ਹੋ ਗਈ ਕਿ ਸਰਕਾਰਾਂ ਦੀ ਮਨਸ਼ਾ ਲੋਕਾਂ ਦੀ ਆਮਦਨ ਵਧਾ ਕੇ ਪੈਰਾਂ ਸਿਰ ਖੜੇ ਕਰਨ ਜੋਗੀ ਹੈ ਨਹੀਂ। ਮਨਸ਼ਾ ਇਹ ਆ ਕਿ ਭਾਈ ਅਸੀਂ ਰਾਸ਼ਨ ਦਈਏ ਜੀ। ਹੁਣ ਅਸਲ ਦੇ ਵਿੱਚ ਕਹਾਣੀ ਕੀ ਹੈ ਕਿ ਕੇਜਰੀਵਾਲ ਦੀ ਸਰਕਾਰ ਨੇ ਜਦੋਂ ਇਹ ਯੋਜਨਾ ਲਾਗੂ ਕਰਨੀ ਸੀ ਨਾ, ਉਹਨਾਂ ਨੇ ਵਿੱਚ ਇੱਕ ਲਾਈਨ ਬੋਲ ਦਿੱਤੀ ਜੀ, ਬਾਕੀ ਯੋਜਨਾਵਾਂ ਦੇ ਵਿੱਚ ਤਰੁੱਟੀਆਂ ਬਹੁਤ ਆ, ਕਾਲਾ ਬਾਜ਼ਾਰੀ ਬਹੁਤ ਹੁੰਦੀ ਹੈ, ਜਿੰਨਾ ਅਨਾਜ ਲੋਕਾਂ ਨੂੰ ਦੇਣਾ ਹੁੰਦਾ ਅੱਧਾ ਕ ਅਨਾਜ ਰਾਹ ਦੇ ਵਿੱਚੋਂ ਖੁਰਦ-ਬੁਰਦ ਹੋ ਜਾਂਦਾ। ਇਹ ਸਾਰੀਆਂ ਗੱਲਾਂ ਹੋ ਗਈਆਂ। ਜੇ ਤਾਂ ਕੇਜਰੀਵਾਲ ਸਾਹਿਬ ਇਦਾਂ ਨਾ ਕਹਿੰਦੇ, ਇਦਾਂ ਕਹਿ ਦਿੰਦੇ ਜੀ ਉਹ ਵੀ ਯੋਜਨਾ ਬਹੁਤ ਵਧੀਆ, ਅਸੀਂ 5 ਕਿਲੋ ਵਿੱਚ ਪਾਉਨੇ ਆ ਤੇ ਫੋਟੋ ਉੱਪਰਲੇ ਪਾਸੇ ਵਾਲੇ ਬੰਦੇ ਦੀ ਲਾਉਨੇ ਆ, ਫਿਰ ਤਾਂ ਯੋਜਨਾ ਹੋ ਜਾਣੀ ਸੀ ਲਾਗੂ। ਦੂਜੇ ਪਾਸੇ ਕੇਂਦਰ ਸਰਕਾਰ ਨੂੰ ਇਹ ਚਾਹੀਦਾ ਸੀ ਵੀ ਭਾਈ ਜੇ ਤਾਂ ਉਹਦੇ ਵਿੱਚ ਕੋਈ ਕਮੀ ਆ ਦੱਸ ਦਿਓ, ਜੇ ਤਾਂ ਉਹਦੇ ਵਿੱਚ ਕੋਈ ਤਰੁੱਟੀ ਆ ਦੱਸ ਦਿਓ। ਇਹ ਕਹਿ ਦਿੰਦੇ ਕਿ ਭਾਈ 10 ਦਿਨਾਂ ਦੇ ਵਿੱਚ ਆਹ ਕਮੀ ਜਿਹੜੀ ਆ ਤੁਸੀਂ ਦੂਰ ਕਰ ਲਓ, ਉਹਦੇ ਤੋਂ ਬਾਅਦ 10ਵੇਂ ਦਿਨ ਨੂੰ ਲਾਗੂ ਕਰ ਦਿਓ, ਫਿਰ ਤਾਂ ਗੱਲ ਆ ਗਈ ਸਮਝ। ਪਰ ਸਿੱਧਾ ਹੀ ਕਹਿ ਦੇਣਾ ਕਿ ਭਾਈ ਆ ਅਸੀਂ ਲਾਗੂ ਨਹੀਂ ਕਰਨ ਦੇਣੀ, ਉਹਦੇ ਨਾਲ ਮੈਨੂੰ ਐਂ ਲੱਗਦਾ ਕਿ ਕੇਂਦਰ ਤੇ ਰਾਜ ਸਰਕਾਰਾਂ ਦੇ ਵਿਚਾਲੇ ਟਕਰਾਅ ਦੀ ਸੰਭਾਵਨਾ ਬਣਨੀ ਹੈ। ਪਹਿਲਾਂ ਪੱਛਮੀ ਬੰਗਾਲ ਦੇ ਵਿੱਚ ਜਿਹੜਾ ਮੁੱਖ ਸਕੱਤਰ ਸੀ ਉਹਨੂੰ ਤਲਬ ਕੀਤਾ, ਮਸਲਾ ਖਤਮ ਕਰਨ ਨਾਲ ਨਾ ਤਾਂ ਸੂਬੇ ਵੱਧ ਰਹੇ ਤੇ ਨਾ ਕੇਂਦਰ। ਤੇ ਹੁਣ ਮਮਤਾ ਬੈਨਰਜੀ ਤੋਂ ਬਾਅਦ ਜਿਹੜਾ ਕੇਜਰੀਵਾਲ ਦੇ ਨਾਲ ਪੰਗਾ ਪੈ ਗਿਆ, ਮੈਂ ਸਿੱਧਾ ਸੰਧਾਲੀਆ ਸਾਹਿਬ ਇਹ ਗੱਲ ਦੱਸ ਦਿੰਨਾ, ਦੋ ਹੀ ਇਹ ਲੀਡਰ ਨੇ ਜਿਹੜੇ ਲੀਡਰ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਿਤੇ ਨਾ ਕਿਤੇ ਸੰਭਾਵਨਾ ਬਣਦੀ ਹੈ ਕਿ ਥੋੜੀ ਬਹੁਤੀ ਜਿੰਨੀ ਕੁ ਹੋ ਸਕੇ ਟੱਕਰ ਦੇ ਸਕਣਗੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ, ਭਾਜਪਾ ਨੂੰ। ਆ ਗਈ ਨਾ ਗੱਲ ਉਹੀ ਜੀ। ਮੈਂ ਹੁਣੇ ਪਤਾ ਨਹੀਂ ਜਾਂ ਤਾਂ ਮੈਂ ਕੋਈ ਹੋਰ ਭਾਸ਼ਾ ਬੋਲੀ, ਤੁਸੀਂ ਪਤਾ ਨਹੀਂ ਮੇਰੀ ਬੇਨਤੀ ਨਹੀਂ ਸਵੀਕਾਰ ਕਰਦੇ, ਮੈਂ ਤਾਂ ਕਹਿਣ ਡਿਆ ਵੀ ਤੁਸੀਂ ਬਸ ਐਕਸੈਪਟ ਕਰ ਲਓ ਇਸ ਗੱਲ ਨੂੰ। ਤੁਸੀਂ ਆ ਦੇਖੋ ਮੀਂਹ ਆ ਗਿਆ ਨਾ, ਉਹ ਕਹਿੰਦੇ ਜਦੋਂ ਲੀਡਰ ਬੋਲਦਾ ਤੇ ਉੱਪਰਲੇ ਪਾਸੇ ਉਹ ਦੇਵਤੇ ਵੀ ਕਹਿੰਦੇ ਯਾਰ ਤੁਸੀਂ ਚੁੱਪ ਹੀ ਕਰੋ। ਉਹ ਨਹੀਂ ਤੇ ਬਾਬਾ ਖੁਸ਼ ਹੋ ਕੇ ਦੱਸਣ ਡਿਆ ਵੀ ਭਾਈ ਸਾਹਿਬ ਆਹ ਬੰਦੇ ਨੇ ਗੱਲ ਕੀਤੀ ਵਧੀਆ, ਇਹ ਬੰਦੇ ਨੇ ਦੱਸੀ ਸੱਚਾਈ ਜਿਹੜੀ ਅਸਲ 'ਚ ਹੈ। ਦੇਖੋ ਕਾਰਨ ਇਹ ਆ ਵੀ ਮੈਂ ਖੁਦ ਕਹਿਣਾ ਵੀ ਆਪਾਂ ਨੂੰ ਇਤਰਾਜ਼ ਕੋਈ ਨਹੀਂ। ਕੇਜਰੀਵਾਲ ਸਾਹਿਬ ਨੇ 10 ਕਿਲੋ ਦੇਣਾ, ਉਹ 20 ਕਿਲੋ ਦੇਣ, 25 ਕਿਲੋ ਦੇਣ, 25 ਕਿਲੋ ਦੇਣ। ਮਮਤਾ ਬੈਨਰਜੀ ਹੁਣੀ ਆਂਦੇ ਆ ਵੀ ਮੈਂ ਕੁਛ ਉਹ ਲੋਕਾਂ ਦਾ ਭਲਾ ਕਰਨਾ, ਉਹ ਕਰਨ, ਆਪਾਂ ਨੂੰ ਕੋਈ ਇਤਰਾਜ਼ ਨਹੀਂ। ਪਰ ਕਾਰਨ ਇਹ ਆ ਵੀ ਜਿਹੜੇ ਨੰਬਰ ਬਣਨੇ ਆ, ਜਿਹੜੀਆਂ ਕੱਲ ਨੂੰ ਵੋਟਾਂ ਲੈਣੀਆਂ, ਉਹ ਜੇ ਆਖੇ ਵੀ ਕੇਜਰੀਵਾਲ ਹੁਣੀ ਆਖਣ ਵੀ ਮੈਂ ਅਨਾਜ ਦੇ ਕੇ ਲੈ ਲੂੰ, ਇਦਾਂ ਨਹੀਂ ਮਨਜ਼ੂਰ ਸਾਨੂੰ। ਨਹੀਂ ਉਹ ਗੱਲ ਤੁਹਾਡੀ ਸੰਧਾਲੀਆ ਸਾਹਿਬ ਸਾਰੀ ਠੀਕ ਹੈ, ਪਰ ਤੁਸੀਂ ਦੇਖੋ ਨਾ, ਪ੍ਰਧਾਨ ਮੰਤਰੀ ਦੀ ਕੁਰਸੀ 5 ਸਾਲ ਲਈ, ਮੁੱਖ ਮੰਤਰੀ ਦੀ ਕੁਰਸੀ 5 ਸਾਲ ਦੇ ਲਈ, ਪਰ ਦੂਸਰੇ ਪਾਸੇ ਦੇਸ਼ ਦੇ ਜਿਹੜੇ ਇਸ ਵੇਲੇ ਸੈਂਕੜੇ ਕਰੋੜਾਂ ਲੋਕ ਨੇ ਉਹਨਾਂ ਦੇ ਮੂੰਹ ਦੇ ਵਿੱਚ ਰੋਟੀ ਟੁੱਕ ਵੀ ਪਾਉਣਾ। ਪਰ ਜੇ ਇਦਾਂ ਹੀ ਕੇਂਦਰ ਤੇ ਸੂਬਿਆਂ ਦੀ ਆਪਸ ਦੇ ਵਿੱਚ ਫ੍ਰਿਕਸ਼ਨ ਵੱਧਦੀ ਰਹੀ, ਧੜੇਬੰਦੀ ਵੱਧਦੀ ਰਹੀ, ਆਪਸ ਦੇ ਵਿੱਚ ਲੜਾਈਆਂ ਵੱਧਦੀਆਂ ਰਹੀਆਂ। ਅਸੀਂ ਕਰੋਨਾ ਕਾਲ ਦੇ ਵਿੱਚ ਦੇਖਿਆ ਨਾ, ਸੂਬੇ ਆਪਣੀ ਬੋਲੀ ਬੋਲਦੇ ਸੀ, ਕੇਂਦਰ ਆਪਣੀ ਬੋਲੀ ਬੋਲਦਾ ਸੀ। ਭਲਕ ਨੂੰ ਆਲੇ ਦੁਆਲਿਓਂ 20 ਤਰ੍ਹਾਂ ਦੇ ਖਤਰੇ ਨੇ, ਬਿਮਾਰੀਆਂ ਵੱਧ ਰਹੀਆਂ, ਦਵਾਈਆਂ ਦੀ ਪੂਰਤੀ ਸਾਡੇ ਕੋਲੋਂ ਹੁੰਦੀ ਨਹੀਂ। ਇਹ ਚੱਜ ਦੇ ਕੰਮ ਨਹੀਂ ਹੈਗੇ। ਇਹ ਚੱਜ ਦੇ ਕੰਮ ਕਰ ਲਈਏ ਤਾਂ ਠੀਕ ਹੈ, ਨਹੀਂ ਤਾਂ ਜਿੱਦਾਂ ਆਪਾਂ ਥੱਲੇ ਨੂੰ ਜਾ ਰਹੇ ਹਾਂ ਵਿੱਤੀ ਤੌਰ ਤੇ, ਪੈਸਿਆਂ ਦੇ ਪੱਖੋਂ ਬਹੁਤ ਔਖਾ ਹੋ ਜਾਊਗਾ। ਪੱਛਮੀ ਬੰਗਾਲ ਤੋਂ ਬਾਅਦ ਜਿਹੜਾ ਸਿਲਸਿਲਾ ਦਿੱਲੀ 'ਚ ਸ਼ੁਰੂ ਹੋਇਆ, ਭਲਕ ਨੂੰ ਪੰਜਾਬ 'ਚ ਹੋ ਜੂ, ਪਰਸੋਂ ਨੂੰ ਰਾਜਸਥਾਨ 'ਚ ਹੋ ਜੂ, ਉਹਦੇ ਤੋਂ ਬਾਅਦ ਛੱਤੀਸਗੜ੍ਹ 'ਚ ਸ਼ੁਰੂ ਹੋ ਜੂ। ਦੇਸ਼ ਜਾਊਗਾ ਕਿੱਧਰ ਨੂੰ? ਵਾਟ ਸਾਹਿਬ ਫਿਰ ਉਹ ਗੱਲ, ਚਲੋ ਹੁਣ ਮੈਂ ਲੀਡਰ ਕੱਢ ਕੇ ਗੱਲ ਕਰਾਂ ਤਾਂ ਆ ਜਾਓ।
ਵੇਖੋ ਆਪਾਂ ਨੂੰ ਪਹਿਲੀ ਗੱਲ ਤੇ ਇਹ ਐਕਸੈਪਟ ਕਰਨਾ ਪਊਗਾ ਲੋਕਾਂ ਨੂੰ ਵੀ ਜੋ ਤੁਸੀਂ ਚੁਣਿਆ ਜਾਂ ਜਿੱਦਾਂ ਵੀ ਚੁਣਿਆ ਜਾਂ ਜਿਵੇਂ ਤੁਸੀਂ ਚੁਣਨ ਦਾ ਮੌਕਾ ਦਿੱਤਾ। ਮੰਨ ਲਓ ਮੈਂ ਚੁਣਨ ਦਾ ਮੌਕਾ ਦਿੱਤਾ ਵੀ ਮੈਨੂੰ ਤੁਸੀਂ ਧਰਮ ਦੇ ਨਾਂ ਦੇ ਉੱਪਰ ਠੱਗ ਲਓ, ਮੈਂ ਵੋਟ ਪਾ ਦੂੰ। ਜਾਂ ਮੈਂ ਮੌਕਾ ਦੇਤਾ ਵੀ ਯਾਰ ਮੈਨੂੰ ਤੁਸੀਂ ਜ਼ਾਤ ਦੇ ਨਾਂ ਦੇ ਉੱਪਰ ਵੰਡ ਲਓ, ਮੈਂ ਆ ਜਾਣਾ। ਫਿਰ ਜਦੋਂ ਮੈਂ ਉਹ ਡਿਸਾਈਡ, ਜਾਂ ਇਸ ਤੋਂ ਇਲਾਵਾ ਜਿਹੜੀ ਅਗਲੀ ਗੱਲ ਹੈ, ਆਪਾਂ ਬੜੀ ਵਾਰ ਗੱਲ ਕਰਦੇ ਹਾਂ, ਮੈਨੂੰ ਕਹਿਣ 'ਚ ਕੋਈ ਸੰਕੋਚ ਨਹੀਂ ਵੀ ਯਾਰ ਅੱਧੀ ਰਾਤ ਨੂੰ ਬੰਦਾ ਆਇਆ ਸੀ, ਬੂਹਾ ਖੜਕਾਇਆ ਸੀ, ਨਾਲੇ 2 ਬੋਤਲਾਂ ਦੇ ਗਿਆ, ਨਾਲੇ ਥੋੜ੍ਹੇ ਜਿਹੇ ਪੈਸੇ ਮਿਲ ਗਏ, ਠੀਕ ਆ, ਮੈਂ ਵੋਟ ਪਾਤੀ। ਹੁਣ ਇਸ ਚੀਜ਼ ਨੂੰ ਜੇ ਤੇ ਆਪਾਂ ਥੱਲੜੇ ਲੈਵਲ ਤੇ ਇਦਾਂ ਹੀ ਗਿਣ ਲੈਣਾ ਵੀ ਯਾਰ ਕੀ ਫਰਕ ਪੈਂਦਾ, ਫਿਰ ਬੰਦਾ ਆਪਣੇ ਧਰਮ ਦਾ ਸੀ, ਆਪਣੇ ਪੰਥ ਦਾ ਸੀ, ਆਪਣੀ ਕੌਮ ਦਾ ਸੀ, ਆਪਣੀ ਜਾਤ ਦਾ ਸੀ, ਜਾਂ ਪੈਸੇ ਦੇ ਗਿਆ ਸੀ, ਜਾਂ ਬੋਤਲ ਦੇ ਗਿਆ ਸੀ, ਜਾਂ ਉਹਨੇ ਫਲਾਨਾ ਕੰਮ ਕਰਾਇਆ ਸੀ। ਇਹ ਗੱਲ ਜੇ ਮੈਂ ਇਦਾਂ ਕਰ ਰਿਹਾ ਤੇ ਜਿਹੜੇ ਬੰਦਿਆਂ ਮੇਰੇ ਕੋਲੋਂ ਵੋਟਾਂ ਲਈਆਂ ਨੇ ਉਹ ਕਮਲੇ ਥੋੜਾ ਕਿਤੇ, ਇਹਦਾ ਮਤਲਬ ਮੈਸੇਜ ਉਹਨਾਂ ਤੱਕ ਵੀ ਚਲਾ ਗਿਆ ਵੀ ਇਹ ਇਦਾਂ ਹੀ ਸੈੱਟ ਆਉਂਦੇ ਨੇ। ਇਹਦਾ ਮਤਲਬ ਮੈਂ ਖੁਦ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਕੋਈ ਲੋੜ ਨਹੀਂ ਮੇਰਾ ਫਿਕਰ ਕਰਨ ਦੀ, ਤੁਹਾਡੇ ਕੋਲ ਬਹੁਤ ਸਾਰੇ ਸਾਧਨ ਆ ਮੈਨੂੰ ਬੁੱਧੂ ਬਣਾਉਣ ਦੇਣ, ਮੈਂ ਬਣ ਜਾਣਾ। ਜਦੋਂ ਇਹ ਮੈਸੇਜ ਆਲਰੇਡੀ ਅਗਲਿਆਂ ਕੋਲ ਗੂੜਾ ਐ ਪੱਥਰ ਤੇ ਲੀਕ ਵਾਂਗੂ ਲਿਖਿਆ ਪਿਆ ਤੇ ਉਹਨਾਂ ਨੂੰ ਕੋਈ ਪੁੱਠੀ ਦਵਾਈ ਥੋੜਾ ਖਾਧੀ ਉਹਨਾਂ ਨੇ ਵੀ ਉਹ ਅਗਲੇ ਆਖਣਗੇ ਵੀ ਆਪਾਂ ਲੋਕਾਂ ਦਾ ਭਲਾ ਕਰਦੀ। ਆ ਜਿਹੜਾ ਦਿਨ ਲੰਘਿਆ ਨਾ ਕੱਲ ਦਾ, ਇਸ ਸਾਰੇ ਦਿਨ ਦੇ ਵਿੱਚ ਉਹ ਵੀ ਪੱਥਰ ਤੇ ਲੀਕ ਵਾਂਗੂ ਜਿਹੜਾ ਉਹ ਲਿਖਿਆ ਕੀ ਗਿਆ ਕਿ ਤਰੀਕ ਸੀ 5 ਤੇ 5 ਤਰੀਕ ਨੂੰ ਸਾਲ ਹੋ ਗਿਆ ਸੀ ਮੁਕੰਮਲ। ਤੇ ਸਾਲ ਕਾਹਦਾ ਮੁਕੰਮਲ ਹੋ ਗਿਆ ਸੀ? ਦੇਸ਼ ਦੇ ਵਿੱਚ ਖੇਤੀਬਾੜੀ ਦੇ ਆਰਡੀਨੈਂਸ ਲਾਗੂ ਕਰਨ ਦਾ, ਜਾਰੀ ਕਰਨ ਦਾ। ਪਿਛਲੇ ਸਾਲ 5 ਤਰੀਕ ਹੀ ਸੀ ਨਾ, ਜੂਨ ਮਹੀਨੇ ਦੀ। ਹੁਣ ਤੁਸੀਂ ਦੇਖੋ ਕਿ ਸਾਰੇ ਦੇਸ਼ ਦੇ ਵਿੱਚ ਬਣਿਆ ਕੀ, ਸਾਰੇ ਦੇਸ਼ 'ਚ ਬਣਿਆ ਕੀ ਕਿ ਜਿੰਨੇ ਲੀਡਰ ਸੀ ਇੱਕ ਪਾਰਟੀ ਵਿਸ਼ੇਸ਼ ਦੇ, ਸਾਰਿਆਂ ਦੇ ਘਰਾਂ ਦੇ ਮੂਹਰੇ ਕਿਸਾਨ ਇਕੱਠੇ ਹੋਏ, ਆਰਡੀਨੈਂਸਾਂ ਦੀਆਂ ਕਾਪੀਆਂ ਸਾੜੀਆਂ, ਘਰਾਂ ਦੇ ਮੂਹਰੇ ਮੁਰਦਾਬਾਦ, ਕਾਲੀਆਂ ਝੰਡੀਆਂ, ਜਾਣੀ ਕਿ ਆਲੇ ਦੁਆਲੇ ਆਂਢੀ ਗੁਆਂਢੀ ਸਾਰੇ ਦੇਖਦੇ ਸੀ ਕਿ ਭਾਈ ਆਹ ਦੇਖੋ ਕੀ ਹੋਈ ਜਾਂਦਾ। ਹੁਣ ਉਹ ਵੀ ਤਾਂ ਕੰਧ ਤੇ ਲਿਖਿਆ ਪੜ੍ਹਨਾ ਚਾਹੀਦਾ ਨਾ ਕਿ ਭਾਈ 1%, 2%, ਬੜੀ ਹੱਦ 5% ਲੋਕ ਦੇਸ਼ ਦੇ ਇਦਾਂ ਦੇ ਹੋਣਗੇ ਜਿਹੜੇ ਕਿ ਕਿਸੇ ਨਾ ਕਿਸੇ ਤਰ੍ਹਾਂ ਦੇ ਝਾਂਸੇ 'ਚ ਆਉਂਦੇ ਹੋਣਗੇ, ਕੋਈ ਖਾ ਪੀ ਕੇ ਵੋਟ ਪਾ ਦਿੰਦੇ ਹੋਣਗੇ, ਕਿਸੇ ਤਰ੍ਹਾਂ ਦੇ ਉਹ ਪ੍ਰਭਾਵ ਦੇ ਵਿੱਚ ਆ ਜਾਂਦੇ ਹੋਣਗੇ, ਭਾਵੇਂ ਉਹ ਜਾਤੀ ਦਾ ਮੁੱਦਾ, ਧਰਮ ਦਾ ਮੁੱਦਾ ਜਾਂ ਕਿਸੇ ਹੋਰ ਤਰ੍ਹਾਂ ਦਾ ਮੁੱਦਾ। ਉਸ ਰੱਸੇ ਦੇ ਵਿੱਚ ਹੋ ਸਕਦਾ ਕਿ ਲੋਕ ਕਦੇ ਬੰਨੇ ਜਾਂਦੇ ਹੋਣ, ਪਰ ਅੱਜ ਜੇ ਟਰੰਪ ਸਾਹਿਬ ਕੋਈ ਗੱਲ ਕਹਿੰਦੇ ਸੀ ਤਾਂ ਭਾਰਤ 'ਚ ਤੁਰੰਤ ਪਤਾ ਲੱਗਦੀ ਹੈ, ਜੇ ਜੋ ਬਾਈਡਨ ਸਾਹਿਬ ਕੋਈ ਕੰਮ ਕਰਦੇ ਆ ਤਾਂ ਤੁਰੰਤ ਪਤਾ ਲੱਗਦਾ ਹੈ, ਜੇ ਅਫਗਾਨਿਸਤਾਨ 'ਚ ਕੋਈ ਤਬਦੀਲੀ ਹੁੰਦੀ ਆ ਤਾਂ ਤੁਰੰਤ ਪਤਾ ਲੱਗਦਾ ਹੈ ਕਿ ਬਹੁਤ ਲੰਬੇ ਸਮੇਂ ਬਾਅਦ ਲੋਕ ਹੁਣ ਜਾਗੇ ਨੇ। ਇਸ ਕਰਕੇ ਤੁਹਾਡੇ ਜਾਗਣ ਦਾ ਵੇਲਾ ਹੈ ਕਿ ਭਾਈ ਜੇ 8-8 ਮਹੀਨੇ ਤੋਂ ਤੁਸੀਂ ਇਹ ਮੰਨਦੇ ਹੋ ਨਾ ਕਿ ਪੰਜਾਬ ਦੇ ਵਿੱਚ ਲੀਡਰਾਂ ਦੇ ਘਰਾਂ ਮੂਹਰੇ 8 ਮਹੀਨੇ ਤੋਂ ਧਰਨੇ ਆ, ਨਾ ਸਵੇਰੇ ਜਾਂਦੇ ਆ, ਨਾ ਦੁਪਹਿਰੇ ਜਾਂਦੇ ਆ, ਨਾ ਰਾਤੀ ਜਾਂਦੇ ਆ। ਤੁਹਾਨੂੰ ਪਤਾ ਨਾ ਕਿ ਪਿਛਲੇ ਦਰਵਾਜ਼ੇ ਦੇ ਵਿੱਚ ਦੀ ਲੰਘ ਕੇ ਰਿਸ਼ਤੇਦਾਰਾਂ ਦੇ ਵਿਆਹਾਂ ਦੇ ਉੱਤੇ ਜਾਣਾ ਪਿਆ। ਜੇ ਇਹਨੂੰ ਤੁਸੀਂ ਪੱਥਰ ਤੇ ਲਿਖਿਆ, ਕੰਧ ਤੇ ਲਿਖਿਆ, ਚਿੱਟੇ ਦਿਨ 'ਚ ਲਿਖਿਆ ਨਹੀਂ ਪੜ੍ਹਨਾ, ਫਿਰ ਤੁਹਾਡੀ ਗੱਲ ਵੱਖਰੀ ਆ। ਮਹੀਨੇ 7 ਰਹਿ ਗਏ, ਪਤਾ ਲੱਗ ਜਾਊਗਾ। ਆ ਜਾਓ। ਫਿਰ ਉਹ ਪੋਜ਼ਿਟਿਵਿਟੀਆਂ, ਫਿਰ ਉਹ ਲੋਕਾਂ ਨੂੰ ਪੰਪ ਦੇਣ ਵਾਲੀਆਂ ਗੱਲਾਂ। ਤੁਸੀਂ ਲੋਕ ਕਟਾਉਣੇ ਯਾਰ ਸਾਡੇ ਤੋਂ। ਤੁਸੀਂ ਉਹਨਾਂ ਨੂੰ ਇਹ ਕਹੋ ਵੀ ਵੀਰ ਜੀ 2 ਰਾਂ ਖਿੱਚ ਕੇ ਸਲੂਟ ਮਾਰਨ, ਉਦੋਂ ਬਾਅਦ ਕਹਿਣੇ ਬਸ ਤੁਸੀਂ ਆ ਸਾਹਿਬ ਜੀ ਜੋ ਕਰਨਾ, ਫਿਰ ਉਹ ਲੈਣਗੇ ਨਜ਼ਾਰੇ। ਤੇ ਜਿੱਦਾਂ ਤੁਸੀਂ ਕਹਿੰਦੇ ਆ ਵੀ ਆਪਾਂ ਐਂ ਕਰ ਦਾਂਗੇ, ਆਪਾਂ ਜਿਉਂ ਕਹਿੰਦੇ, ਐਵੇਂ ਤੁਸੀਂ ਗੋਡੇ ਛਲਾਉਣ ਵਾਲੀਆਂ ਗੱਲਾਂ ਕਰਦੇ ਉਹਨਾਂ ਦੀਆਂ। ਮੈਂ ਤੁਹਾਨੂੰ ਉਦਾਹਰਨ ਦਿੰਦਾ, ਮੇਰੀ ਪਹਿਲਾਂ ਸੁਣੋ। ਦਵਿੰਦਰ ਸਿੰਘ ਬਬਲੀ MLA, ਜਨਤਾ ਪਾਰਟੀ ਦਾ, ਉਦਣ ਕਾਰ ਦੇ ਵਿੱਚੋਂ ਬਾਹਰ ਨਿਕਲਿਆ ਸੀ ਤੇ ਬਾਹਰ ਨਿਕਲ ਕੇ ਉਹਨੇ ਕਿੰਨੀਆਂ ਗਾਲਾਂ ਕੱਢੀਆਂ ਸੀ। ਤੇ ਹੁਣ ਉਹਨੇ ਪਤਾ ਕੀ ਕਿਹਾ? ਕਿਸਾਨਾਂ ਨੇ ਜਦੋਂ ਘਰ ਦੇ ਮੂਹਰੇ ਧਰਨਾ ਲਾਤਾ, ਪਰਚੇ ਪੁਰਚੇ ਕਰਕੇ ਦੇਖ ਲਿਆ ਕਿ ਭਾਈ ਨਹੀਂ ਇਹ ਨਹੀਂ ਟਲਦੇ, ਇਹ ਨਹੀਂ ਪਿੱਛੇ ਹਟਦੇ। ਕਿਸਾਨ ਕਹਿੰਦੇ ਅਸੀਂ ਪਰਚਾ ਕਰੋ ਤੇ ਨਾਲ ਦੀ ਨਾਲ ਮਾਫੀ ਮੰਗੇ MLA। ਹੁਣ ਕਿਹਾ ਉਹ ਨਹੀਂ ਸੀ ਕਰਨਾ ਚਾਹੀਦਾ, ਇਹ ਔਖਾ ਹੋ ਗਿਆ ਸੀ। ਕਿਸਾਨਾਂ ਦੇ ਨਾਲ ਮੀਟਿੰਗ ਕਰਕੇ ਤਾਂ ਫਿਰ ਵੀਡੀਓ 33 ਸਕਿੰਟ ਦੀ ਬਾਹਰ ਆਈ ਹੈ। ਉਹਦੇ ਤੋਂ ਬਾਅਦ ਕਿਸਾਨ ਉੱਥੋਂ ਹਟਿਆ। ਤੇ ਜੇ ਇੱਕ MLA ਨੂੰ 5 ਦਿਨਾਂ ਦੇ ਅੰਦਰ ਘਰ ਤੋਂ ਬਾਹਰ ਆ ਕੇ ਫਿਰ ਕਹਿਣਾ ਪੈ ਰਿਹਾ ਕਿ ਭਾਈ ਉਹ ਸ਼ਬਦ ਨਹੀਂ ਸੀ ਬੋਲਣੇ ਚਾਹੀਦੇ, ਤਾਂ ਸੰਧਾਲੀਆ ਸਾਹਿਬ ਮਾੜਾ ਜਿਹਾ ਧਿਆਨ ਰੱਖ ਲਿਓ, ਨਹੀਂ ਤਾਂ ਫਿਰ ਖੁਦ ਮੁਖਤਿਆਰੀ ਦੇ ਦੇਵਾਂਗੇ। ਇਹ ਖੁਦ ਮੁਖਤਿਆਰੀ ਵਾਲੀ ਗੱਲ ਤਾਂ ਮਾੜੀ ਹੈ। ਇਹ ਗੱਲ ਮਾੜੀ ਆ। ਹੋ ਸਕਦਾ ਵੀ ਇਹ ਕੋਈ ਸਰਦਾਰ ਕਿਸੇ ਨੇ ਸੁਣੀ ਹੋਵੇ ਨਾ, ਯਾਰ ਕਿਉਂ ਇਦਾਂ ਕਰਦੇ ਹੋ, ਕੈਨੇਡਾ ਦੇ ਵੀ ਗਾਂ ਪਤਾ ਨਹੀਂ ਕਿੱਥੇ ਵਿਸਲਰ ਜਾਏ ਫਿਰਦੇ ਹੋ ਤੇ ਮੇਰੀ ਖੁਦ ਮੁਖਤਿਆਰੀ ਨੂੰ ਖਿੱਚੀ ਫਿਰਦੇ ਵਿੱਚ। ਪਰ ਨਹੀਂ, ਚਲੋ ਕਰੀਏ ਕੀ ਜੀ, ਇਹ ਗੱਲ ਹੁਣ ਥੋੜ੍ਹੇ ਦਿਨ ਕਰਨੀ ਪੈਣੀ ਆ। ਸਾਨੂੰ ਬੜੇ ਪਰਿਵਾਰ ਦੇ ਮੈਂਬਰਾਂ ਨੇ ਵੀ ਇਸ ਚੀਜ਼ ਦਾ ਜ਼ਿਕਰ ਕੀਤਾ। ਉਹ ਕਹਿੰਦੇ ਯਾਰ ਤੁਸੀਂ ਗੱਲ ਨਹੀਂ ਕਰਦੇ ਠੋਕ ਕੇ, ਇਹ ਜੀ ਵਾਕਈ ਫਰਕ ਆ, ਉਹਨਾਂ ਨੂੰ ਇਦਾਂ ਨਹੀਂ ਸੀ ਕਰਨਾ ਚਾਹੀਦਾ। ਅਸੀਂ ਤੁਹਾਨੂੰ ਅੱਗੇ ਵੀ ਕਿਹਾ ਵੀ ਸਾਡੇ ਠੋਕ ਕੇ ਛੱਡ ਕੇ ਭਾਵੇਂ ਕਿੱਲ ਠੋਕ ਕੇ ਗੱਲ ਕਰਾ ਲਓ, ਸਾਡੇ ਗੱਲ ਕਰਨ ਨਾਲ ਕੋਈ ਫਰਕ ਨਹੀਂ ਪੈਣਾ। ਫਰਕ ਉਦੋਂ ਪੈਣਾ ਜਦੋਂ ਵਾਕਈ ਲੀਡਰਾਂ ਨੂੰ ਲੱਗਣ ਲੱਗਿਆ ਵੀ ਲੋਕ ਉੱਠ ਖੜੇ। ਉਹ ਜਿਹੜੀ ਪ੍ਰੋਬਲਮ ਆ ਨਾ ਬਾਟ ਸਾਹਿਬ, ਮੈਂ ਆਪਣੀ ਪਿਛਲੀ ਕੈਲਕੂਲੇਸ਼ਨ ਜਿੱਥੇ ਮੈਨੂੰ ਤੁਸੀਂ ਰੋਕਤਾ ਸੀ, ਆਪਾਂ ਇਹ ਮੰਨ ਕੇ ਚੱਲੀਏ ਵੀ 100 ਵੋਟਰ ਨੇ ਜੀ, ਜਿਨ੍ਹਾਂ ਨੂੰ ਭਰਮਾਉਣ ਦੀ ਕੋਸ਼ਿਸ਼ ਹੁੰਦੀ ਹੈ ਕਿ ਵੀ ਯਾਰ ਤੁਸੀਂ ਸਾਨੂੰ ਵੋਟਾਂ ਪਾਓ, ਮੈਨੂੰ ਜਿਤਾਓ, ਮੈਨੂੰ ਜਿਤਾਓ। ਇਦਾਂ ਹੀ
100 ਦੇ ਵਿੱਚੋਂ ਇਹ ਤੇ ਗੱਲ ਕਲੀਅਰ ਹੈ ਵੀ 30 ਨੇ ਵੋਟ ਨਹੀਂ ਪਾਉਣੀ, 17 ਨੇ ਪਾਉਣੀ। 17 ਨੇ ਵੋਟ ਪਾਉਣੀ ਆ ਤੇ ਆਪਾਂ ਇਹ ਮੰਨ ਕੇ ਚੱਲੀਏ ਵੀ ਉਹਨਾਂ ਵੋਟਾਂ ਨੂੰ ਘੜੀਸਣ ਦੇ ਲਈ 4 ਪਾਰਟੀਆਂ ਤਾਂ ਹੈਗੀਆਂ। 17 ਨੂੰ ਤੁਸੀਂ ਹੁਣ 4 ਥਾਈਂ ਵੰਡ ਕੇ ਦੇਖੋ ਕਿੰਨਾ ਹੋ ਗਿਆ ਜੀ। ਵੰਡ ਲਿਆ, ਚਲੋ ਅੱਗੇ 17.5 17.5 ਹੋ ਗਿਆ ਯਾਰ, ਮੇਰਾ ਕੈਲਕੂਲੇਟਰ ਮਾੜਾ। 17.5 ਦੂਣਾ 35, 35 ਦੂਣਾ 70। ਵੇਖਿਆ ਮਾਸਟਰ ਬੰਦੇ ਨੂੰ ਤਾਂ ਰੱਖਣ ਨਾਲ। ਹੁਣ 17.5 ਦੇ ਵਿੱਚੋਂ ਵੀ ਸਾਨੂੰ ਇਹ ਪਤਾ ਵੀ ਫਲਾਣੇ ਥਾਂ ਦੇ ਉੱਪਰ ਇੱਥੇ ਪੱਤਾ ਜਿਹੜਾ ਉਹ ਕੋਈ ਵੱਧ ਮੈਂਬਰਾਂ ਵਾਲਾ ਖੇਡ ਦੋ, ਉੱਥੇ ਕੋਈ 2 ਬੰਦੇ ਉਹਦੇ ਮਤਲਬ ਵੋਟਾਂ ਖਰਾਬ ਕਰਨ ਵਾਲੇ। 10% ਤਾਂ ਅਸੀਂ ਖਰਾਬ ਕਰ ਦਿੰਦੇ ਕਿ ਨਹੀਂ ਮੰਨਦੇ? ਬਣਾਓ ਨਾ, ਗੱਲ ਕਰੋ। ਪਈਆਂ 60। 60 ਦੇ ਵਿੱਚੋਂ ਸਾਨੂੰ ਇਹ ਵੀ ਪਤਾ ਵੀ ਬੰਦੇ ਹਰੇਕ ਪਾਰਟੀ ਨਾਲ ਬੱਝੇ ਨੇ। ਕਿਸੇ ਨੇ ਪੰਥ ਨੂੰ ਪਾਉਣੀ, ਉਹਨੇ ਪੰਥ ਨੂੰ ਪਾਉਣੀ। ਕੋਈ ਪੱਕਾ ਕਾਂਗਰਸੀ, ਉਹ ਪੱਕਾ ਕਾਂਗਰਸੀ। ਕੋਈ ਚੇਂਜ ਚਾਹੁੰਦਾ, ਉਹਨੇ ਚੇਂਜ ਲਿਆਉਣੀ, ਉਹਨੂੰ ਆਮ ਆਦਮੀ ਪਾਰਟੀ ਤੋਂ ਪਾਸੇ ਨਹੀਂ ਕਰ ਸਕਦੇ। ਕੋਈ ਬੰਦੇ ਐਸੇ ਉਹ ਕਹਿੰਦੇ ਵੀ ਯਾਰ ਜਿਵੇਂ ਮਰਜ਼ੀ ਹੋ ਜਾਏ, ਮਤਲਬ ਬੀਜੇਪੀ ਹੈ ਨਾ। ਉਹ ਜਿਹੜੇ ਫਿਕਸ ਬੰਦੇ ਨੇ ਉਹ ਆਪਾਂ ਸਾਰਿਆਂ ਨੂੰ ਬਰਾਬਰ ਦੇ ਦੇਣ। 10 ਹੋ ਗਏ 40, ਬਾਕੀ ਬਚੇ 20। ਉਹਨਾਂ 20 ਦੇ ਵਿੱਚ ਆ ਜਿਹੜੀ ਗੇਮ ਤੁਸੀਂ ਘੁਮਾ ਰਹੇ ਹੋ ਨਾ, ਉਹ ਆ ਉਹਨਾਂ 20 ਦੇ ਵਿੱਚ ਹੀ ਇਹ ਕਿਸਾਨ ਆ ਜਾਂਦੇ, 5-7-10% ਉਹ ਹੋਣਗੇ। ਉਹਨਾਂ 20 ਦੇ ਵਿੱਚ ਹੀ ਕੋਈ ਮੁਲਾਜ਼ਮ ਜਥੇਬੰਦੀਆਂ ਆ ਜਾਂਦੀਆਂ, ਕੋਈ ਵਪਾਰੀ ਆ ਜਾਂਦਾ, ਕੋਈ ਕੰਮਕਾਰ ਕਾਰੋਬਾਰੀ ਆ ਜਾਂਦਾ। ਉਹਨਾਂ ਦੇ ਵਿੱਚ ਹੀ ਉਹ ਬੰਦੇ ਆਉਂਦੇ ਜਿਹੜੇ ਬੰਦਿਆਂ ਦੇ ਵੀ ਹਾਂ ਫਿਰ ਕੀ ਦੇਣਾ। ਉਹਨਾਂ ਦੇ ਵਿੱਚ ਹੀ ਉਹ ਬੰਦੇ ਆਉਂਦੇ ਵੀ ਨਹੀਂ ਆਪਾਂ ਧਰਮ ਨੂੰ ਪਾਉਣੀ ਹੈ। ਉਹਨਾਂ ਦੇ ਵਿੱਚ ਹੀ ਉਹ ਬੰਦੇ ਆਉਂਦੇ ਨੇ ਜਿਹੜਾ ਆਂਦਾ ਵੀ ਨਹੀਂ ਆਪਾਂ ਤਾਂ ਫਲਾਣੀ ਚੀਜ਼ ਨੂੰ ਪਾਉਣੀ। ਸੋ ਗੇਮ ਉਹ ਜਿਹੜੀ 20% ਹੈ ਉਹਨੇ ਇੱਧਰ ਉੱਧਰ ਖੜਨੀ ਹੈ। ਐਂਡ ਉਹਨੂੰ ਕਿਵੇਂ ਕਿੱਦਾਂ ਘੁਮਾ ਕੇ ਖਿੱਚ ਕੇ ਲਿਆਉਣਾ, ਇਹਦੀ ਸਾਡੀ ਲੜਾਈ ਹੈ। ਉਮਰੋਂ ਤੁਸੀਂ ਵੱਡੇ ਹੋ, ਤਜਰਬਾ ਬਹੁਤ ਆ, ਫਿਰ ਵੀ ਮੈਂ ਸਤਿਕਾਰ ਸਹਿਤ ਬੇਨਤੀ ਕਰਦਾ ਕਿ ਟੋਪੀ ਲਾ ਕੇ ਹਵਾ ਲਵਾਓ। ਹੁਣ ਮੈਂ ਦੱਸਦਾ, ਇੱਥੇ ਖੜ ਜਾਓ। ਮੈਨੂੰ ਠੰਡ ਲੱਗਦੀ ਯਾਰ, ਦੇਖੋ ਇਹ ਬੰਦਾ ਆ ਪੁਰਾਣਾ ਕੈਨੇਡਾ ਤੇ ਮੈਨੂੰ ਇਹ ਹੈ ਵੀ ਮੈਂ ਇੱਥੇ ਮਤਲਬ ਘੰਟਾ ਬਾਹਰ ਤੁਰਿਆ ਫਿਰ ਆ ਪਹਾੜਾਂ 'ਚ ਬਰਫ਼ ਪਈ, ਇਹ ਗੋਡੇ ਠੰਡ ਆ ਤੇ ਮੁੜ ਕੇ ਮੈਂ ਤਾਂ 4 ਛਿੱਕਾਂ ਮੈਂ ਮਾਰਦੇ ਮੈਨੂੰ ਅਗਲਾ ਚੱਕ ਕੇ ਲੈਣਾ ਵੀ ਕਰੋਨਾ। ਤੁਹਾਡੀ ਕੈਲਕੂਲੇਸ਼ਨ ਮੈਂ 3 ਮਹੀਨੇ ਪਿੱਛੇ ਲੈ ਕੇ ਜਾਣਾ। ਹੁਣ ਗੱਲ ਸੁਣ ਲਿਓ। ਹਾਂਜੀ, ਪੱਛਮੀ ਬੰਗਾਲ 'ਚ ਵੋਟਾਂ ਪਈਆਂ, ਤੁਸੀਂ ਕਿਹਾ ਸੀ ਕਿ 30% ਲੋਕ ਵੋਟਾਂ ਨਹੀਂ ਪਾਉਂਦੇ, ਉੱਥੇ 80% ਤੋਂ ਵੋਟਿੰਗ ਟੱਪੀ। ਪਹਿਲੀ ਗੱਲ। ਦੂਸਰੀ ਗੱਲ, ਉਹਦੇ ਤੋਂ ਬਾਅਦ ਤੁਸੀਂ ਕਿਹਾ 4-5 ਪਾਰਟੀਆਂ ਹੁੰਦੀਆਂ, ਉੱਥੇ ਤ੍ਰਿਣਮੂਲ ਕਾਂਗਰਸ ਵੀ ਸੀ, ਉੱਥੇ ਭਾਜਪਾ। ਮੇਰੀ ਬੇਨਤੀ ਪੰਜਾਬ ਤੇ ਆ ਜਾਓ, ਮੈਂ ਆਪਾਂ ਗੱਲ ਪੰਜਾਬ ਦੀ ਕਰਨੀ, ਫਿਰ ਉਹ ਪੱਛਮੀ ਬੰਗਾਲ ਜਾਣਾ ਨਹੀਂ ਮੈਂ, ਉਹ ਨਿਬੜ ਗਈ ਗੱਲ। ਤੁਸੀਂ ਲੜਦੇ ਪੰਜਾਬ ਦੀ ਉਦਾਹਰਨ ਦਿਓ। ਲੜਦੇ ਪਤਾ ਕਦੋਂ ਨੇ? ਹਾਂ, ਲੜਦੇ ਉਦੋਂ ਗੱਲ ਨਹੀਂ ਆਉਂਦੀ। ਗੱਲ ਸੁਣੋ, ਸਾਨੂੰ ਗੱਲ ਹੁਣ ਪੰਜਾਬ ਦੀ ਕਰਨੀ ਵੀਰ ਜੀ। ਮੈਂ ਪੰਜਾਬ ਦੀ ਕਰਦਾ, ਮੈਨੂੰ ਕੈਲਕੂਲੇਸ਼ਨ ਕਰ ਲੈਣ ਦਿਓ। ਉਹਦੇ ਤੋਂ ਬਾਅਦ ਉੱਥੇ ਤੀਸਰੇ ਕਾਮਰੇਡ ਵੀ ਸੀਗੇ, ਚੌਥੇ ਨੰਬਰ ਦੇ ਉੱਤੇ ਉੱਥੇ ਓਵੈਸੀ ਦੀ ਪਾਰਟੀ ਵੀ ਸੀ, ਬਹੁਤ ਸਾਰੀਆਂ ਧਿਰਾਂ ਸੀ। ਹੁਣ ਜਿੰਨੀਆਂ ਵੀ ਧਿਰਾਂ ਸੀ, ਤੁਸੀਂ ਉਹਦੇ ਵਿੱਚੋਂ ਦੇਖੋ ਕਿ ਥੋੜੇ ਸਮੇਂ ਦੇ ਵਿੱਚ ਹੀ ਲੋਕਾਂ ਨੇ ਕਿੱਧਰਲੇ ਪਾਸੇ ਨੂੰ ਗੱਲ ਲਈ। ਬੀਬੀ ਤੀਸਰੀ ਵਾਰੀ ਮੁੱਖ ਮੰਤਰੀ ਬਣੀ ਹੈ, ਵੋਟਾਂ ਘਟੀਆਂ, ਉੱਥੇ ਕਿਤੇ ਪੈਸਾ ਥੋੜਾ ਚੱਲਿਆ ਹੋਣਾ, ਉੱਥੇ ਕਿਤੇ ਥੋੜੀਆਂ ਚੀਜ਼ਾਂ ਫੜ ਹੋਈਆਂ। ਇੱਕ ਹੋਰ ਉਦਾਹਰਨ ਦੇ ਦੇਣਾ, ਤੁਸੀਂ ਕਹਿੰਦੇ ਨਾ ਕਿ ਲੋਕ ਜੁੜੇ ਹੁੰਦੇ ਆ, ਲੋਕ ਨਹੀਂ ਜੁੜੇ ਹੁੰਦੇ। ਦਿੱਲੀ ਦੇ ਵਿੱਚ ਲੋਕ ਸਭਾ ਦੀਆਂ ਵੋਟਾਂ ਪੈਂਦੀਆਂ ਤੇ 7 ਦੀਆਂ 7 ਸੀਟਾਂ ਜਿਹੜੀਆਂ ਬੀਜੇਪੀ ਦੀਆਂ, ਵਿਧਾਨ ਸਭਾ ਦੀਆਂ ਵੋਟਾਂ ਪੈਣ ਤਾਂ ਸਾਰੀਆਂ ਦੀਆਂ ਸਾਰੀਆਂ ਸੀਟਾਂ ਆਮ ਆਦਮੀ ਪਾਰਟੀ ਦੀਆਂ। ਮੈਂ ਪੰਜਾਬ ਵਾਲੇ ਪਾਸੇ ਤੁਹਾਨੂੰ ਲੈ ਆਉਣਾ। ਤੁਸੀਂ ਕਹਿੰਦੇ ਨਾ ਕਿ ਪੰਜਾਬ 'ਚ ਗੱਲ ਕਰਨੀ ਹੈ। ਪਿਛਲੇ ਸਮੇਂ ਦੇ ਵਿੱਚ ਪੰਜਾਬ ਦੀਆਂ ਕਿੰਨੀਆਂ ਪੰਚਾਇਤਾਂ ਨੇ ਜਿਹੜੀਆਂ ਮਤੇ ਪਾ ਕੇ ਦਿੰਦੀਆਂ ਸੀ ਕਿ ਭਾਈ ਅਸੀਂ ਪਿੰਡ 'ਚ ਠੇਕਾ ਨਹੀਂ ਖੁੱਲਣ ਦੇਣਾ। ਹੋਰ ਨਹੀਂ ਗੱਲ ਕਰ ਲੈ। ਉਹਨੇ ਨਹੀਂ, ਪਿਛਲੀ ਗੱਲ ਮੈਨੂੰ ਦੱਸਿਓ, ਮੈਂ ਤੁਹਾਡੀ ਗੱਲਾਂ ਸਹਿਮਤ, ਮੈਂ ਮੰਨ ਗਿਆ। ਬਾਠ ਸਾਹਿਬ ਨੇ ਕਿਤੇ ਪੈਰ ਥੋੜਾ ਲੱਗਣ ਦੇਣੇ, ਇਹ ਬੰਦਾ ਕਿਤੇ ਮੰਨਦਾ। ਆ ਜਾਓ। ਮੈਂ ਤਾਂ ਸਿਰਫ ਇੰਨੀ ਗੱਲ ਕਰਦਾ ਵੀ ਉਹ ਤੁਸੀਂ ਦਿੱਲੀ ਦੇ ਵਿੱਚ ਜੀ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਤੀਆਂ, ਫਲਾਣੇ ਨੂੰ ਪਾਤੀਆਂ। 2017 'ਚ ਪੰਜਾਬ ਵਾਲਿਆਂ ਨੇ ਕਾਂਗਰਸ ਨੂੰ ਕਿਉਂ ਵੋਟਾਂ ਪਾਈਆਂ ਸੀ ਬਈ? 80 MLA ਕਿਉਂ ਜਿਤਾਏ ਸੀ? ਕਾਂਗਰਸ ਪਾਰਟੀ 'ਚ ਕੀ ਐਸਾ ਖਾਸ ਸੀ, ਦੱਸੋ। ਚਲੋ ਪਹਿਲੀ ਗੱਲ ਇਹ ਕਿ 80 ਕਾਂਗਰਸ ਉਦੋਂ ਜਿੱਤੇ ਨਹੀਂ ਸੀ। ਜੇ ਅਸੀਂ ਗੇਮ ਨਹੀਂ ਖੇਡਦੇ, ਜੇ ਸਾਡੀ ਲੀਡਰਾਂ ਦੀ ਗੇਮ ਨਹੀਂ ਚੱਲਦੀ ਤੇ ਪੰਜਾਬੀਆਂ ਨੇ 2017 'ਚ ਕਾਂਗਰਸ ਕਿਉਂ ਜਿਤਾਈ, ਦੱਸੋ। ਚਲੋ ਮੈਂ ਲੱਗਾ ਦੱਸਣ। ਅਸਲ 'ਚ ਤੁਸੀਂ ਲੀਡਰ ਹੋ, ਤੁਸੀਂ ਜੇ ਸੜਕ ਤੋਂ ਜਾਓ ਨਾ, ਤੁਹਾਨੂੰ ਦਿਸਣੀ ਆ ਕਿ ਆ ਗੁਆਂਢ ਦੇ ਵਿੱਚ ਇੱਥੇ ਰੇਤਾ ਲੱਗਦੀ ਹੈ, ਇੱਥੇ ਖੱਡ ਪਾ ਦਈਏ। ਬੇਨਤੀ ਸੁਣ ਲਿਓ। ਹੁਣ ਤਾਂ ਹੋਰ ਪਾਸੇ ਨਹੀਂ ਕਰਨੀ ਗੱਲ, ਨਹੀਂ ਹੋਰ ਨਹੀਂ ਹੈਗਾ, ਮੈਂ 2 ਦੀ ਪੁਆਇੰਟ ਹੀ ਆਉਣ ਲੱਗਾ। ਆਓ ਜੀ ਦੱਸੋ ਕਿ ਭਾਈ ਇੱਥੇ ਰੇਤਾ ਨਿਕਲ ਸਕਦੀ ਹੈ। ਤੁਸੀਂ ਦੇਖਣਾ ਕਿ ਆਹ ਤਾਂ ਟੱਕ ਬੜਾ ਵਧੀਆ ਜ਼ਮੀਨ ਦਾ, ਇੱਥੇ ਕਲੋਨੀ ਕੱਟੀ ਜਾ ਸਕਦੀ ਆ। ਮੈਂ ਦੱਸਦਾ ਤੁਹਾਨੂੰ 2017 ਦੇ ਵਿੱਚੋਂ ਦੀਦੀ ਹੈ ਕਿ ਕਾਂਗਰਸ ਕਿਉਂ ਜਿੱਤੀ। ਮੈਨੂੰ ਪਤਾ ਕੀ ਨਜ਼ਰ ਆਉਂਦਾ ਕਿ ਪੰਜਾਬ ਦੇ ਕੁੱਲ ਵੋਟਰ ਜਿਨ੍ਹਾਂ ਨੇ ਵੋਟਾਂ ਪਾਈਆਂ ਸੀ, ਉਹਨਾਂ ਨੇ 23% ਤੋਂ ਵੀ ਵੱਧ ਵੋਟਾਂ ਇੱਕ ਉਸ ਪਾਰਟੀ ਨੂੰ ਪਾਈਆਂ ਜਿਹਦਾ ਪੰਜਾਬ 'ਚ ਜਨਮ ਹੋਏ ਨੂੰ ਵੀ ਅਜੇ 2 ਸਾਲ ਹੋਏ ਸੀ। ਇਹਦਾ ਮਤਲਬ ਪਤਾ ਕੀ ਨਿਕਲਦਾ ਸੰਧਾਲੀਆ ਸਾਹਿਬ, ਕਿ ਜੋ ਮਰਜ਼ੀ ਹੋ ਜਾਏ, ਪੰਜਾਬ ਦੇ ਲੋਕ ਹਮੇਸ਼ਾ ਤਬਦੀਲੀ ਦਾ ਰੱਥ ਮੂਹਰੇ ਆ ਕੇ ਹੱਕਦੇ ਆਏ ਆ ਤੇ ਇਹਨਾਂ ਨੇ ਮੂਹਰੇ ਆ ਕੇ ਹੱਕਣਾ। ਹੋਰ ਮੇਰੀ ਬੇਨਤੀ ਸੁਣੋ, ਕਰ ਲਓ। ਹਾਂ, ਹੱਥ ਜੋੜ ਕੇ ਰੱਖੋ। ਹੁਣ ਰੌਲਾ ਕੀ ਸੀ? ਰੌਲਾ ਆ ਕਿ ਉਹਦੇ ਤੋਂ ਬਾਅਦ ਤੁਹਾਨੂੰ ਯਾਦ ਹੋਣਾ ਕਿ ਜਦੋਂ ਪੰਜਾਬ 'ਚ ਨਸ਼ਿਆਂ ਦਾ ਪ੍ਰਕੋਪ ਸਿਖਰ ਤੇ ਸੀ, ਬਹੁਤੀ ਵਾਰੀ ਪੱਥਰ ਪਿਆ ਹੋਵੇ ਨਾ, ਕੋਈ ਬੰਦਾ ਇਹ ਦਾਅਵਾ ਨਹੀਂ ਕਰ ਸਕਦਾ ਕਿ ਮੈਂ ਠਾਹ ਕਰਕੇ ਇਹਦੇ ਉੱਤੇ ਬਦਾਨ ਮਾਰੂੰਗਾ ਤੇ ਪਹਿਲੀ ਵਾਰੀ ਟੁੱਟ ਜੂ ਨਾ। 1 2 3 4 5
ਤਰੇੜਾਂ ਆਉਂਦੀਆਂ ਤੇ ਪੱਥਰ 3 4 5 ਟੁਕੜੇ ਫੇਰ ਹੁੰਦਾ ਹੈ। ਨਸ਼ਿਆਂ ਦਾ ਕੰਮ ਚੱਲਿਆ, ਪੰਜਾਬ 'ਚ ਕਿੰਨੇ ਲੋਕ ਸੀ ਜਿਨ੍ਹਾਂ ਨੇ ਆਪੋ ਆਪਣੇ ਪਿੰਡਾਂ ਦੇ ਵਿੱਚ ਕਮੇਟੀਆਂ ਬਣਾ ਲਈਆਂ, ਤੁਹਾਡੇ ਬੰਦਿਆਂ ਨੇ ਗੋਲੀਆਂ ਚਲਾਈਆਂ, ਤੁਹਾਡੇ ਬੰਦਿਆਂ ਨੇ ਕਮੇਟੀਆਂ ਭੰਗ ਕਰਾਉਣ ਦੀ ਕੋਸ਼ਿਸ਼ ਕੀਤੀ, ਤੁਹਾਡੇ ਬੰਦਿਆਂ ਨੇ ਧਮਕੀਆਂ ਦਿੱਤੀਆਂ, ਗੱਲ ਵੱਖਰੀ ਹੈ। ਉਹਦੇ ਤੋਂ ਬਾਅਦ ਇੱਕ ਬੇਨਤੀ ਹੋਰ ਆਖਰੀ, ਰੇਤਾ ਬਜਰੀ ਦੀ ਮਾਈਨਿੰਗ ਦਾ ਕੰਮ ਸ਼ੁਰੂ ਹੋਇਆ, ਲੋਕ ਪਿੰਡਾਂ ਦੇ ਵਿੱਚ ਉੱਠ ਖਲੋਤੇ ਸੀ ਨਾ ਕਿ ਭਾਈ ਇੱਥੋਂ ਟਿੱਪਰ ਨਹੀਂ ਲੰਘਣ ਦੇਣੇ। ਇਹਦਾ ਮਤਲਬ ਕੀ ਆ ਕਿ ਤੁਸੀਂ ਦੱਬੀ ਜਾਂਦੇ ਹੋ ਪਰ ਲੋਕ ਦੱਬਦੇ ਨਹੀਂ, ਆਖਰ ਇੱਕ ਦਿਨ ਆ ਜਾਣਾ। ਉਹ ਮੈਂ ਹੁਣੇ ਮੇਰੀ ਗੱਲ ਦਾ ਜਵਾਬ ਦਿੱਤਾ ਬੰਦੇ ਨੇ, ਤੁਸੀਂ ਕਮੈਂਟ ਜ਼ਰੂਰ ਕਰਿਓ ਯਾਰ, ਕਰ ਦਿਓ ਜੀ, ਕਰ ਦਿਓ। ਮੈਂ ਕਹਿ ਰਿਹਾ ਵੀ ਇਹੀ ਤਾਂ ਗੇਮ ਹੈ ਜਿਹੜੀ ਅਸੀਂ ਘੁਮਾ ਲਈਦੀ ਹੈ, ਤੇ ਇਹ ਗੇਮ ਸਾਨੂੰ ਘੁਮਾਉਣੀ ਆਉਂਦੀ ਹੈ, ਇਹ ਬੰਦਾ ਮੰਨਣ ਨੂੰ ਤਿਆਰ ਨਹੀਂ। ਹੁਣ ਤੁਸੀਂ ਕਿਹਾ ਵੀ ਉਹ ਜੀ ਇੰਨੇ % ਤੇ 19% ਤੇ ਫਲਾਨੇ % ਤੇ 23% ਨੇ ਉਹਨਾਂ ਨੂੰ ਪਾਤੀ। ਉਹ ਮੈਂ ਤਾਂ ਹੁਣੇ ਤੁਹਾਨੂੰ ਵੰਡ ਕੇ ਹਟਿਆ ਵੀ 10 ਸਾਨੂੰ ਪਤਾ ਇੱਧਰ ਜਾਣੇ ਹੀ ਆ, 10 ਇੱਧਰ ਜਾਣੇ ਆ, 10 ਉੱਧਰ ਜਾਣੇ, ਉਹ ਥੋੜੇ ਜਿਹੇ % ਹੁੰਦੀ ਹੈ ਜਿਹਨੂੰ ਆਪਾਂ ਗੇਮ ਘੁਮਾਉਣੀ। ਅੱਛਾ, ਉਸੇ ਗੇਮ ਨੂੰ ਸੈੱਟ ਕਰਕੇ ਤੇ ਅਸੀਂ ਆਪਣੀ ਰਾਜ ਕਰਨ ਵਾਲਾ ਕੰਮ ਬਣਾ ਲਈਦਾ। ਹੁਣ ਦੇਖੋ 2017 'ਚ ਪੰਜਾਬੀਆਂ ਨੇ ਕਾਂਗਰਸ ਨੂੰ ਕਿਉਂ ਵੋਟਾਂ ਪਾਈਆਂ, ਤੁਹਾਡੇ ਕੋਲ ਕੋਈ ਜਵਾਬ ਨਹੀਂ ਸੀ। ਹੁਣ ਜਿਹੜੀ ਗਾਂਹ ਵੀ ਵੋਟਾਂ ਲਈਆਂ ਜਾਣਗੀਆਂ, ਜਿਹਨੂੰ ਵੀ ਪੈਣਗੀਆਂ, ਉਹਦੇ 'ਚ ਪੰਜਾਬੀਆਂ ਨੂੰ ਫਿਰ ਸਮਝ ਨਹੀਂ ਲੱਗਣੀ ਵੀ ਉਹਨਾਂ ਨੇ ਕਿਉਂ ਵੋਟਾਂ ਪਾਈਆਂ। ਇਹ ਗੱਲ ਪੱਕੀ ਆ, ਨਹੀਂ ਲੱਗਣੀ ਨਾ। ਮੈਨੂੰ ਇੱਕ ਗੱਲ ਦੱਸੋ ਕਿ ਪਿਛਲੇ 6.5 ਮਹੀਨਿਆਂ ਤੋਂ ਆ ਜਿਹੜੇ ਦਿੱਲੀ ਨੂੰ ਟਰਾਲੀਆਂ ਭਰ ਕੇ ਜਾਈ ਜਾਂਦੇ, ਉਹਨਾਂ ਨੂੰ ਕੋਈ ਸਮਝ ਨਹੀਂ ਲੱਗਦੀ। ਮੇਰੀ ਗੱਲ ਸੁਣ ਲਿਓ, ਜਿਹੜੇ ਲੋਕ ਪਿੰਡਾਂ ਦੇ ਵਿੱਚੋਂ ਬਿਨਾਂ ਕਿਸੇ ਲੀਡਰ ਦੇ ਕਹੇ ਦੇ ਉੱਤੇ ਕਦੇ ਕਣਕ ਇਕੱਠੀ ਕਰਦੇ ਆ, ਕਦੇ ਦਾਲ ਇਕੱਠੀ ਕਰਦੇ ਆ, ਕਦੇ ਪੱਖੀਆਂ ਭੇਜਦੇ ਆ, ਕਦੇ ਖੇਸੀਆਂ ਭੇਜਦੇ ਆ, ਕਦੇ ਮੱਛਰਦਾਨੀਆਂ ਭੇਜਦੇ ਆ, ਕਦੇ ਟੈਂਟ ਭੇਜਦੇ ਆ, ਬੀਬੀਆਂ ਵੀ ਤੁਰੀਆਂ ਆ, ਬੱਚੇ ਵੀ ਤੁਰੇ ਆ, ਮਜ਼ਦੂਰ ਵੀ ਤੁਰੇ ਆ, ਸਾਰੇ। ਇਹਦਾ ਮਤਲਬ ਕੋਈ ਸਮਝ ਨਹੀਂ ਆ। ਤੁਸੀਂ ਆ ਸ਼ਬਦ ਵਾਪਸ ਤੁਹਾਨੂੰ ਲੈਣੇ ਪੈਣਗੇ ਕਿ ਭਾਈ ਸਮਝ ਨਹੀਂ ਲੱਗਦੀ? ਨਹੀਂ, ਉਹਨਾਂ ਨੂੰ ਬੜੀ ਵਧੀਆ ਸਮਝ ਲੱਗਦੀ, ਕਿਉਂਕਿ ਉਹ ਜਿਹੜਾ ਕੰਮ ਕਰਨ ਡਿਆ ਉਸ ਚੀਜ਼ ਦੀ ਉਹਨੂੰ ਬਹੁਤ ਵਧੀਆ ਸਮਝ ਆ। ਅੱਛਾ, ਪਰ ਜਿਹੜਾ ਕੰਮ ਅਸੀਂ ਕਰਾਉਣਾ ਵੋਟ ਪਾਉਣ ਵਾਲਾ, ਉਹਦੀ ਉਹਨਾਂ ਨੂੰ ਸਮਝ ਨਹੀਂ ਲੱਗਣੀ। ਇਹ ਗੱਲ ਪੱਕੀ ਹੈ। ਮਹਾਰਾਜ ਇੱਕ ਵਾਰੀ ਗੱਲ ਸੁਣੋ, ਪੰਜਾਬ ਦੇ ਵਿੱਚ ਬਹੁਤ ਕੁਝ ਹੋਇਆ, ਇੱਥੇ ਡੇਰਿਆਂ ਦੇ ਕਰਕੇ ਲੜਾਈਆਂ ਕਰਾਉਣ ਦੀ ਕੋਸ਼ਿਸ਼ ਕੀਤੀ, ਪਰ ਲੋਕ ਸਮਝ ਗਏ। ਚਲੋ ਇੱਕ ਮੈਂ ਹੋਰ ਤੁਹਾਨੂੰ ਗੱਲ ਦੱਸਣਾ, ਕਿਉਂਕਿ ਆਪਣਾ ਸਮਾਂ ਥੋੜਾ ਰਹੀ ਜਾਂਦਾ, ਮਸਲੇ ਰਹਿ ਜਾਣੇ ਵਿੱਚ ਹੀ। ਵੇਖੋ ਇੱਕ ਚੀਜ਼ ਮੈਂ ਦੱਸ ਦਿਆਂ, ਕੈਨੇਡਾ ਦੀ ਗਲੀ 'ਚ ਪਾਣੀ ਖਲੋਤਾ ਭਾਊ, ਇਹ ਦੱਸ ਦਈਏ। ਮੈਂ ਕਿਹਾ ਵੀ ਦੱਸ ਦੋ ਭਾਈ, ਤੇ ਮੈਂ ਇਹ ਵੀ ਦੱਸ ਦਿਆਂ ਕਿ ਪਿਛਲੇ ਪਾਸੇ ਦੁਕਾਨ ਆ, ਰੈਸਟੋਰੈਂਟ ਆ, ਪਰ ਉਹਦੇ ਬਾਹਰ ਉਹਨਾਂ ਨੇ ਆ ਦੇਖੋ ਆ ਸਾਰਾ ਕੁਝ ਲਾਇਆ। ਇਹ ਨਹੀਂ ਕਿ ਇੱਥੇ 4 ਕੁਰਸੀਆਂ ਜਿਹੜੀਆਂ ਹੋਰ ਰੱਖਦੇ ਹੀ। ਨਹੀਂ, ਮੈਨੂੰ ਐ ਸੀ ਵੀ ਮੈਂ ਕਿਹਾ ਵੀ ਤੁਸੀਂ ਹੁਣ ਪੁਰਾਣੇ ਕੈਨੇਡਾ ਆ, ਮੈਂ ਦੱਸਦਾ ਵੀ ਕੈਨੇਡਾ ਵਾਲੀ ਗਲੀ 'ਚ ਵੀ ਪਾਣੀ ਖਲੋ ਜਾਂਦਾ ਕਿ ਵੇਲੇ ਮੀਂਹ ਪਿਆ ਹੋਵੇ। ਮੈਂ ਵੈਸੇ ਤੁਹਾਡੇ ਇਲੈਕਸ਼ਨ ਹੈ ਨਹੀਂ ਗੀ ਇੱਥੇ, ਤੁਸੀਂ ਉਮੀਦਵਾਰ ਨਹੀਂ ਹੈਗੇ, ਐਵੇਂ ਕਮੀਆਂ ਨਹੀਂ ਗੱਡੀ ਦੀਆਂ। ਨਹੀਂ, ਮੈਨੂੰ ਤਾਂ ਸੀ ਵੀ ਅਸੀਂ ਇੱਥੇ ਪ੍ਰੀਮਿਕਸ ਪਵਾ ਦਿਆਂਗੇ, ਸਾਨੂੰ ਅਗਰ ਵੋਟਾਂ। ਇਹ ਦੇਖੋ ਜੀ, ਆ ਫਰਕ ਪਤਾ ਕੀ ਆ, ਇਸ ਬੰਦੇ ਨੇ ਗਲੀ 'ਚ ਖੜਾ ਪਾਣੀ ਦੇਖ ਲਿਆ, ਪਰ ਇਹ ਨਹੀਂ ਦੱਸਿਆ ਕਿ ਇੱਥੇ ਸਾਈਕਲ ਵਾਲੇ ਨੂੰ ਸਭ ਤੋਂ ਵੱਧ ਇੰਪੋਰਟੈਂਸ ਦਿੱਤੀ ਜਾਂਦੀ ਹੈ। ਹਰ ਦੁਕਾਨ ਦੇ ਮੂਹਰੇ ਸਾਈਕਲ ਖੜਾ ਕਰਨ ਦੇ ਲਈ ਇੱਕ ਵੱਖਰਾ ਸਟੈਂਡ ਹੈ, ਤੇ ਜਿਹੜਾ ਬੰਦਾ ਸਾਈਕਲ ਚਲਾਉਂਦਾ ਐਨ ਮੁੱਛ ਖੜੀ ਕਰਕੇ ਚਲਾਉਂਦਾ ਕਿ ਭਾਈ ਮੈਂ ਸਾਈਕਲ ਤੇ ਆ। ਉਹ ਯਾਰ ਚਲਾ ਲਓ, ਮੈਂ ਕਿਤੇ ਸਾਈਕਲ ਖੋਲਿਆ ਕਿਸੇ ਕੋਲੋਂ? ਨਹੀਂ, ਚੰਗੀ ਗੱਲ ਵੀ ਦੱਸੋ ਨਾ। ਮੈਂ ਤਾਂ ਸਿਰਫ ਗੱਲ ਕੀਤੀ ਆ ਵੀ ਵੀਰ ਜੀ ਆਹ ਦੇਖੋ ਇੱਥੇ ਪਾਣੀ ਖਲੋਂਦਾ, ਸਾਡੇ ਕੋਲੇ ਸਾਡੀ ਟਾਈਲਾਂ ਵਾਲੀ ਫੈਕਟਰੀ ਆ, ਇਹਨਾਂ ਕੋਲੋਂ ਠੇਕਾ ਦਵਾਓ ਮੈਨੂੰ, ਆਪਾਂ ਲਵਾ ਦੇਣੇ ਇੱਥੇ ਨਵੀਆਂ ਟਾਈਲਾਂ ਲਵਾ ਦੇ, ਇੰਟਰਲੌਕ। ਨਹੀਂ ਚਲੋ ਠੀਕ ਹੈ, ਉਦਘਾਟਨ ਮੈਂ ਖੁਦ ਕਰਨਾ ਆਊਂਗਾ। ਆਪ? ਹਾਂ, ਆਪ ਹੀ। ਹਾਂ। ਅੱਛਾ, ਚਲੋ ਸੰਧਾਲੀਆ ਸਾਹਿਬ, ਕੈਪਟਨ ਅਮਰਿੰਦਰ ਸਿੰਘ ਹੋਰੀ ਆਪਣੀ ਕਮੇਟੀ ਦੇ ਕੋਲੋਂ ਵਾਪਸ ਆ ਗਏ ਆ। ਉਹ ਕਹਿੰਦੇ ਜੀ ਮੈਂ ਆਪਣਾ ਪੱਖ ਸਾਰਾ ਰੱਖ ਦਿੱਤਾ। ਇੱਕ ਦਿਨ ਦੇ ਬਾਅਦ ਹੁਣ ਰਿਪੋਰਟ ਜਿਹੜੀ ਆ ਬੀਬੀ ਸੋਨੀਆ ਗਾਂਧੀ ਦੇ ਕੋਲ ਚਲੀ ਜਾਣੀ ਆ, ਤੇ ਸੰਭਾਵਨਾ ਇਹ ਪੈਦਾ ਹੋ ਰਹੀ ਹੈ ਕਿ ਕਾਂਗਰਸ ਪਾਰਟੀ ਦਾ ਸੂਬਾ ਪ੍ਰਧਾਨ ਜਾਨੀ ਕਿ ਜਾਖੜ ਸਾਹਿਬ ਜਿਹੜੇ ਆ ਉਹ ਵੀ ਬਦਲੇ ਜਾ ਸਕਦੇ ਆ। ਇਹਦੇ ਤੋਂ ਬਿਨਾ ਇੱਕ ਹੋਰ ਜਿਹੜੀ ਸੰਭਾਵਨਾ ਬਣਦੀ ਹੈ ਉਹ ਇਹ ਬਣਦੀ ਆ ਕਿ 2 ਉਪ ਮੁੱਖ ਮੰਤਰੀ ਤੇ ਮੰਤਰੀ ਮੰਡਲ ਦੇ ਵਿੱਚ ਤਬਦੀਲੀ ਕਰਕੇ ਥੋੜੇ ਜਿਹਾ ਬੰਦੇ ਨਵੇਂ ਜਿਹੜੇ ਆ ਉਹਨਾਂ ਨੂੰ ਮੰਤਰੀ ਵੀ ਲਾਇਆ ਜਾ ਸਕਦਾ। ਹੁਣ ਇਹ ਵੀ ਪਤਾ ਲੱਗਿਆ ਕਿ ਦੌੜ ਤੇਜ਼ ਹੋ ਗਈ ਹੈ, ਤੇ ਦੋਨੇ ਪਾਸੇ ਵੀ ਜਿਹੜੇ ਹੱਥ ਰੱਖਦੇ ਸੀ ਕਈ ਬੰਦੇ, ਉਹਨਾਂ ਨੇ ਦੋਨੇ ਪਾਸਿਓਂ ਪ੍ਰੈਸ਼ਰ ਪਾਉਣਾ ਸ਼ੁਰੂ ਕਰਤਾ ਕਿ ਭਾਈ ਕੁਰਸੀ ਦੇ ਉੱਤੇ ਮੈਨੂੰ ਬਿਠਾ ਦਿਓ ਤਾਂ ਚੰਗਾ। ਇਹਦੇ 'ਚ ਆਪਾਂ ਇੱਕ ਚੀਜ਼ ਐਡ ਕਰੀਏ, ਹੈ ਤਾਂ ਇਹ ਵੀ ਕੰਸੋ ਹੀ। ਕੰਸੋ ਇਹ ਆ ਕਿ ਵੀ ਕੈਪਟਨ ਸਾਹਿਬ ਨੇ ਜਾਖੜ ਸਾਹਿਬ ਦੇ ਹੱਕ ਦੇ ਵਿੱਚ ਥੋੜੀ ਜੀ ਮਤਲਬ ਪਿੱਚ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਪੰਜਾਬ ਦੇ ਵਿੱਚ ਹਿੰਦੂ ਸਿੱਖ ਏਕਤਾ ਦਾ ਮੈਟਰ ਬਹੁਤ ਹੁੰਦਾ, ਤੇ ਇੱਕ ਹਿੰਦੂ ਪਰਿਵਾਰ ਦੇ ਵਿੱਚੋਂ ਜਾਂ ਹਿੰਦੂ ਬਰਾਦਰੀ ਦੇ ਵਿੱਚੋਂ ਜੇ ਆਪਾਂ ਕਾਂਗਰਸ ਦਾ ਮੁਖੀ ਰੱਖਦੇ ਹਾਂ, ਉਹਨਾਂ ਨੂੰ ਵੀ ਜਗ੍ਹਾ ਮਿਲ ਜਾਂਦੀ ਹੈ, ਤੇ ਜੇ ਉਪ ਮੁੱਖ ਮੰਤਰੀ ਜਾਂ ਮੰਤਰੀਆਂ ਨੂੰ ਹੋਰ ਵਿੱਚ ਐਡ ਕਰਨਾ ਤੇ ਫਿਰ ਆਪਾਂ ਦਲਿਤ ਭਾਈਚਾਰੇ ਨੂੰ ਵੀ ਉਹਦੇ ਵਿੱਚ ਨੁਮਾਇੰਦਗੀ ਦੇ ਦਈਏ, ਤਾਂ ਜਿਹੜਾ ਬੈਲੈਂਸ ਆ ਉਹ ਬਣਿਆ ਰਹੇ। ਇਹ ਗੱਲ ਹੋਈ ਲੱਗਦੀ ਹੈ। ਹੁਣ ਇਹਦਾ ਰਿਜ਼ਲਟ ਕੀ ਨਿਕਲਦਾ ਇਹ ਦੱਸੂ ਟਾਈਮ। ਸੰਧਾਲੀਆ ਸਾਹਿਬ, ਮੈਨੂੰ ਇੱਕ ਕੈਪਟਨ ਸਾਹਿਬ ਦਾ ਬਿਆਨ ਜਿਹੜਾ ਉਹਨਾਂ ਨੇ ਮੀਡੀਆ ਦੇ ਸਾਹਮਣੇ ਆ ਕੇ ਦਿੱਤਾ, ਉਹ ਕਹਿੰਦੇ ਜੀ 84% ਵਾਅਦੇ ਪੂਰੇ ਕਰਤੇ ਆ, 16 ਰਹਿ ਗਏ ਆ, 6 ਮਹੀਨਿਆਂ ਦੇ ਵਿੱਚ 16% ਵੀ ਪੂਰੇ ਕਰ ਦੇਣੇ ਆ। ਇਹ ਹੁਣ ਪੰਜਾਬ ਦੇ ਲੋਕ ਜਿਹੜੇ ਨੇ ਉਹ ਖੁਦ ਤੈਅ ਕਰਨਗੇ। ਮੈਨੂੰ ਇਹ ਨਹੀਂ ਸੀ ਸਮਝ ਆਉਂਦੀ ਕਿ ਜੇ 84% ਵਾਅਦੇ ਪੂਰੇ ਕਰ ਦਿੱਤੇ ਆ, 84%,
ਫਿਰ ਪੰਜਾਬ ਦੇ ਆਪਣੀ ਹੀ ਉਹਨਾਂ ਦੀ ਪਾਰਟੀ ਦੇ ਵਿਧਾਇਕ ਜਾ ਕੇ ਰੇਤਾ ਬਜਰੀ ਦਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ, ਕਦੇ ਨਸ਼ੇ ਦਾ, ਕਦੇ ਅਫਸਰਸ਼ਾਹੀ ਦੇ ਭਾਰੂ ਹੋਣ ਦਾ, ਕਦੇ ਕਿਸੇ ਹੋਰ ਚੀਜ਼ ਦਾ, ਕਦੇ ਸ਼ਰਾਬ ਦੇ ਠੇਕਿਆਂ ਦਾ, ਵੀ ਉਹ ਸਾਰਾ ਮਸਲਾ ਫਿਰ ਉਹ ਕਿਹੜੀਆਂ ਫਾਈਲਾਂ ਚੱਕੀ ਫਿਰਦੇ ਸੀ ਕਿ ਭਾਈ ਕੰਮ ਨਹੀਂ ਹੋਇਆ। ਜੇ 84% ਵਾਅਦੇ, ਮੈਂ ਤਾਂ ਕਹਿੰਦਾ ਕਿ ਜੇ 70% ਵਾਅਦੇ ਵੀ ਪੂਰੇ ਹੋ ਗਏ ਤਾਂ ਕਾਂਗਰਸ ਪਾਰਟੀ ਦੇ ਕਿਸੇ ਵਿਧਾਇਕ ਨੂੰ ਚੂੰ ਨਹੀਂ ਕਰਨੀ ਚਾਹੀਦੀ, ਉਹ ਵੀ ਹਾਈ ਕਮਾਂਡ ਦੇ ਮੂਹਰੇ ਜਾ ਕੇ। ਨਹੀਂ ਗੱਲ ਤੁਹਾਡੀ ਠੀਕ ਹੈ, ਪਰ ਇਹਦਾ ਜਵਾਬ ਮੈਂ ਦੇ ਸਕਦਾ ਕਿਉਂਕਿ ਮੈਂ ਰਿਹਾ ਥੋੜਾ ਜਿਹਾ ਮੀਡੀਓਕਰ ਜਿਹੇ ਵਿਦਿਆਰਥੀ ਨਹੀਂ ਜਿਹੜੇ ਹੁੰਦੇ ਵੀ ਜਦੋਂ ਇੱਕ ਰਾਂ ਕੁਐਸਚਨ ਪੇਪਰ ਆ ਗਿਆ ਤੇ ਸਭ ਤੋਂ ਪਹਿਲਾਂ ਉਹਦਾ ਕੰਮ ਹੁੰਦਾ ਵੀ ਸੌਖੇ ਸਵਾਲ ਕਰ ਲਓ ਜੀ। ਸੋ ਮੈਨੂੰ ਇਹ ਵੀ ਲੱਗਦਾ ਵੀ ਕੈਪਟਨ ਸਾਹਿਬ ਨੇ ਸੌਖੇ ਜਿਹੜੇ ਇਸ ਵਕਤ ਸਵਾਲ ਸਾਰੇ ਕਰ ਲਏ ਆ। ਉਹ ਜਿਹੜੇ ਮੁੱਖ ਸਵਾਲ ਨੇ 14% ਵਾਲੇ ਉਹ ਵੱਡੇ ਸਵਾਲ ਆ, 15 ਨੰਬਰ ਵਾਲੇ, ਯਾਨੀ ਇੱਕ ਨੰਬਰ ਵਾਲੇ ਕਰ ਲਿਆ ਸਾਰੇ, ਇੱਕ ਨੰਬਰ ਵਾਲੇ ਸਾਰੇ ਕਰ ਲਏ। ਗਿਣਾ ਦਿਓ 15 ਨੰਬਰ ਵਾਲੇ ਉਹਨਾਂ ਨੇ। ਤੁਸੀਂ ਲੀਡਰ ਬੰਦਿਆਂ ਗਿਣਾ ਦਿਓ ਕਿਹੜੇ ਜਿਹੜੇ ਇੱਕ ਨੰਬਰ ਵਾਲੇ। ਯਾਰ ਦੇਖੋ ਉਹਨਾਂ ਨੇ 5500 ਕੀਤੀ ਹੈ ਆਪਣਾ। ਯਾਰ ਮੇਰੀ ਗੱਲ ਸੁਣੋ ਇੱਕ ਮਿੰਟ, ਮੈਨੂੰ ਉਹਨਾਂ ਦਾ ਨੁਮਾਇੰਦਾ ਗੱਲ ਹੀ ਬਣਾਈ ਜਾਂਦੇ। ਨਹੀਂ ਤੁਸੀਂ ਸਾਰਿਆਂ ਦੇ ਨੁਮਾਇੰਦੇ, ਦੇਖੋ ਤੁਹਾਡਾ ਕੰਮ ਨਹੀਂ ਬਣਾਉਣਾ ਅੱਜ ਫਿਰ ਆ ਜਾਓ। ਦੇਖੋ ਗੱਲ ਹੈ ਵੀ ਪੈਨਸ਼ਨ ਜਿਹੜੀ ਹੈ ਉਹ ਆਪਾਂ ਕਰਤੀ 1500 ਮਿਲਣੀ ਅਗਲੇ ਮਹੀਨੇ ਤੋਂ, ਠੀਕ ਹੈ ਜੀ। 51000 ਸ਼ਗਨ ਕਰਤਾ, ਮਿਲਣਾ ਅਗਲੇ ਮਹੀਨੇ ਤੋਂ। ਵਾਹ ਜੀ। ਆਹ ਮੁਲਾਜ਼ਮਾਂ ਨੂੰ 6ਵੇਂ ਤਨਖਾਹ ਕਮਿਸ਼ਨ ਦੀਆਂ ਉਹ ਦੇਣੀਆਂ ਸੀ, ਉਹ ਅਜੇ 2 ਮਹੀਨੇ ਗਾਂਹ ਛੱਡ ਕੇ ਮਿਲਣਾ। ਫਿਰ ਉਦੋਂ ਬਾਅਦ ਆਪਾਂ ਕਿਹਾ ਸੀ ਵੀ ਆਪਾਂ ਰੋਜ਼ਗਾਰ ਦੇਣਾ, ਉਹ ਕਾਂਗਰਸ ਦੇ ਕਿੰਨੇ ਪਰਿਵਾਰਾਂ 'ਚ ਅਸੀਂ ਦੇਤਾ, ਦੇਖ ਲਓ। ਇੱਕ ਤਿਆਰੀ ਵੀ ਹੈਗਾ, ਇੱਕ ਗਾਂ ਤਿਆਰੀ ਵੀ ਹੈ ਜੀ। ਤੇ ਹੋਰ ਤੁਸੀਂ ਦੱਸੋ ਕਿਹੜੀ ਚੀਜ਼ ਦੀ ਕਮੀ? ਮੈਂ ਤਾਂ ਸੋਚ ਰਿਹਾ ਸੀ ਸੰਧਾਲੀਆ ਸਾਹਿਬ ਜਿਨ੍ਹਾਂ ਦੇ ਵਾਲੀ ਵੈਕਸੀਨ ਸਹੀ ਵਾਪਸ ਮੰਗਾ ਲਈ ਹੈ, ਹਸਪਤਾਲਾਂ ਜਿਹੜੀ ਦਿੱਤੀ ਸੀ। ਦੇਖੋ ਮੈਨੂੰ ਲੱਗਦਾ ਕਿ ਜਿਹੜੀਆਂ ਗੱਡੀਆਂ 'ਚ ਭੇਜੀਆਂ ਸੀ ਉਹ ਬੈਕ ਲਵਾ ਕੇ ਨਾਲ ਸਟਾਰਟ ਹੀ ਖੜੀਆਂ ਕੀਤੀਆਂ ਹੋਣੀਆਂ ਵੀ ਜੇ ਰੌਲਾ ਪਿਆ ਕਿਤੇ। ਹੁਣ ਕਰੋਨਾ ਵਾਲੀ ਵੈਕਸੀਨ ਤੇ ਆਏ ਹੋ। ਹਾਂਜੀ। ਭਾਰਤੀ ਜਨਤਾ ਪਾਰਟੀ ਨੂੰ ਪਿਛਲੇ 8 ਮਹੀਨਿਆਂ ਦੇ ਵਿੱਚ ਸੰਧਾਲੀਆ ਸਾਹਿਬ ਪਹਿਲੀ ਵਾਰੀ ਮੌਕਾ ਮਿਲਿਆ। ਜਦੋਂ ਦਾ ਕਿਸਾਨ ਅੰਦੋਲਨ ਚੱਲਦਾ ਸੀ ਪੰਜਾਬ ਦੇ ਵਿੱਚ ਚੂੰ ਨਹੀਂ ਸੀ ਹੁੰਦੀ ਕਿ ਭਾਈ ਆਪਾਂ ਹੁਣ ਹਮਲਾ ਕਰੀਏ। ਆ ਜਿਹੜੀ ਵੈਕਸੀਨ ਪ੍ਰਾਈਵੇਟ ਹਸਪਤਾਲਾਂ ਨੂੰ ਭੇਜੀ ਸੀ, ਉਸ ਮੁੱਦੇ ਤੇ ਸਭ ਤੋਂ ਪਹਿਲਾਂ ਤਾਂ ਦੇਖੋ ਕੇਂਦਰ ਸਰਕਾਰ ਦੇ ਮੰਤਰੀ ਪ੍ਰਕਾਸ਼ ਜਾਵੜੇਕਰ ਬੋਲੇ ਸੀ ਨਾ ਜੀ ਕਿ ਭਾਈ 400 ਦੀ ਖਰੀਦ ਕੇ ਦਵਾਈ ਹਸਪਤਾਲਾਂ ਨੂੰ 1050 ਰੁਪਏ ਦੀ ਵੇਚ ਦਿੱਤੀ, ਪੰਜਾਬ ਦੇ ਲੋਕਾਂ ਨਾਲ ਧੋਖਾ ਹੋਇਆ। ਹੁਣ ਕੇਂਦਰ ਸਰਕਾਰ ਦੇ ਮੰਤਰੀ ਹਰਦੀਪ ਸਿੰਘ ਪੁਰੀ ਬੋਲੇ ਆ, ਜਾਣੀ ਕਿ 48 ਘੰਟਿਆਂ ਦੇ ਵਿੱਚ ਜੇ ਕੇਂਦਰ ਸਰਕਾਰ ਦਾ ਦੂਸਰਾ ਮੰਤਰੀ ਪੰਜਾਬ ਦੀ ਸਰਕਾਰ ਦੇ ਉੱਤੇ ਭਰਾਊ ਹੋਇਆ ਤੇ ਇਹਦਾ ਮਤਲਬ ਹੈ ਕਿ ਇਸ ਮੁੱਦੇ ਨੂੰ ਲੈ ਕੇ ਹੁਣ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਵਾਲੇ ਜਿਹੜੇ ਆ ਨਾ ਉਹ ਕਿਤੇ ਨਾ ਕਿਤੇ ਸਰਗਰਮੀ ਕਰਨ ਦੀ ਕੋਸ਼ਿਸ਼ ਕਰਨਗੇ। ਹੁਣ ਪੁਰੀ ਸਾਹਿਬ ਨੇ ਕਿਹਾ ਪਤਾ ਕੀ, ਉਹ ਕਹਿੰਦੇ ਜੀ ਦੇਖੋ 400 ਦੀ ਦਵਾਈ ਲਈ ਮੁਹਾਲੀ ਦੇ ਹਸਪਤਾਲਾਂ ਨੇ 3500 ਰੁਪਏ ਦਾ ਟੀਕਾ ਲੋਕਾਂ ਨੂੰ ਲਾਇਆ, ਯਾਨੀ ਕਿ ਹਰ ਟੀਕੇ ਦੇ ਪਿੱਛੇ 3100 ਰੁਪਈਆ ਜਿਹੜਾ ਉਹ ਵੱਧ ਵਸੂਲਿਆ ਸੀ। ਹੁਣ 3100 ਰੁਪਈਆ ਵੱਧ ਵਸੂਲਿਆ ਤਾਂ ਉਹ ਕਹਿੰਦੇ ਇਨਕੁਆਇਰੀ ਹੋਣੀ ਚਾਹੀਦੀ ਹੈ, ਪਤਾ ਲੱਗਣਾ ਚਾਹੀਦਾ ਹੈ ਕਿ ਮਾਹੌਲ ਜਿਹੜਾ ਉਹ ਕਿੱਧਰਲੇ ਪਾਸੇ ਨੂੰ ਜਾਂਦਾ ਹੈ। ਹੁਣ ਸੰਧਾਲੀਆ ਸਾਹਿਬ ਇਹਦਾ ਮਤਲਬ ਹੈ ਕਿ ਬੀਜੇਪੀ ਨੂੰ ਇੱਕ ਮੌਕਾ ਲੱਭ ਪਿਆ, ਪੰਜਾਬ ਦੀ ਸਰਕਾਰ ਨੇ ਖੁਦ ਦੇ ਦਿੱਤਾ ਕਿ ਭਾਈ ਇਸ ਮੁੱਦੇ ਦੇ ਉੱਤੇ ਹੁਣ ਤੁਸੀਂ ਕਿਤੇ ਨਾ ਕਿਤੇ ਸਰਗਰਮੀ ਜਿਹੜੀ ਕਰ ਸਕਦੇ ਆ ਤੇ ਦੇਖਦੇ ਆ ਕਿ ਮੁੱਦਾ ਭਾਰਤੀ ਜਨਤਾ ਪਾਰਟੀ ਦੇ ਪੰਜਾਬ 'ਚ ਪੈਰ ਲਾਉਣ 'ਚ ਕਾਮਯਾਬ ਹੁੰਦਾ ਕਿ ਨਹੀਂ ਹੁੰਦਾ। ਬਿਲਕੁਲ ਸੀ। ਇੱਥੇ ਮੈਂ ਮਾੜਾ ਜਿਹਾ ਜ਼ਰੂਰ ਬਾਠ ਸਾਹਿਬ ਕੋਲੋਂ ਜਾਣਕਾਰੀ ਲੈ ਲਾਂ। ਦੇਖੋ ਗੱਲ ਇਹ ਆ ਵੀ ਜਿੱਦਾਂ ਹੁਣ ਇਹ ਸਾਈਕਲ ਲੱਗੇ ਲੈਣ ਸਿਰ ਤੇ ਹੋ ਸਕਦਾ ਵੀ ਆਪਾਂ ਨੂੰ ਇਹ ਜਾਪਦਾ ਹੋਵੇ ਇੰਡੀਆ ਦੇ ਹਿਸਾਬ ਨਾਲ ਵੀ ਸ਼ਾਇਦ ਇਹ ਪੈਂਚਰ ਵਾਲੀ ਦੁਕਾਨ ਆ। ਇਹ ਪੈਂਚਰ ਵਾਲੀ ਦੁਕਾਨ ਨਹੀਂ ਹੈਗੀ। ਬੇਸਿਕਲੀ ਇੱਥੇ ਜਿਹੜੇ ਲੋਕ ਆਉਂਦੇ ਨੇ ਉਹ ਸਾਈਕਲ ਦੇ ਉੱਪਰ ਮਤਲਬ ਘੁੰਮਣ ਫਿਰਨ ਦੇ ਸ਼ੌਕੀਨ ਆ ਤੇ ਇਹ ਰੈਂਟਲਸ ਲਿਖਿਆ, ਇਹਦਾ ਮਤਲਬ ਇਹ ਕਿਰਾਏ ਤੇ ਮਿਲਦੇ ਬਾਠ ਸਾਹਿਬ? ਬਿਲਕੁਲ ਜੀ। ਆਓ ਤੁਸੀਂ ਇੱਥੇ ਆ ਕੇ ਸਾਈਕਲ ਕਿਰਾਏ ਤੇ ਲੈ ਲਓ ਤੇ ਪਹਾੜ ਚੜੋ, ਦਰਿਆ ਦੇ ਨਾਲ ਘੁੰਮੋ, ਤੁਸੀਂ ਜਿੱਧਰਲੇ ਪਾਸੇ ਮਰਜ਼ੀ ਜਾਓ। ਹਾਂ, ਸੋ ਇਹ ਉਹ ਪਿਛਲੀ ਉਹ ਕੈਨੋਪੀ ਜਿਹੜੀ ਸੀਗੀ ਉਹਦੇ ਵਿੱਚ ਇੱਕ ਉਹ ਛੋਟੀ ਜਿਹੀ ਟੋਕਰੀ ਟਾਈਪ ਵੀ ਸੀਗੀ ਵੀ ਨਿਆਣਿਆਂ ਨੂੰ, ਜੇ ਤੁਹਾਡੇ ਨਾਲ ਨਿਆਣੇ ਆ ਤੇ ਉਹ ਇਸੇ ਸਾਈਕਲ ਦੇ ਮਗਰ ਪੈ ਜਾਂਦੀ, ਨਿਆਣੇ ਉਹ 'ਚ ਪੈਕ ਕਰ ਲਓ, ਸਾਈਕਲ ਤੇ ਆਪ ਚੜ ਜਾਓ। ਗੱਲ ਪਾ ਗਾਂ ਨਾ ਜਾਵੇ। ਹਾਂਜੀ, ਇੱਥੇ ਜ਼ਰੂਰੀ ਨਹੀਂ ਕਿ ਜੇ ਦੋ ਬੀਬੀ ਤੇ ਬੀਬਾ ਜੀ ਤੁਰੇ ਜਾਂਦੇ ਆ ਤੇ ਨਿਆਣੇ ਬੀਬੀ ਨੇ ਚੁੱਕਣੇ ਆ, ਤੁਹਾਡੇ ਵਰਗਾ ਬੰਦਾ ਵੀ ਦੋਨੇ ਆਇਆ ਚੁੱਕਿਆ ਜਾਂਦਾ ਹੁੰਦਾ। ਨਹੀਂ ਤਦੇ ਉਹਨਾਂ ਰੇੜੀ ਬਣਾਈ ਨਾ ਵੀ ਕਾਕਾ ਇਹਨਾਂ ਨੂੰ ਉਹਦੇ ਵਿੱਚ ਰੱਖ ਕੇ ਸਾਈਕਲ ਤੇ ਪਾ ਲਾ, ਮੈਂ ਆਉਣੀ ਆ, ਤੂੰ ਇਹਨਾਂ ਨੂੰ ਲਈ ਫਿਰ ਮਾਰਨਾ। ਨਹੀਂ, ਮੈਂ 5 ਮਿੰਟਾਂ ਜਾਈ, ਤੁਸੀਂ ਅੱਧਾ ਘੰਟਾ ਇਹਨਾਂ ਨੂੰ ਘੁਮਾਇਓ। ਹਾਂ, ਇੱਕ ਚੀਜ਼ ਹੋਰ ਵੀ ਹੈ, ਉਹ ਜ਼ਰੂਰੀ ਥੋੜਾ ਵੀ ਰੇੜੀ 'ਚ ਜਵਾਕ ਹੀ ਰੱਖਣੇ ਆ, ਡੌਗੀ ਵੀ ਰੱਖੇ ਨੇ। ਨਹੀਂ ਰੱਖੇ ਨਹੀਂ, ਉਹ ਡੌਗੀ ਨਹੀਂ ਕਹਿਣਾ ਯਾਰ, ਕੀ ਕਹਿੰਦੇ ਹੁੰਦੇ ਤੇ ਫਰ ਬੇਬੀਜ਼। ਇਹ ਫਰ ਬੇਬੀਜ਼ ਵਾਲੇ ਸਾਡੇ ਕਈ ਮਿੱਤਰ ਨੇ, ਉਹਨਾਂ ਲਈ ਮੈਂ ਕਹਿ ਰਿਹਾ ਵੀ ਤੁਹਾਡੇ ਫਰ ਬੇਬੀਜ਼ ਦਾ ਤੁਸੀਂ ਖਿਆਲ ਰੱਖਿਆ ਕਰੋ। ਨਹੀਂ, ਬਹੁਤ ਜ਼ਰੂਰੀ ਹੈ ਜੀ। ਦੇਖੋ ਤੇ ਨਾਲ ਦੀ ਨਾਲ ਇਹ ਵੀ ਆ ਕਿ ਇਹ ਗੱਲ ਜਿਹੜੀ ਅਸੀਂ ਬੜੇ ਗੰਭੀਰ ਹੋ ਕੇ ਕਹਿ ਰਹੇ ਆ, ਪਰ ਪੰਜਾਬ ਦੇ ਵਿੱਚ ਹੁਣ ਖਿਆਲ ਕਿੱਦਾਂ ਰੱਖਿਆ ਕਰਨ ਜੀ? ਪੰਜਾਬ ਦੀ ਥੋੜਾ ਗੱਲ ਕਰਨ ਡਿਆ ਮੈਂ, ਵੈਸੇ ਗੱਲ ਕਰ ਪੰਜਾਬ। ਦੇਖੋ ਕਈ ਬੰਦਿਆਂ ਨੇ ਗੁੱਸਾ ਕਰ ਲੈਣਾ, ਪੰਜਾਬ ਵਾਲੇ ਤਾਂ ਫਰ ਬੇਬੀ ਕਹਿੰਦੇ ਨਹੀਂ ਨਾ। ਪੰਜਾਬ ਵਾਲਿਆਂ ਤੇ ਮੈਂ ਤਾਂ ਆਪ ਜਿੱਦਾਂ ਹੁਣ ਮਤਲਬ ਇੱਧਰ ਆ ਕੇ ਤਾਂ ਜੇ ਮੈਂ ਨਹੀਂ ਰੱਖਿਆ, ਇੰਡੀਆ ਜਿਹੜਾ ਕੰਮ ਸੀ ਕੁੱਤਿਆਂ ਵਾਲਾ ਜੀ, ਉਹ ਮੈਨੂੰ ਕਈਆਂ ਨੇ ਕਹਿਣਾ ਵੀ ਯਾਰ ਭਾ ਕੀ ਕਰਦਾ ਹੁੰਦਾ, ਨਾਲੇ ਤਾਂ ਐਡਾ ਵਧੀਆ ਉਹ ਕੁੱਤਾ ਰੱਖਿਆ ਤੇ ਬੰਨਿਆ ਬਾਹਰ ਖਾਲ 'ਚ ਹੀ ਆ। ਮੈਂ ਕਿਹਾ ਯਾਰ ਹੁਣ ਇਹਨੂੰ ਬੈੱਡ ਤੇ ਥੋੜਾ ਚੜਾਵਾਂਗੇ। ਸੰਧਾਲੀਆ ਸਾਹਿਬ, ਮੈਂ ਦੇਖਦਾ ਸੀ ਕਿ ਧਰਤੀ ਆ ਟੁਕੜਿਆਂ 'ਚ ਵੰਡੀ ਹੋਆ
ਜ਼ਿੰਦਗੀ ਦੇ ਦਸਤੂਰ ਵੱਖਰੇ ਵੱਖਰੇ ਨੇ। ਹੁਣ ਦੇਖੋ ਤੁਸੀਂ ਇੱਥੇ ਆਪਾਂ ਇੱਥੇ ਡੱਬਾ ਜਿਹਾ ਲੱਗਾ ਹੁੰਦਾ, ਉਹਦੇ ਵਿੱਚ ਇੱਕ ਲਿਫਾਫਾ ਹੁੰਦਾ ਕਿ ਤੁਸੀਂ ਆਪਣੇ ਡੌਗੀ ਨੂੰ ਸਾਹਮਣੇ ਲੱਗਾ। ਹਾਂ, ਆਪਾਂ ਕਰਦੇ ਹਾਂ ਜੀ ਉਧਰਲੇ ਪਾਸੇ ਜਾ ਕੇ, ਤੇ ਆ ਜਾਓ ਚਲੋ ਨਾਲ ਨਾਲ ਚੱਲ ਪੈਨੇ ਆ। ਹੁਣ ਇਧਰਲੇ ਪਾਸੇ ਜੇ ਕਿਸੇ ਨੇ ਡੌਗੀ ਰੱਖਿਆ ਹੋਇਆ, ਉਹਨੂੰ ਚੱਕੀ ਵੀ ਫਿਰਦੇ ਆ, ਉਹਦੇ ਲਈ ਰੇਹੜੀ ਬਣਾਈ ਆ, ਖਾਣ ਪੀਣ ਦੇ ਲਈ ਉਹਦੇ ਲਈ ਸਪੈਸ਼ਲ ਆ। ਜੇ ਰਹਿ ਜਾਂਦੇ ਕਿਤੇ ਰਾਹ ਦੇ ਵਿੱਚ ਉਹਨੇ ਕੋਈ ਮਾੜੀ ਮੋਟੀ ਕੋਈ ਹਾਜਤ ਹੋ ਗਈ ਆ, ਤੇ ਉਹਨਾਂ ਨੇ ਇੱਥੋਂ ਲਿਫਾਫਾ ਕੱਢਣਾ, ਨਾਲ ਹੀ ਥਾਂ ਵੀ ਸਾਰਾ ਸਾਫ਼ ਕਰ ਦੇਣਾ ਤੇ ਡਸਟਬਿਨ ਦੇ ਵਿੱਚ ਪਾ ਦੇਣਾ। ਇਹ ਫ੍ਰੀ ਲਾਏ ਆ ਜੀ ਲਿਫਾਫੇ ਇੱਥੇ। ਤੇ ਸੰਧਾਲੀਆ ਸਾਹਿਬ ਇੱਥੇ ਆਓ, ਭਾਰਤ ਦੇ ਵਿੱਚ ਦੇਖੋ ਉਹੀ ਡੌਗੀ ਨੇ ਜੀ, ਫਰ ਬੀਬੀ, ਉਹਨਾਂ ਨੂੰ ਉੱਥੇ ਅਵਾਰਾ ਕੁੱਤੇ ਕਹਿੰਦੇ ਆ, ਤੇ ਆਉਂਦਾ ਜਾਂਦਾ ਤੁਹਾਡੇ ਵਰਗਾ ਬੰਦਾ ਵੀ ਆਹ ਦੇਖ ਕਤੀੜ ਚੱਲ ਮਾਰ, ਇਹਦੇ ਮਾਰ ਦੇ ਡੰਡਾ ਕਤੀੜ ਦੇ ਗੰਦ ਪਾਉਂਦਾ। ਤੁਸੀਂ ਦੇਖੋ ਕਿ ਮੈਂ ਸੋਚਦਾ ਸੀ ਕਿ ਇੱਥੇ ਸਪੈਸ਼ਲ ਡਾਕਟਰ ਨੇ, ਹੁਣ ਉੱਥੇ ਅੱਧਿਆਂ ਕਈਆਂ ਦੇ ਉੱਪਰ ਦੀ ਕੋਈ ਬੱਸ ਲੰਗੀ ਉਹ ਹੁੰਦੀ ਆ, ਸਕੂਟਰ ਲੰਘ ਜਾਂਦਾ, ਉਹ ਵਿਚਾਰੇ ਲੱਤਾਂ ਘੜੀਸਦੇ ਹੁੰਦੇ, ਮਗਲੀਆਂ ਦੋਨੇ ਟੁੱਟੀਆਂ ਹੁੰਦੀਆਂ। ਹਾਂ, ਇਹ ਤਾਂ ਗੱਲ ਹੈਗੀ, ਪਰ ਚਲੋ ਆਪਾਂ ਇੱਥੇ ਰਾਹ ਨਾ ਰੋਕੀਏ। ਅਗਲਿਆਂ ਨੇ ਸਾਈਕਲ ਲੈਣਾ ਕਿਰਾਏ ਤੇ, ਪਤਾ ਲੱਗੇ ਵੀ ਹੋਰ ਗੋਰਾ ਮੈਨੂੰ ਪੰਜਾਬੀ 'ਚ ਗਾਲਾਂ ਕੱਢੇ, ਅਸੀਂ ਇੱਧਰ ਨੂੰ ਆਏ ਨੇ, ਆਪਾਂ ਇੱਧਰਲਾ ਵੇਖਦੇ ਮਾਹੌਲ ਚਾਲ। ਜੀ ਬਾਟ ਸਾਹਿਬ ਜੀ, ਸੰਧਾਲੀਆ ਸਾਹਿਬ ਉਹਦੇ ਤੋਂ ਬਾਅਦ ਇੱਕ ਗੱਲ ਆਪਾਂ ਜਿਹੜੀ ਆ ਹੋਰ ਜ਼ਰੂਰ ਕਰ ਲਈ, ਆਪਾਂ ਕਿਸਾਨਾਂ ਦੀ ਗੱਲ ਵੀ ਨਿਬੇੜ ਲਈ ਆ। ਹਾਂ, ਹਮਾਰਾ ਇਹ ਕੈਂਚੀ ਜਗ੍ਹਾ ਤੋਂ ਜਾਂਦੇ ਆ, ਕਦੀ ਮੇਰੇ ਐਂ ਦੀ ਕਦੇ ਆਉਂ ਦੀ। ਉਹ ਯਾਰ ਮੈਂ ਤਾਂ ਵਿਚਾਰਾ ਬਚਦਾ ਹੀ ਫਿਰਦਾ, ਮੈਨੂੰ ਅਜੇ ਪਤਾ ਨਹੀਂ ਨਾ ਲੱਗਦਾ ਵੀ ਖੱਬੇ ਤੁਰਨਾ ਹੈ ਕਿ ਸੱਜੇ ਤੁਰਨਾ ਹੈ। ਮੈਂ ਕਿਹਾ ਵੀ ਮੈਂ ਦੋਹੀਂ ਪਾਸੇ ਹੀ ਤੁਰਿਆ ਫਿਰਾਂ, ਤਾਂ ਜੋ ਮੈਨੂੰ ਬੰਦਾ ਇਹ ਨਾ ਕਵੇ ਤੂੰ ਗਲਤ ਫਿਰਦਾ। ਜਿਹੜੇ ਬੰਦੇ ਟਵਿੱਟਰ ਚਲਾਉਂਦੇ ਆ ਜੀ, ਖਾਸ ਤੌਰ ਦੇ ਉੱਤੇ ਭਾਰਤ 'ਚ ਰਹਿ ਕੇ ਚਲਾਉਂਦੇ ਆ, ਉਹਨਾਂ ਦੇ ਲਈ ਥੋੜੀ ਮੁਸ਼ਕਲ ਹੋ ਸਕਦੀ ਹੈ, ਕਿਉਂਕਿ ਭਾਰਤ ਸਰਕਾਰ ਨੇ ਨਾ ਤੀਸਰਾ ਨੋਟਿਸ ਕੱਢ ਦਿੱਤਾ। ਉਹ ਕਹਿੰਦੇ ਤੁਸੀਂ ਸਾਡੀ ਨੀਤੀ ਨਹੀਂ ਮੰਨਦੇ, ਤੁਸੀਂ ਸਾਡਾ ਪਲਾਨ ਜਿਹੜਾ ਉਹਦੇ ਮੁਤਾਬਕ ਨਹੀਂ ਚੱਲਦੇ, ਜਵਾਬ ਦੇ ਦਿਓ ਕਿ ਤੁਸੀਂ ਸਾਨੂੰ ਸਮਰੱਥ ਅਧਿਕਾਰੀ ਦੇਣਾ ਕਿ ਨਹੀਂ ਦੇਣਾ, ਨਹੀਂ ਤਾਂ ਉਹਦੇ ਤੋਂ ਬਾਅਦ ਕਾਰਵਾਈ ਹੋ ਜਾਊਗੀ। ਜਿਹੜੀਆਂ ਅਸੀਂ ਤੁਹਾਨੂੰ ਸਹੂਲਤਾਂ ਦਿੱਤੀਆਂ, ਰਿਆਇਤਾਂ ਦਿੱਤੀਆਂ, ਸਾਰੀਆਂ ਰਿਆਇਤਾਂ ਜਿਹੜੀਆਂ ਉਹ ਖੱਬੇ ਸੱਜੇ ਹੋ ਜਾਣਗੀਆਂ। ਗੂਗਲ ਵਾਲੇ ਪਹਿਲੇ ਕਹਿ ਚੁੱਕੇ ਅਸੀਂ ਤਾਂ ਜੀ ਸਰਚ ਇੰਜਣ ਆ, ਸਾਡੇ ਉੱਤੇ ਤੁਹਾਡੀ ਇਹ ਨੀਤੀ ਲਾਗੂ ਨਹੀਂ ਹੁੰਦੀ। ਇਹਦੇ ਤੋਂ ਪਹਿਲਾਂ WhatsApp ਵਾਲੇ ਹਾਈ ਕੋਰਟ ਜਾ ਚੁੱਕੇ ਆ ਕਿ ਆ ਸਾਡੀ ਪਟੀਸ਼ਨ ਹੈ ਜੀ, ਇਹਦੇ ਤੇ ਮਾੜਾ ਜਿਹਾ ਗੌਰ ਕਰਿਓ, ਭਾਵੇਂ 2 ਮਹੀਨੇ ਰੁਕ ਕੇ ਕਰਿਓ। ਸੰਧਾਲੀਆ ਸਾਹਿਬ ਲੱਗਦਾ ਕਿ ਸੋਸ਼ਲ ਮੀਡੀਆ ਵਾਲਾ ਮਸਲਾ 2024 ਦੀ ਲੋਕ ਸਭਾ ਚੋਣ ਤੋਂ ਪਹਿਲਾਂ ਭਾਰਤ ਦੇ ਵਿੱਚ ਬਿਲਕੁਲ ਵੱਖਰੇ ਰੰਗ 'ਚ ਹੋਊਗਾ, ਕੀ ਆਂਦੇ? ਨਹੀਂ, ਇਹ ਬਿਲਕੁਲ ਠੀਕ ਹੈ ਤੁਹਾਡੀ ਗੱਲ। ਇੱਥੇ ਨਾ ਇੱਕ ਚੀਜ਼ ਥੋੜੀ ਜਿਹੀ ਜ਼ਰੂਰ ਧਿਆਨ ਮੰਗਦੀ ਆ, ਉਹ ਇਹ ਆ ਕਿ ਜਿਹੜਾ ਮੰਨ ਲਓ ਸੋਸ਼ਲ ਮੀਡੀਆ ਜਦੋਂ ਆਇਆ ਸੀ, ਜਦੋਂ ਮੰਨ ਲਓ ਵੀ ਇੰਡੀਆ ਦੇ ਵਿੱਚ ਹੌਲੀ ਹੌਲੀ ਉਸ ਚੀਜ਼ ਦੇ ਵਿੱਚ ਲੋਕਾਂ ਦਾ ਰੁਝਾਨ ਵਧਿਆ, ਉਦੋਂ ਤਾਂ ਸਰਕਾਰਾਂ ਇਹ ਨਾਅਰੇ ਦਿੰਦੀਆਂ ਨੇ ਕਿ ਡਿਜੀਟਾਈਜੇਸ਼ਨ ਕਰਨੀ ਜ਼ਰੂਰੀ ਹੈ ਜੀ, ਆਪਾਂ ਡਿਜੀਟਲ ਦੁਨੀਆ ਜਿਹੜੀ ਹੈ ਜੀ ਉਹ ਵਿਖਾਉਣੀ ਆ, ਹੈ ਨਾ, ਲੋਕ ਇਸ ਪਾਸੇ ਤੁਰਨ। ਫਿਰ ਹੌਲੀ ਹੌਲੀ ਜਦੋਂ ਲੱਗਣ ਲੱਗਿਆ ਵੀ ਉਹੀ ਸੋਸ਼ਲ ਮੀਡੀਆ ਤੇ ਯਾਰ ਲੋਕਾਂ ਨੂੰ ਇਹ ਜਗ੍ਹਾ ਦੇਣ ਲੱਗ ਪਿਆ ਵੀ ਜੇ ਉਹਨਾਂ ਨੂੰ ਕਿਸੇ ਚੀਜ਼ ਤੇ ਇਤਰਾਜ਼ ਆ ਜਾਂ ਸਰਕਾਰ ਦੀ ਕੋਈ ਪਾਲਿਸੀ ਠੀਕ ਨਹੀਂ ਲੱਗਦੀ, ਜਾਂ ਉਹਨੂੰ ਲੱਗਦਾ ਵੀ ਫਲਾਨੀ ਥਾਂ ਦੇ ਉੱਪਰ ਗਲਤੀ ਹੋ ਰਹੀ ਹੈ ਪਰ ਦੱਸੀ ਨਹੀਂ ਜਾ ਰਹੀ, ਉਹ ਖੁਦ ਉਸ ਪਲੇਟਫਾਰਮ ਦੀ ਵਰਤੋਂ ਕਰਕੇ ਆਪ ਦੱਸਣ ਲੱਗ ਪਏ। ਉਦੋਂ ਆਪਾਂ ਇਹਦੇ ਤੇ ਫਿਰ ਇੱਕ ਤਰ੍ਹਾਂ ਦਾ ਕਾਨੂੰਨ ਬਣਾਉਣਾ ਸ਼ੁਰੂ ਕਰ ਦਿੰਦੇ ਹਾਂ ਵੀ ਯਾਰ ਓਕੇ, ਇਹਦੇ 'ਚ ਵੀ ਸਿਲੈਕਟਿਵ ਹੋਏਗਾ ਵੀ ਕੀ ਦਿਖਾਇਆ ਜਾਵੇਗਾ, ਕੀ ਦੱਸਿਆ ਜਾਵੇਗਾ ਤੇ ਕੀ ਨਹੀਂ ਦੱਸਿਆ ਜਾਵੇਗਾ। ਇਹ ਮੇਰੇ ਖਿਆਲ ਨਾਲ ਜਿਹੜੇ ਡਬਲ ਸਟੈਂਡਰਡ ਨੇ ਜੀ, ਇਤਰਾਜ਼ ਲੋਕਾਂ ਨੂੰ ਇਸ ਚੀਜ਼ ਤੇ ਹੈ। ਜੇ ਮੰਨ ਲਓ ਅੱਜ ਵੀ ਮੀਡੀਆ ਆਜ਼ਾਦ ਹੋਵੇ, ਜੇ ਮੰਨ ਲਓ ਆਜ਼ਾਦ ਹੈਗਾ ਵਾ, ਜੇ ਸਰਕਾਰਾਂ ਕਹਿੰਦੀਆਂ ਵੀ ਆਜ਼ਾਦ ਹੈ ਜੀ, ਉਹਦਾ ਪ੍ਰਭਾਵ ਵੀ ਆਜ਼ਾਦ ਜਾਵੇ, ਤੇ ਫਿਰ ਮੇਰੇ ਖਿਆਲ ਨਾਲ ਅੱਜ ਸੋਸ਼ਲ ਮੀਡੀਆ ਦੇ ਵੀ ਰੂਲਸ ਰੈਗੂਲੇਸ਼ਨਸ ਬਣਾਉਣ ਦੀ ਲੋੜ ਨਾ ਪਵੇ। ਨਹੀਂ, ਸੰਧਾਲੀਆ ਸਾਹਿਬ ਬਹੁਤ ਜ਼ਰੂਰੀ ਆ, ਪਰ ਨਾਲ ਦੀ ਨਾਲ ਇਹ ਵੀ ਦੱਸਦੀ ਹੈ ਜੀ ਅਸੀਂ ਵਿਸਲਰ ਦੇ ਵਿੱਚ ਆ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਤੇ ਇਹ ਵਿਸਲਰ ਜਿਹੜਾ ਇੰਨਾ ਇੰਪੋਰਟੈਂਟ ਆ ਟੂਰਿਜ਼ਮ ਦੇ ਨਜ਼ਰੀਏ ਤੋਂ ਕਿ ਚਾਰੇ ਪਾਸੇ ਪਹਾੜ ਆ, ਸਿਰਫ ਇੱਥੇ ਟੂਰਿਸਟ ਆਉਂਦੇ ਆ। ਤੇ ਆ ਗੰਡੋਲਾ ਜੀ, ਜਾਨੀ ਕਿ ਉਹ ਡੱਬੇ ਜਾਂ ਦੇ ਵਿੱਚ ਬੈਠ ਕੇ ਉੱਪਰਲੇ ਪਾਸੇ ਨੂੰ ਜਾਣਾ, ਤੇ ਆ ਸਾਹਮਣੇ ਜਿਹੜੀਆਂ ਤੁਹਾਨੂੰ ਤਾਰਾਂ ਜੀਆਂ ਦੇ ਉੱਤੇ ਆ ਬਕਸੇ ਜਾਂਦੇ ਨਜ਼ਰ ਆ ਰਹੇ ਗੰਡੋਲਾ ਵਾਲੇ, ਇਹਦੇ ਵਿੱਚ ਸਾਈਕਲ ਰੱਖ ਕੇ ਲੈ ਜਾਂਦੇ ਆ। ਉਹ ਪਹਾੜ ਦੇ ਉੱਤੋਂ ਫਿਰ ਸਾਈਕਲ ਦੇ ਉੱਤੋਂ ਆਉਂਦੇ, ਜਾਨੀ ਚੜ੍ਹਾਈ ਇਹਨਾਂ ਨੇ ਆ ਡੱਬਿਆਂ ਦੇ ਵਿੱਚ ਦੀ ਚੜ੍ਹ ਜਾਣੀ ਹੈ, ਤੇ ਆਉਂਦੇ ਹੋਏ ਸਾਈਕਲ ਜਿਹੜੇ ਆ ਫਿਰ ਪਹਾੜੀ ਤੋਂ ਤੇਜ਼ ਰਫ਼ਤਾਰ ਦੇ ਨਾਲ ਆਉਣਾ। ਪਰ ਸਾਈਕਲ ਚਲਾਉਣ ਲੱਗਿਆਂ ਸੰਧਾਲੀਆ ਸਾਹਿਬ ਹੈਲਮਟ ਜ਼ਰੂਰ ਪਾਉਣਾ। ਆਹ ਦੇਖੋ ਜੀ, ਆਪਾਂ ਵਿਖਾ ਹੀ ਰਹੇ ਹਾਂ, ਮੇਰਾ ਖਿਆਲ ਇੱਥੋਂ ਸਾਰਿਆਂ ਨੂੰ ਕਲੀਅਰ ਹੋ ਜਾਣੀ ਗੱਲ ਵੀ ਉਹ ਦੇਖੋ ਬੰਦੇ ਇੱਕ ਪਿੰਜਰੇ 'ਚ ਬੈਠੇ ਆ, ਉਹ ਸਾਈਕਲ ਉਹਨਾਂ ਦੇ ਅਗਲੇ ਪਿੰਜਰੇ 'ਚ ਚਲੇ ਗਏ, ਤੇ ਉਦੋਂ ਬਾਅਦ ਉਹ ਜਿਹੜੇ ਆ ਰਹੇ ਨੇ ਆਪਾਂ ਉਹ ਵੀ ਦਿਖਾ ਦੇ ਵੀ ਉਹ ਨਿੱਕੇ ਨਿੱਕੇ ਜਵਾਕ ਵੀ ਆਉਂਦੇ ਪਏ ਆ। ਭਾਈ ਸਾਹਿਬ ਇਹ ਇੱਕ ਗੱਲ ਨੋਟ ਕਰਨ ਵਾਲੀ ਆ ਜੀ ਕਿ ਉਹ ਨਿੱਕੇ ਨਿੱਕੇ ਜਵਾਕ ਵੀ ਕਿੱਦਾਂ ਕੱਚਿਆਂ ਰੂਟਾਂ ਤੇ ਆਉਂਦੇ ਆ, ਤੇ ਆਪਣੇ ਵਾਲੇ ਆਖਣਾ ਵੀ ਤੈਨੂੰ ਪੁੱਤ ਸਾਈਕਲ ਲੈ ਦੇਣੇ ਜੇ ਤੂੰ ਪੁੱਠੇ ਸਿੱਧੇ ਰਾਵਾਂ ਦੇ ਚਲਾਇਆ ਤੇ ਮੈਥੋਂ ਬੁਰਾ ਕੋਈ ਨਹੀਂ। ਆ ਮੈਨੂੰ ਕੱਲ ਲੰਬੜਾਂ ਦੇ ਜਿੰਦਰ ਨੇ ਦੱਸਿਆ ਸੀ ਕਿ ਤੂੰ ਉੱਥੇ ਨਾਲੀ 'ਚ ਟਾਇਰ ਪਾ ਕੇ ਚਲਾਉਂਦਾ ਸੀ। ਹੁਣ ਬੱਚੇ ਦਾ ਮਨ ਤਾਂ ਸ਼ਰਾਰਤ ਕਰਨ ਨੂੰ ਕਰਦਾ ਹੀ ਆ ਨਾ, ਤੇ ਅਸੀਂ ਉਹਨੂੰ ਐਨ ਸੂਈ ਦੇ ਨੱਕੇ ਦੇ ਵਿੱਚ ਦੀ ਕੱਢਣਾ ਹੁੰਦਾ ਕਿ ਜੇ ਆ ਕੰਮ ਕੀਤਾ ਫੇਰ ਦੇਖੀ, ਹਾਂ ਭਾਵੇਂ ਰਿਆ ਮੀਂਹ ਫੇ ਆ ਗਿਆ ਕਿਤੇ ਸਲਾਬੇ ਹੀ ਨਾ ਜਾਈਏ। ਆਪਾਂ ਉਧਰ ਕੋਈ ਛਤਰੀ ਵੇਖ ਲੈਨੇ ਆ, ਥੋੜਾ ਜਿਹਾ ਪਤਾ ਨਹੀਂ ਆਪਾਂ ਨੂੰ ਜ਼ਿਆਦਾ ਡਰ ਲੱਗਦਾ ਮੀਂਹ ਤੋਂ, ਆਹ ਬੰਦੇ ਵੇਖ ਲਓ ਉਦੋਂ ਤੁਰੇ ਫਿਰਦੇ। ਨਹੀਂ ਮੀਂਹ ਆ ਗਿਆ ਜੀ, ਹੁਣ ਤੁਸੀਂ ਸਭ ਇੱਕ ਗੱਲ ਜਿਹੜੀ ਆਪਾਂ ਨਾਲ ਦੀ ਨਾਲ ਹੋਰ ਕਰ ਲਈਏ ਜੀ, ਉਹ ਗੱਲ ਇਹ ਕਰ ਲਈਏ ਕਿ ਸੁਖਪਾਲ ਸਿੰਘ ਖਹਿਰਾ ਕਾਂਗਰਸ ਪਾਰਟੀ 'ਚ ਗਏ, ਉਧਰਲੇ ਪਾਸੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਠਾਠਾ ਹੋਈ ਪਈ ਹੈ। ਮੈਨੂੰ ਲੱਗਦਾ ਆਪਾਂ ਹਾਲ ਦੀ ਘੜੀ ਇਸੇ ਛਤਰੀ ਥੱਲੇ ਹੋ ਚੱਲਦੇ ਹਾਂ।
ਇਹ ਉਹਨਾਂ ਦੀ ਪ੍ਰਾਈਵੇਟ ਛਤਰੀ ਹੈ। ਨਹੀਂ ਕੁਛ ਨਹੀਂ, ਇੱਥੇ ਇਦਾਂ ਨਹੀਂ ਹੈਗਾ ਕਿ ਉਹ ਕਹਿਣ ਗੱਡੀ ਕਿਉਂ ਲਾਈ ਇੱਥੇ ਬਈ, ਅੱਛਾ। ਕੂੜਾ ਸਾਡੀ ਦੁਕਾਨ ਮੋਰੇ ਸੁੱਟਣਾ, ਇਦਾਂ ਦੀ ਗੱਲ ਕੋਈ ਨਹੀਂ। ਪੱਕੀ ਗੱਲ। ਹਾਂ, ਉਹ ਪਰਲੇ ਪਾਸੇ ਨੂੰ ਹੋ ਚੱਲਦੇ ਬਰਾਂਡੇ ਜਾ ਵੜਦੇ ਆ, ਬਰਾਂਡੇ ਜਾ ਵੜਦੇ ਆ। ਲੈ ਬੰਦੇ ਦੇ ਰਾਹ ਹੋ ਹੀ ਰਹਿ, ਮੈਂ ਕਿਹਾ ਵੱਖਰੀ ਪਾਰਟੀ ਬਣਾ ਲੈਣ ਲੱਗੇ ਆ। ਨਹੀਂ, ਆ ਜਾਓ। ਸੰਧਾਲੀਆ ਸਾਹਿਬ ਸੁਖਪਾਲ ਸਿੰਘ ਖਹਿਰਾ ਦੀ ਗੱਲ ਕਰਦੇ ਸੀ। ਕਰ ਲਓ। ਹੁਣ ਜਿੱਦਣ ਖਹਿਰਾ ਸਾਹਿਬ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ, ਉਸ ਦਿਨ ਆਪਾਂ ਸਾਰਿਆਂ ਨੂੰ ਪਤਾ ਕਿ ਚਰਚਾ ਇਹ ਚੱਲੀ ਸੀ ਕਿ ਠੀਕ ਹੈ ਭਾਈ ਕੈਪਟਨ ਸਾਹਿਬ ਲੈ ਆਇਆ ਖਹਿਰਾ ਸਾਹਿਬ ਨੂੰ, ਪਰ ਨਾਲ ਦੀ ਨਾਲ ਇੱਕ ਬਹੁਤ ਵੱਡਾ ਮਸਲਾ ਇਹ ਪੈਦਾ ਹੋ ਗਿਆ ਸੀ ਕਿ ਉਹ ਸਾਰੇ ਬੰਦੇ ਜਿਨ੍ਹਾਂ ਦੇ ਨਾਲ ਸੁਖਪਾਲ ਸਿੰਘ ਖਹਿਰਾ ਹੋ ਰਹੀ ਸਿਆਸੀ ਤੌਰ ਤੇ ਡਾਂਗੋ ਡਾਂਗੀ ਹੁੰਦੀ ਰਿਹਾ ਸੀ, ਖਾਸ ਤੌਰ ਤੇ ਵਿਰੋਧੀ ਧਿਰ ਦੇ ਨੇਤਾ ਹੁੰਦਿਆਂ ਰੇਤਾ ਬਜਰੀ ਦੀ ਮਾਈਨਿੰਗ ਦੇ ਮੁੱਦੇ ਤੇ ਉਹਨਾਂ ਨੇ ਇੱਕ ਚਰਚਾ ਛੇੜੀ ਸੀ। ਕਪੂਰਥਲੇ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਹੋਰਾਂ ਦੀ, ਉਹ ਕੈਬਨਿਟ ਮੰਤਰੀ ਸੀ, ਅਸਤੀਫਾ ਦੇਣਾ ਪਿਆ। ਹੁਣ ਖਹਿਰਾ ਸਾਹਿਬ ਕਾਂਗਰਸ ਚ ਆਏ, ਸੁਖਾਲਾ ਨਹੀਂ ਹੈ ਐਡਜਸਟ ਹੋਣਾ, ਤੇ ਇੱਕ ਠੇਕੇਦਾਰ ਨੇ ਫਿਰ ਇਲਜ਼ਾਮ ਲਾਏ, ਉਹਨਾਂ ਦੇ ਪਿਤਾ ਜੀ ਦਾ ਨਾਮ ਲੈ ਕੇ ਵੀ ਲਾਏ। ਤੇ ਸੁਖਪਾਲ ਸਿੰਘ ਖਹਿਰਾ ਨੂੰ ਜਦੋਂ ਪੁੱਛਿਆ, ਉਹ ਕਹਿੰਦਾ ਮੈਨੂੰ ਸਾਰਾ ਪਤਾ, ਉਹ ਠੇਕੇਦਾਰ ਨਹੀਂ ਬੋਲਦਾ, ਠੇਕੇਦਾਰ ਦੇ ਵਿੱਚੋਂ ਸਾਡੇ ਕਪੂਰਥਲਾ ਜ਼ਿਲ੍ਹੇ ਦਾ ਇੱਕ ਲੀਡਰ ਬੋਲਦਾ, ਤੇ ਲੀਡਰ ਦਾ ਨਾਮ ਉਹਨਾਂ ਨੇ ਫਿਰ ਰਾਣਾ ਗੁਰਜੀਤ ਸਿੰਘ ਹੋਰਾਂ ਦਾ ਲੈਤਾ ਕਿ ਭਾਈ ਰਾਣਾ ਗੁਰਜੀਤ ਸਿੰਘ ਹੋਰਾਂ ਦੇ ਚੱਕੇ ਚਕਾਇਆਂ ਦੇ ਉੱਤੇ ਇਹ ਸਾਰੀ ਚੀਜ਼ ਜਿਹੜੀ ਹੈ ਉਹ ਕਿਤੇ ਨਾ ਕਿਤੇ ਹੋ ਰਹੀ ਹੈ। ਸੋ ਹੁਣ ਜਦੋਂ ਇੱਕ ਵਿਧਾਇਕ ਰਾਣਾ ਗੁਰਜੀਤ ਸਿੰਘ ਹੋਰਾਂ ਦੇ ਨਾਲ ਸਿੱਧੇ ਤੌਰ ਦੇ ਉੱਤੇ ਪੇਚਾ ਜਿਹੜਾ ਸੁਖਪਾਲ ਸਿੰਘ ਖਹਿਰਾ ਸਾਹਿਬ ਦਾ ਫੇਰ ਪੈ ਗਿਆ, ਤੇ ਇਹਦਾ ਮਤਲਬ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਵੀ ਸੁਖਪਾਲ ਸਿੰਘ ਖਹਿਰਾ ਦੇ ਲਈ ਉਹ ਆਪਣਾ ਟਿਕਾਣਾ ਬਣਾਉਣਾ ਜਿਹੜਾ ਉਹ ਇੰਨਾ ਸੁਖਾਲਾ ਨਹੀਂ ਹੋਣਾ। ਵੈਸੇ ਲੋਕ ਇੱਕ ਵੀਡੀਓ ਕੱਢੀ ਫਿਰਦੇ ਆ ਜਿਹਦੇ ਵਿੱਚ ਸੁਖਪਾਲ ਸਿੰਘ ਖਹਿਰਾ ਕਹਿੰਦੇ ਮੇਰਾ ਦਮ ਘੁੱਟਦਾ ਹੀ ਕਾਂਗਰਸ ਦੇ ਵਿੱਚ, ਹੁਣ ਇਦਾਂ ਦੇ ਬੰਦੇ ਆ ਗਏ, ਕੈਪਟਨ ਸਾਹਿਬ ਵਰਗਾ। ਹੁਣ ਉਹ ਕਹਿੰਦੇ ਯਾਰ ਹੁਣ ਕਿਹੜੀ ਆਕਸੀਜਨ ਮਿਲ ਗਈ ਹੈ। ਨਹੀਂ ਗੱਲ ਲੋਕ ਕਹਿੰਦੇ ਆਪਾਂ ਨਹੀਂ ਲੋਕ ਤਾਂ ਉਦੋਂ ਵੀ ਕਹਿੰਦੇ, ਤੁਹਾਨੂੰ ਯਾਦ ਹੋਣਾ ਜਿਸ ਦਿਨ ਇੱਕ ਚਰਚਾ ਚੱਲੀ ਸੀ ਕਿ ਸੁਖਪਾਲ ਖਹਿਰਾ ਸਾਹਿਬ ਕਾਂਗਰਸ 'ਚ ਜਾ ਰਹੇ ਆ, ਮੈਂ ਉਦੋਂ ਵੀ ਦੋ ਬੰਦਿਆਂ ਦਾ ਨਾਮ ਲਿਆ ਸੀ, ਐਂਡ ਉਹਨਾਂ ਦੋਵਾਂ ਬੰਦਿਆਂ ਦੇ ਵਿੱਚ ਪਹਿਲਾ ਨਾਮ ਰਾਣਾ ਗੁਰਜੀਤ ਸਿੰਘ ਹੋਰਾਂ ਦਾ ਸੀਗਾ ਵੀ ਰਾਣਾ ਗੁਰਜੀਤ ਸਿੰਘ ਹੋਰਾਂ ਨੂੰ ਕਿੱਦਾਂ ਮਨਾਉਣਗੇ ਭਾਈ ਸਾਹਿਬ। ਐਂਡ ਉਦੋਂ ਇਹ ਸੀ ਵੀ ਸ਼ਾਇਦ ਕਿਤੇ ਗੱਲ ਹੋ ਗਈ ਹੋਵੇ, ਅੰਦਰ ਖਾਤੇ ਗੱਲ ਨਿਬੜ ਗਈ ਹੋਵੇ ਤਾਂ ਆ, ਪਰ ਹੁਣ ਜਿਹੜੀ ਗੱਲ ਸਾਹਮਣੇ ਆ ਗਈ ਕਿ ਉਹ ਕਹਿੰਦੇ ਵੀ ਨਹੀਂ ਵੀ ਉਹ ਤਾਂ ਮੈਂ ਪਾਰਟੀ ਦੇ ਵਿੱਚ ਰਹਿ ਕੇ ਵੀ ਵਿਰੋਧ ਜਿਉਂਦਾ ਤਿਉਂ ਹੀ ਕਰੂੰਗਾ, ਉਹਦੇ ਤੋਂ ਮੈਨੂੰ ਲੱਗਦਾ ਇਹ ਹੈ ਕਿ ਵੀ ਕੈਪਟਨ ਸਾਹਿਬ ਨੇ ਆਪਣੇ ਤੌਰ ਤੇ ਕੋਈ ਨਾ ਕੋਈ ਵੱਖਰਾ ਪ੍ਰਬੰਧ ਕਰ ਲਿਆ ਵੀ ਯਾਰ ਮੈਂ ਬੰਦੇ ਇੱਧਰ ਸ਼ਾਮਲ ਕਰਕੇ ਤੇ ਆਪਣੇ ਨੰਬਰ ਬਣਾ ਲਾਂ, ਤੇ ਇੱਧਰ ਜਿਹੜਾ ਆਪਣਾ ਰਾਣਾ ਗੁਰਜੀਤ ਸਿੰਘ ਹੋਰਾਂ ਦਾ ਮਾਮਲਾ ਸੀ ਉਹ ਇਹਨਾਂ ਨੂੰ ਜਾਪਾ ਵੀ ਕੋਈ ਨਹੀਂ ਬਾਅਦ ਚ ਨਜਿੱਠ ਲਾਂਗੇ। ਆਹ ਮੀਂਹ ਵੇਖੋ ਬਾਟ ਸਾਹਿਬ, ਮੈਂ ਲੱਗਦਾ ਵੀ ਪਰਵਾਹ ਨਹੀਂ ਕਰਦੇ ਲੋਕਾਂ, ਉਹ ਦੇਖੋ ਫਿਰ ਵੀ ਲਾਈਨ 'ਚ ਲੱਗੀ ਉਦਾਂ ਹੀ। ਅਸਲ 'ਚ ਸੰਧਾਲੀਆ ਸਾਹਿਬ ਜਿਹੜਾ ਵੀ ਬੰਦਾ ਇੱਥੇ ਘਰੋਂ ਤੁਰਦਾ, ਹਾਂਜੀ, ਉਹ ਤੁਹਾਡੇ ਵਾਂਗੂ ਇਦਾਂ ਨਹੀਂ ਤੁਰਦਾ ਕਿ ਮੇਰਾ ਕੱਪੜਾ ਟੌਰੀ ਕਿਹੜਾ ਲੱਗਦਾ, ਮੈਂ ਸਨੱਖਾਂ ਕਿਹੜੇ 'ਚ ਲੱਗਦਾ। ਉਹ ਰੇਨਕੋਟ ਪਾ ਕੇ ਹੀ ਤੁਰਦੇ ਆ ਕਿ ਭਾਈ ਜੋ ਮਰਜ਼ੀ ਹੋ ਜਾ। ਵੈਸੇ ਇੱਥੋਂ ਦੇ ਬਹੁਤੇ ਨਿਆਣੇ ਮੋਬਾਈਲ ਫੋਨ ਦੇ ਸ਼ੌਂਕੀ ਵੀ ਨਹੀਂ ਹੈਗੇ, ਉਹ ਕਹਿੰਦੇ ਕੋਈ ਗੱਲ ਨਹੀਂ ਭਾਈ ਇੱਥੇ ਘਰੇ ਰੱਖੇ ਹੋਣੇ ਆ, ਹੁਣ ਤਾਂ ਅਸੀਂ ਇੱਥੇ ਕੇਵਲ ਖੇਡਣ ਆਏ ਆ। ਬਾਕੀ ਇੱਕ ਗੱਲ ਮੈਂ ਹੋਰ ਦੱਸ ਦਿਆਂ, ਜਿੱਧਰ ਮੀਂਹ ਪਈ ਜਾਂਦਾ ਉਧਰ ਪੰਜਾਬ ਦੇ ਵਿੱਚ ਸਿਆਸੀ ਤੌਰ ਤੇ ਮੀਂਹ ਬੜਾ। ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਜੋੜੀ ਕੜਕ ਕਰਕੇ ਟੁੱਟ ਗਈ ਸੀ, ਹਨਾ, ਦੋ ਲੱਡੂਆਂ ਦੇ ਬਦਲੇ ਯਾਰੀ ਤੋੜ ਦਿੱਤੀ। ਨਹੀਂ ਦੋ ਲੱਡੂਆਂ ਦਾ ਨਹੀਂ ਰੌਲਾ, ਤੇ ਦੋ ਐਮਪੀ ਦੋ ਹੀ ਸੀਗੇ। ਨਹੀਂ ਐਮਪੀ ਭਾਵੇਂ ਦੋ ਹੀ ਸੀਗੇ, ਲੱਡੂ ਪਰ ਜ਼ਿਆਦੇ। ਲੱਡੂ ਜ਼ਿਆਦਾ, ਠੀਕ ਹੈ, ਅੱਧਾ ਕਿਲੋ ਕਰ ਦਈਏ ਯਾਰ, 100 ਗ੍ਰਾਮ ਦਾ 100 ਗ੍ਰਾਮ। ਚਲੋ ਹੁਣ ਦੇਖੋ ਕੀ ਹੋ ਗਿਆ। ਉਹਦੇ ਤੋਂ ਬਾਅਦ ਅਕਾਲੀ ਦਲ ਵਾਲੇ ਪਤਾ ਕਹਿੰਦੇ ਸੀ ਯਾਰ ਇੱਕ ਮਿੰਟ WhatsApp ਯਾਰ ਉਹ ਦਿਖਾ ਸਕਦੇ ਆਪਾਂ, ਉਹ ਚਿੜਾ ਆਪਣੇ ਇੰਡੀਆ ਵਾਲਾ ਨਹੀਂ ਯਾਰ, ਉਹ ਸੌਰੀ ਮੈਂ ਤੁਹਾਡੀ ਬੜੀ ਇੰਪੋਰਟੈਂਟ ਗੱਲ ਸੀਗੀ। ਆਪਾਂ ਕੈਮਰਾਮੈਨ ਸਾਹਿਬ ਸਾਡੇ ਜਸ਼ਨ ਜੀ, ਉਹ ਦੇਖੋ ਉਹ ਜਿਹੜਾ ਚਿੜਾ, ਉਹ ਦੇਖੋ ਉਹਦੇ ਟੇਬਲ ਦੇ ਥੱਲੇ ਫਿਰਦਾ ਨਾ। ਹੁਣ ਉਹਦਾ ਪਾਸਪੋਰਟ ਚੈੱਕ ਕਰ ਲਈਏ ਯਾਰ, ਉਹ ਦੇਖੋ ਇਹ ਇੰਡੀਆ 'ਚ ਲੱਭਣੋਂ ਹਟ ਕੇ ਗੁਰੂ, ਮੈਂ ਕਿਹਾ ਕਿਤੇ ਇੱਧਰ ਤਾਂ ਨਹੀਂ ਆ ਗਿਆ ਆਪਣੇ ਨੂੰ ਵੀਜ਼ਾ ਲਵਾ ਕੇ। ਚਲੋ ਅੱਛਾ, ਚੜਾ ਸਾਹਿਬ ਉੜ ਗਿਆ, ਹੁਣ ਸਿਆਸੀ ਤੌਰ ਤੇ ਉਹ ਬੈਠਾ ਜੀ, ਅਜੇ ਬੈਠਾ ਉਹ। ਹੁਣ ਉਹਦੇ ਤੋਂ ਬਾਅਦ ਸੰਧਾਲੀਆ ਸਾਹਿਬ ਜਦੋਂ ਅਕਾਲੀ ਦਲ ਦਾ ਦਾਵਾ ਸੀ ਕਿ 117 ਦੀਆਂ 117 ਸੀਟਾਂ ਅਸੀਂ ਜਿੱਤਣੀਆਂ, ਹਾਂ, ਸਾਡੇ ਕੋਲੇ ਹਰ ਹਲਕੇ ਦੇ ਵਿੱਚ ਬੰਦੇ ਹੈਗੇ ਆ ਜੀ। ਭਾਜਪਾ ਵਾਲੇ ਕਹਿੰਦੇ ਸੀ ਸਾਡੇ ਕੋਲੇ 117 ਹਲਕਿਆਂ 'ਚ 234 ਬੰਦੇ ਹੈਗੇ ਆ, ਬਿਲਕੁਲ। ਪਰ ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਪੱਤਰਕਾਰਾਂ ਨੇ ਸਵਾਲ ਪੁੱਛਿਆ, ਉਹ ਕਹਿੰਦੇ ਜੀ ਦੇਖੋ 3 ਪਾਰਟੀਆਂ ਪੰਜਾਬ ਦੀਆਂ ਦੋਖੀ ਨੇ, ਉਹ 3 ਪਾਰਟੀਆਂ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਕਿਸੇ ਦੇ ਨਾਲ ਵੀ ਸਮਝੌਤਾ ਕਰ ਸਕਦਾ, ਤੇ 3 ਪਾਰਟੀਆਂ ਕਿਹੜੀਆਂ? ਇੱਕ ਕਾਂਗਰਸ, ਦੂਸਰੀ ਭਾਜਪਾ, ਤੀਸਰਾ ਆਮ ਆਦਮੀ ਪਾਰਟੀ। ਹੁਣ ਮੈਂ ਸੋਚ ਰਿਹਾ ਸੀ ਕਿ ਚਲੋ ਠੀਕ ਹੈ, ਬਸਪਾ ਨਾਲ ਤੇ ਹੋ ਸਕਦਾ ਸੰਭਾਵਨਾ ਹੋਵੇ, ਪਰ ਢੀਂਡਸਿਆਂ ਨਾਲ ਵੀ ਹੋ ਸਕਦਾ, ਬੈਂਸਾਂ ਨਾਲ ਵੀ ਹੋ ਸਕਦਾ, ਕਾਮਰੇਡਾਂ ਨਾਲ ਵੀ ਹੋ ਸਕਦਾ, ਡਾਕਟਰ ਗਾਂਧੀ ਨਾਲ ਵੀ ਹੋ ਸਕਦਾ। ਆ 3 ਵਾਲੀ ਜਿਹੜੀ ਲਕੀਰ ਖਿੱਚੀ ਹੈ ਨਾ, ਇਹ ਬੜੀ ਅਜੀਬ ਲੱਗੀ ਹੈ। ਨਹੀਂ ਇਹ ਅਜੀਬ ਨਹੀਂ ਗੀ ਬਾਟ ਸਾਹਿਬ, ਇਹ ਪ੍ਰੋਬਲਮ ਪਤਾ ਕੀ ਆ, ਤੁਸੀਂ ਇੱਕ ਆਮ ਬੰਦੇ ਦੇ ਤੌਰ ਤੇ ਵੇਖਦੇ ਆ, ਤੁਸੀਂ ਵੇਖਦੇ ਆ ਵੀ ਆਮ ਬੰਦੇ ਦੇ ਹਿਸਾਬ ਨਾਲ ਤੁਹਾਨੂੰ ਬਾਕੀ ਸਾਰੇ ਲੀਡਰ ਹੀ ਲੱਗੀ ਜਾਂਦੇ ਆ। ਹੁਣ ਜਦੋਂ ਤੁਸੀਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੇ ਹਿਸਾਬ ਨਾਲ ਦੇਖੋਗੇ, ਉਹਨਾਂ ਦੇ ਹਿਸਾਬ ਨਾਲ ਬਾਕੀ ਪਾਰਟੀ ਭਾਜਪਾ ਇਸ ਕਰਕੇ ਕਿਉਂਕਿ ਕੇਂਦਰ 'ਚ ਰਾਜ ਕਰਦੀ ਹੈ।
ਆਮ ਆਦਮੀ ਪਾਰਟੀ ਇਸ ਕਰਕੇ ਕਿਉਂਕਿ ਪੰਜਾਬ 'ਚ ਵਿਰੋਧੀ ਧਿਰ ਹੈ ਤੇ ਦਿੱਲੀ 'ਚ ਰਾਜ ਕਰਦੀ ਹੈ। ਕਾਂਗਰਸ ਇਸ ਕਰਕੇ ਕਿਉਂਕਿ ਵੱਡੀ ਪਾਰਟੀ ਹੈ, ਪੰਜਾਬ 'ਚ ਉਹਨਾਂ ਦਾ ਰਾਜ। ਇੰਨੇ ਪਾਰਟੀਆਂ ਦਾ ਨਾਂ ਲਿਆ ਨਾ, ਬਾਕੀਆਂ ਨੂੰ ਤਾਂ ਉਹ ਗਿਣਦੇ ਨਹੀਂ। ਉਹ ਕਹਿੰਦੇ ਵੀ ਕਿਹੜੀਆਂ ਪਾਰਟੀਆਂ, ਕਿਹੜੇ ਲੀਡਰ। ਵਾਹ ਜੀ, ਇਸ ਕਰਕੇ ਉਹਨਾਂ ਦੀ ਗੱਲਬਾਤ ਆ ਗਈ। ਜੇ ਤੁਸੀਂ ਸਮਝੇ ਨਹੀਂ ਪੂਰੀ ਗੱਲ, ਜੇ ਤੁਹਾਨੂੰ ਐਂ ਲੱਗਦਾ ਵੀ ਹੁਣ ਉਹ ਬਾਕੀਆਂ ਨੂੰ ਵੀ ਆਖੀ ਜਾਣ ਵੀ ਹੁਣ ਮੰਨ ਲਓ ਵੀ ਸਵੇਰੇ ਆਪਾਂ 2 ਜਣੇ ਬਣਾ ਲਈਏ ਵੀ ਇਹ ਸਾਡੀ ਪਾਰਟੀ ਦੇ ਨਾਂ ਵੀ 2 ਸਾਈਕਲ ਤੇ ਮਤਲਬ ਮੈਂ ਸਰਪ੍ਰਸਤ, ਤੁਸੀਂ ਪ੍ਰਧਾਨ, ਇੱਕ ਸੁਮੋ ਮੈਂ ਮੁੜ ਕੇ ਪਾਰਟੀ ਤੋੜ ਕੇ ਨਵੀਂ ਬਣਾ ਲੈਣੀ, ਮੈਂ ਚੋਣ ਨਿਸ਼ਾਨਾ ਇੱਕ ਸੁਮੋ। ਹਾਂ ਮਤਲਬ ਤੁਸੀਂ ਚੋਣ ਨਿਸ਼ਾਨਾ ਨਾਲ ਕਾਲੀ ਕੱਟੀ। ਹਾਂ ਮਤਲਬ ਇਹ ਜੇ ਆਪਾਂ ਆਖੀ ਵੀ ਕੱਲ ਨੂੰ ਸੁਖਬੀਰ ਸਿੰਘ ਬਾਦਲ ਸਾਹਿਬ ਆਪਣਾ ਨਾਮ ਹੀ ਲੈਣ ਵੀ ਯਾਰ ਉਹ ਫਿਰ ਸੁਮੋ ਵਾਲਿਆਂ ਨਾਲ ਵੀ ਨਹੀਂ ਮੇਰੀ ਕੋਈ ਗੱਲਬਾਤ ਹੈਗੀ, ਇਦਾਂ ਥੋੜਾ ਹੁੰਦਾ। ਨਹੀਂ, ਗੱਲ ਤਾਂ ਤੁਹਾਡੀ ਠੀਕ ਹੈ। ਇਸ ਕਰਕੇ ਉਹਨਾਂ ਲੀਡਰਾਂ ਦੇ ਬਿਆਨਾਂ 'ਚ ਜਾਣ ਤੱਕ ਦੀ ਵੀ ਬੰਦੇ ਨੂੰ ਲੀਡਰ ਬਣਨਾ ਪੈਂਦਾ। ਤੁਸੀਂ ਕਿਹਾ ਨਾ ਕਿ ਮੇਰੀ ਨਹੀਂ ਕੋਈ ਗੱਲ ਹੈਗੀ, ਪਰ ਮੈਨੂੰ ਪਤਾ ਲੱਗਾ ਕਿ ਖਹਿਰਾ ਸਾਹਿਬ ਹੋਰੀ ਜਦੋਂ 3 ਬੰਦੇ ਗਏ ਆ, ਉਹਦੇ ਤੋਂ ਬਾਅਦ ਕੈਪਟਨ ਸਾਹਿਬ ਨੇ ਸੰਕੇਤ ਦਿੱਤਾ ਕਿ ਮੇਰੀ 2 ਹੋਰਾਂ ਨਾਲ ਵੀ ਗੱਲ ਹੈਗੀ ਆ। ਤੇ ਹੁਣ 5-7 ਦਿਨਾਂ ਦੇ ਵਿੱਚ ਜਿੱਦਣ ਕੋਈ ਨਵਾਂ ਰੌਲਾ ਕਿਸੇ ਨੇ ਪਾਇਆ, ਉਹਦੇ ਤੋਂ ਬਾਅਦ 2 MLA ਉਹਨਾਂ ਦੀ ਵੀ ਕਹਿੰਦੇ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਇੱਕ ਦੇ ਸੱਜੇ ਖੜ ਕੇ ਤੇ ਇੱਕ ਦੇ ਖੱਬੇ ਖੜ ਕੇ ਤਿਆਰੀ ਆ ਕਿ ਉਹ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ। ਤੇ ਪ੍ਰਿਯੰਕਾ ਗਾਂਧੀ ਨੇ ਖੁਦ ਇਸ ਗੱਲ ਨੂੰ ਤਸਲੀਮ ਕੀਤਾ ਕਿ ਭਾਈ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ 'ਚ ਜਾਨ ਪਾਤੀ ਆ, ਕਿਉਂਕਿ ਪਿਛਲੇ ਤੁਸੀਂ ਲੰਬੇ ਸਮੇਂ ਤੋਂ ਦੇਖ ਲਓ ਕਿਸੇ ਵੀ ਸੂਬੇ ਦੇ ਵਿੱਚ ਕੋਈ ਬੰਦਾ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਹੋਇਆ। ਜੇ ਕੋਈ ਬੰਦਾ ਕਿਸੇ ਪਾਸੇ ਗਿਆ ਤਾਂ ਕਾਂਗਰਸ ਪਾਰਟੀ ਨੂੰ ਛੱਡ ਕੇ ਗਿਆ। ਤੇ ਹੁਣ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਦੋਂ 3 ਬੰਦੇ ਲੈ ਆਂਦੇ, ਉਹ ਵੀ ਸੁਖਪਾਲ ਸਿੰਘ ਖਹਿਰੇ ਵਰਗਾ ਬੰਦਾ ਜਿਹਦੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ 'ਚ ਵੀ ਬਣਦੀ ਹੈ। ਹੁਣ ਇੱਕ ਤਾਂ ਲੱਗਦਾ ਕਿ ਥੋੜਾ ਜਿਹਾ ਕੈਪਟਨ ਸਾਹਿਬ ਖੁਦ ਨੂੰ ਸੁਰੱਖਿਅਤ ਕਰ ਗਏ ਆ, ਤੇ 2 ਹੋਰ ਬੰਦਿਆਂ ਦਾ ਸੰਕੇਤ ਦੇ ਕੇ ਉਹਨਾਂ ਸਾਰੀਆਂ ਸੰਭਾਵਨਾਵਾਂ ਦੇ ਉੱਤੇ ਵੀ ਐਨ ਕੋਕਾ ਜੜਨ ਨੂੰ ਫਿਰਦੇ ਆ ਕਿ ਭਾਈ ਮੈਨੂੰ ਲਾਂਭੇ ਕਰਨ ਦੀ ਸੋਚੀ ਹੋਵੇ ਨਾ, ਮੈਂ ਹੀ ਤਾਂ ਹੈਗਾ ਜਿਹੜਾ ਲਿਆਉਣਾ, ਬਾਕੀ ਤਾਂ ਤੁਹਾਡਾ ਟੱਬਰ ਇੱਕ ਇੱਕ ਕਰਕੇ ਖਿਸਕੀ ਜਾਂਦਾ। ਇੱਕ ਬੰਦਾ ਤੇ ਮੇਰੇ ਦਿਮਾਗ 'ਚ ਆ ਗਿਆ, ਦੂਜਾ ਨਹੀਂ ਆ ਰਿਹਾ। ਨਹੀਂ ਨਾ ਮੈਂ ਕੋਲ ਲਾਵਾਂ, ਜੇ ਕੈਪਟਨ ਸਾਹਿਬ ਨੇ ਲਿਆ ਤੇ ਮੈਂ ਕੋਲ ਲਾਵਾਂ। ਜੇ ਤੁਸੀਂ ਪਹਿਲੇ ਦਿਨ ਲੈਂਦੇ, ਮੈਂ ਦੂਜੇ ਦਿਨ ਨਹੀਂ ਲੈਂਦਾ। ਨਹੀਂ ਆਇਆ ਹੈ ਦਿਮਾਗ 'ਚ, ਨਹੀਂ ਹੈਗਾ। ਓਕੇ ਲਓ ਜੀ, ਇਹ ਹੁਣ ਤੁਸੀਂ ਟਿੱਪਣੀ ਕਰਦੇ ਹੋ ਵੀ ਇਹ ਉਹ ਬੰਦੇ ਕਿਹੜੇ 2 ਹੋ ਸਕਦੇ ਆ। ਸਾਡੇ ਦਿਮਾਗ 'ਚ ਆ ਗਏ ਵੀ ਕਿਹੜੇ 2 ਬੰਦੇ ਹੋ ਸਕਦੇ ਆ। ਪਰ ਗੱਲ ਇਹ ਆ ਵਾਟ ਸਾਹਿਬ, ਹੁਣ ਜੇ ਮੰਨ ਲਓ ਵੀ 80 ਕੁ ਪਹਿਲਾਂ ਬਣਦੇ ਸੀ, 3 ਆ ਗਏ 83, 2 ਹੋਰ ਆ ਗਏ 85 MLA ਵਾਲੀ ਸਰਕਾਰ ਹੋਵੇ ਪੰਜਾਬ 'ਚ ਜੀ, ਮਤਲਬ ਇੱਕ ਹੁੰਦਾ ਬਹੁਮਤ, ਇੱਕ ਹੁੰਦਾ ਬਹੁਮਤ ਵੀ ਉਬਲਦਾ ਫਿਰਦਾ ਖੀਰਾਂ ਨੂੰ। ਫਿਰ ਪੰਜਾਬ ਦੀ 4.5 ਸਾਲਾਂ ਦੀ ਕਾਰਗੁਜ਼ਾਰੀ ਨੂੰ ਵੇਖਣਾ ਹੋਵੇ ਤੇ ਫਿਰ ਲੋਕ ਵਿਚਾਰੇ ਕੀ ਕਰਨ। ਕੰਮ ਥੋੜਾ ਹੀ ਰਹਿ ਗਿਆ। 85 ਬੰਦੇ ਨਾਲ ਆ ਤੇ 84% ਕੰਮ ਪੂਰੇ ਕਰਦੇ। ਹੁਣ ਮੈਂ ਨਹੀਂ ਵਾਅਦੇ ਨਾਲ ਦਾ ਫਿਰ ਵੀ ਇੱਕ ਬੰਦਾ ਵੱਧ ਹੈ, ਇੱਕ ਬੰਦਾ ਵੱਧ ਹੈ। ਮੈਂ ਸੰਧਾਲੀਆ ਸਭ ਸੋਚਦਾ ਸੀ ਕਿ ਆਪਾਂ ਵਿਸਲਰ ਚ ਮੀਂਹ ਦੇਖੋ ਫੇਰ ਹਟ ਗਏ। ਹਾਂ ਇਹ ਬੜਾ ਮੀਂਹ ਅਜੀਬ ਜਿਹਾ। ਇਹ ਦੇਖੋ ਪੰਜਾਬ ਦੇ ਲੀਡਰਾਂ ਦੇ ਭਾਸ਼ਣ ਵਰਗਾ ਮੀਂਹ ਆ, ਕਦੇ ਪੈਣ ਲੱਗ ਪੈਂਦਾ ਤੇ ਕਦੇ ਹਟਣ ਲੱਗ ਪੈਂਦਾ। ਸੰਧਾਲੀਆ ਸਾਹਿਬ ਮੈਂ ਸੋਚਦਾ ਸੀ ਜਦੋਂ ਇੱਥੇ ਵਿਸਲਰ ਦੇ ਵਿੱਚ ਖੜੇ ਨਾ, ਉਦੋਂ ਇੱਕ ਗੱਲ ਮਨ ਦੇ ਵਿੱਚ ਆਈ ਕਿ ਇੱਕ ਵਾਰੀ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਉਹਦੇ ਵਿੱਚ ਪਤਾ ਕੀ ਆਖਿਆ ਸੀ ਕਿ ਸਾਡੇ ਕੋਲੇ ਪੰਜਾਬ ਦੇ ਵਿੱਚ ਪਠਾਨਕੋਟ ਤੋਂ ਥੋੜਾ ਜਿਹਾ ਡਲਹੌਜ਼ੀ ਵਾਲੇ ਪਾਸੇ ਨੂੰ ਜਾਈਏ ਤੇ ਇੱਕ ਧਾਰ ਬੁਲਾ ਕੇ ਆ ਜੀ, ਉੱਥੇ ਫਿਲਮ ਸਿਟੀ ਬਣਾਵਾਂਗੇ। ਬੰਬੇ ਤੋਂ ਇਧਰੋਂ ਉਧਰੋਂ ਲੋਕ ਸ਼ੂਟਿੰਗ ਕਰਨ ਆਇਆ ਕਰਨਗੇ, ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਮਿਲੂਗਾ, ਪੰਜਾਬ ਸੂਬੇ ਦੀ ਆਮਦਨ ਵਧੂਗੀ। ਇੱਥੇ ਆ ਵਸਾ ਕੇ ਬੈਠੇ ਆ, ਉੱਥੇ ਵੀ ਪਹਾੜਿਆ ਹਲਕੇ ਹਲਕੇ, ਇੱਥੇ ਵੀ ਪਹਾੜਿਆ, ਉੱਥੇ ਵੀ ਇਦਾਂ ਹੀ ਉੱਚਾ ਨੀਵਾਂ ਜਿਹਾ ਕੰਮ ਆ, ਇੱਥੇ ਵੀ ਉੱਚਾ ਨੀਵਾਂ ਕੰਮ ਆ। ਮੈਂ ਸੋਚਦਾ ਸੀ ਚਲੋ ਵਿਸਲਰ ਤਾਂ ਨਹੀਂ ਬਣ ਸਕਦਾ, ਪਰ ਪੰਜਾਬ 'ਚ ਬਹੁਤ ਸਾਰੀਆਂ ਥਾਵਾਂ ਇਦਾਂ ਦੀਆਂ ਹੈਗੀਆਂ ਜਿੱਥੇ ਸੈਲਾਨੀ ਆ ਸਕਦੇ ਆ, ਟੂਰਿਸਟ ਆ ਸਕਦੇ ਆ ਤੇ ਉੱਥੋਂ 4 ਪੈਸੇ ਕਮਾਏ ਜਾ ਸਕਦੇ ਆ। ਮੈਂ ਇਹ ਵੀ ਸੋਚਦਾ ਸੀ ਕਿ ਪੰਜਾਬ ਦੇ ਲੀਡਰ ਭੁਰਾ ਕੇ ਸੋਚਣਾ ਸਾਡੇ ਪਿੱਛੇ ਨੌਜਵਾਨ ਸਾਈਕਲ ਲੈ ਕੇ ਜਾਂਦੇ ਆ ਤੇ ਸਾਡੇ ਲੀਡਰ ਕਿੱਧਰ ਨੂੰ ਪਾਈ ਜਾਂਦੇ ਆ, ਉਹ ਤੂੰ ਆ ਕੇ ਗੱਡੀ 'ਚ ਬੈਠ, ਉਹ ਤੂੰ ਮੇਰੇ ਨਾਲ ਬੈਠ, ਪ੍ਰੈਸ ਕਾਨਫਰੰਸ ਵਿੱਚ ਕੁਰਸੀ ਮੈਂ ਤੇਰੀ ਲਾਗੇ ਬਹਾਉਂਗਾ। ਇਹ ਨੌਜਵਾਨ ਸ਼ਕਤੀ ਦੂਜੇ ਪਾਸੇ ਨੂੰ ਲਿਜਾਣ ਦੀ ਲੋੜ ਹੈ, ਇਧਰਲੇ ਪਾਸੇ ਨੂੰ ਲਿਜਾਣ ਦੀ ਲੋੜ ਹੈ। ਇੱਕ ਤਾਂ ਹੱਡ ਗੋਡੇ ਮਜ਼ਬੂਤ ਹੁੰਦੇ ਆ, ਦੂਜਾ ਨਸ਼ੇ ਪੱਤੇ ਤੋਂ ਬੰਦਾ ਬਚਦਾ, ਤੀਸਰੇ ਪਾਸੇ ਨਰੋਏ ਵਿਚਾਰ ਮਨ ਦੇ ਵਿੱਚ ਆਉਂਦੇ ਆ। ਤੇ ਜੇ ਤੁਸੀਂ ਵੱਡੀਆਂ ਗੱਡੀਆਂ ਦੇ ਵਿੱਚ ਨਾਲ ਦੀ ਸੀਟ ਤੇ ਬਿਠਾ ਕੇ ਜਾਣ ਦਾ ਲਾਲਚ ਦਿੰਦੇ ਰਹੇ ਨਾ ਤਾਂ ਪੱਲੇ ਤੁਸੀਂ ਕੱਖ ਨਹੀਂ ਛੱਡਣਾ। ਇਹਦੇ 'ਚ ਮੈਂ ਇੱਕ ਕੈਟਾਗਰੀ ਹੋਰ ਦੀ ਵੀ ਗੱਲ ਕਰਨੀ ਚਾਹੁੰਦਾ। ਆ ਜਾਓ। ਉਹ ਕੈਟਾਗਰੀ ਸਾਡੇ ਸਿੰਗਰ ਸਾਹਿਬ, ਸਾਡੇ ਕਲਾਕਾਰ ਸਾਹਿਬ। ਬੱਲੇ, ਤੁਸੀਂ ਕਿਸੇ ਕਲਾਕਾਰ ਦੇ ਕੋਲੋਂ, ਕਿਸੇ ਸਿੰਗਰ ਦੇ ਕੋਲੋਂ ਅੱਜ ਦੀ ਡੇਟ 'ਚ ਗਾਣਾ ਸੁਣ ਲਓ, ਪਹਿਲੀ ਗੱਲ ਤਾਂ ਉਹਨੇ ਆਪਣੀ ਤਾਰੀਫ ਕਰਨੀ ਹੁੰਦੀ ਵੀ ਮੈਂ ਇਦਾਂ, ਮੈਂ ਫਲਾਨੀ ਤੋਪ, ਮੈਂ ਢੀਂਗੜਾ ਟੈਂਕ, ਯਾਰ ਤੇਰੇ ਦੀ ਫਲਾਨੀ ਚੜਾਈ, ਯਾਰ ਤੇਰੇ ਕੋਲ ਫਲਾਨੀ ਗੱਡੀ। ਹਾਂ ਵੀ ਯਾਰ ਤੇਰਾ ਤੋਪ 'ਚ ਗੋਲਾ ਵੀ ਆਪ ਆਉਂਦਾ ਮਗਰ ਫੀਤੇ ਨੂੰ ਅੱਗ ਵੀ ਆਪ ਹੀ ਲਾਉਂਦਾ। ਮੈਂ ਨਾ ਕਈ ਵਾਰ ਸੋਚਦਾ ਹੁੰਦਾ, ਮਤਲਬ ਤੁਸੀਂ ਜ਼ਰੂਰ ਇਹ ਗੱਲ ਯਾਰ ਅੱਜ ਕਰ ਹੀ ਲੈਣੇ। ਚਲੋ ਇਹ ਜਿੰਨੇ ਸਿੰਗਰ ਸਾਹਿਬ ਨੇ, ਆਪਣਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ, ਪਰ ਵੈਸੇ ਵੀਰ ਮੇਰੇ ਤੁਸੀਂ ਖਿਆਲ ਰੱਖੋ ਇਸ ਗੱਲ ਦਾ ਵੀ ਆ ਵੀ ਨੌਜਵਾਨੀ ਹੈ ਜਿਹੜੀ ਇਸ ਵਕਤ ਮੀਂਹ ਵਰਦੇ। ਜੇ ਉਹਨਾਂ ਨੇ ਫੰਕਸ਼ਨ ਕਰਨਾ ਤੇ ਇਹ ਕਿਸੇ ਨੂੰ ਦੁੱਖ ਨਹੀਂ ਦਿੰਦੇ, ਨਾ ਉਹ ਕੋਈ ਚੀਕਾ ਹੀ ਮਾਰਦਾ, ਨਾ ਕਿਸੇ ਨੂੰ ਕੋਈ ਕਿਸੇ ਦੀ ਧੀ ਭੈਣ ਨੂੰ ਹੀ ਕੁਝ ਕਹਿੰਦਾ। ਆਪਣੇ ਪੰਜਾਬੀ ਸਿੰਗਰ ਸਾਹਿਬਾਨ ਜਿਹੜੇ ਨੇ ਉਹਨਾਂ ਦਾ ਐਸਾ ਕੀ ਹਰੇਕ ਨਾਲ ਮਤਲਬ ਵੱਟ ਦਾ ਰੌਲਾ ਚੱਲੀ ਜਾਂਦਾ ਵੀ ਆਪਾਂ ਤੋਪ ਲੈ ਲਈ, ਆਪਾਂ ਫਲਾਨਾ ਲੈ ਲਈ, ਆਪਾਂ ਹੁਣ ਢੀਂਗੜਾ ਲੈ ਲਈ। ਇਹ ਇੱਕ ਗੱਲ ਨੋਟ ਕਰਨ ਵਾਲੀ। ਦੂਜੀ ਚੀਜ਼ ਵਾਰ ਸਾਹਿਬ,
ਉਹ ਜਿਹੜੇ ਸਿੰਗਰ ਸਾਹਿਬ ਜਦੋਂ ਗਾਉਂਦੇ ਹੋਣਗੇ ਯਾਰ, ਤੁਸੀਂ ਕਦੀ ਸੋਚਿਆ ਕਰੋ ਵੀ ਤੁਸੀਂ ਕਹਿੰਦੇ ਵੀ ਯਾਰ ਤੇਰਾ ਇਦਾਂ, ਯਾਰ ਤੇਰਾ ਫਲਾਨਾ, ਯਾਰ ਤੇਰਾ ਢੀਂਗੜਾ, ਜਿਹੜੇ ਮੰਨ ਲਓ ਉਹ ਗਾਣੇ ਨੂੰ, ਮੰਨ ਲਓ ਇੱਕ ਬੰਦਾ ਗਾਣਾ ਗਾ ਰਿਹਾ ਵਾਰ ਸਾਹਿਬ, ਹੁਣ ਉਹਨੂੰ ਸਾਹਮਣੇ ਕੌਣ ਦੇਖ ਰਿਹਾ ਸਕਰੀਨ ਤੇ? ਕੈਪਟਨ ਅਮਰਿੰਦਰ ਸਿੰਘ ਹੋਰੀ ਦੇਖਦੇ ਹੋਣ, ਸੁਖਬੀਰ ਬਾਦਲ ਸਾਹਿਬ ਦੇਖਦੇ ਹੋਣ, ਆਪਣਾ ਮੋਦੀ ਸਾਹਿਬ ਦੇਖਦੇ ਹੋਣ, ਅਮਿਤ ਸ਼ਾਹ ਹੋਰੀ ਵੇਖੀ ਜਾਂਦੇ ਹੋਣ, ਕੋਈ ਵੀ ABC ਜਿਹੜਾ ਆਪਾਂ ਅਨਿਲ ਅੰਬਾਨੀ ਵੇਖੀ ਜਾਂਦਾ ਹੋਵੇ, ਅਡਾਨੀ ਸਾਹਿਬ ਵੇਖੀ ਜਾਂਦੇ ਹੋਣ, ਉਹ ਬੰਦੇ ਜਦੋਂ ਵੇਖਦੇ ਹੋਣਗੇ ਵੀ ਇਹ ਬੰਦਾ ਕਹਿੰਦਾ ਵੀ ਯਾਰ ਤੇਰਾ ਇਦਾਂ, ਯਾਰ ਤੇਰਾ ਉਦਾਂ, ਯਾਰ ਤੇਰੇ ਦੇ ਅੱਗੇ ਖੰਘਦਾ ਕੋਈ ਨਹੀਂ, ਤੇ ਉਹ ਹੱਸਦੇ ਨਾ ਹੋਣਗੇ ਵੀ ਇਹ ਕਿਹੜਾ ਬੰਦਾ ਭਾਈ, ਇਹਨੂੰ ਪਤਾ ਨਹੀਂ ਦੁਨੀਆ ਕਿੱਥੇ ਵੱਸਦੀ ਹੈ। ਮੇਰੇ ਮਨ 'ਚ ਇੱਕ ਹੋਰ ਆਉਂਦਾ ਸੀ। ਹਾਂ ਸੰਧਾਲੀਆ ਸਾਹਿਬ, ਦੋ ਗੱਲਾਂ ਜਿਹੜੀਆਂ, ਕਿਉਂਕਿ ਮਿੰਟ ਹੁਣ 4 ਰਹਿ ਗਏ ਆ, ਬਹੁਤ ਇੰਪੋਰਟੈਂਟ ਨੇ। ਇੱਕ ਤਾਂ ਪਹਿਲੀ ਗੱਲ ਇਹ ਆ ਕਿ ਸਿੱਧੇ ਤੌਰ ਦੇ ਉੱਤੇ ਜਿਹੜੇ ਬਹੁਤ ਸਾਰੇ ਕਲਾਕਾਰ ਸਿਆਣੇ ਨੇ, ਚੰਗਾ ਗਾਉਂਦੇ ਆ, ਐਨ ਹਿੱਕ ਦੇ ਜ਼ੋਰ ਤੇ ਗਾਉਂਦੇ ਆ, ਉਹਨਾਂ ਦੀ ਤਾਂ ਸਮਝ ਆਉਂਦੀ ਹੈ, ਜਿੰਨੇ ਕਿ ਵੀ ਨੇ। ਪਰ ਉਹ ਬਾਕੀ ਬੰਦੇ ਕਹਿਣਗੇ ਜੀ ਗੋਲਾ ਤਾਂ ਸਾਡਾ ਜਾ ਕੇ ਰੂਸ ਡਿੱਗਦਾ, ਮਿਜ਼ਾਈਲ ਤਾਂ ਅਸੀਂ ਜਿਹੜੀ ਚਲਾਉਂਦੇ ਆ ਜਾ ਕੇ ਅਮਰੀਕਾ ਡਿੱਗਦੀ ਹੈ, ਪਰ ਜਦੋਂ ਗਾਉਣਾ ਹੁੰਦਾ ਤੇ ਮਗਰ ਟੇਪ ਲਾ ਲੈਂਦੇ ਆ। ਵੈਸੇ ਗੱਲ ਹੀ ਆ ਵੀ ਜੇ ਇੰਨੇ ਹੀ ਜ਼ੋਰ ਵਾਲੇ ਆ ਤਾਂ ਘੱਟੋ ਘੱਟ ਹਿੱਕ ਦੇ ਜ਼ੋਰ ਦੇ ਉੱਤੇ ਗਾ ਕੇ ਦਿਖਾ ਦਿਓ। ਦੂਸਰਾ ਸੰਧਾਲੀਆ ਸਾਹਿਬ, ਇੱਕ ਗੱਲ ਜਿਹੜੀ ਹੈ, ਆਪਾਂ ਹਮੇਸ਼ਾ ਇਹ ਚਾਹੁੰਦੇ ਹੁੰਦੇ ਆ ਕਿ ਆਪਾਂ ਅਗਲੇ ਪਾਸੇ ਨੂੰ ਦੇਖਣਾ, ਪਰ ਕਦੇ ਵੀ ਆਪਾਂ ਅਤੀਤ ਤੋਂ ਪਿੱਛਾ ਨਹੀਂ ਛਡਾਉਣਾ। ਸਮਾਂ ਇਸ ਗੱਲ ਦੀ ਜਿਹੜੀ ਮੰਗ ਕਰਦਾ ਹੈ, ਕਿਉਂਕਿ ਘੱਲੂ ਘਰੇ ਵਾਲਾ ਸਮਾਂ ਅੱਜ ਦਿਨ ਉਹ ਆ ਜਿਹਦੇ ਵਿੱਚ ਸਾਨੂੰ ਸਾਰਿਆਂ ਨੂੰ ਥੋੜਾ ਬਹੁਤ ਸੋਚਣਾ ਵਿਚਾਰਨਾ ਪਊਗਾ। ਪਰ ਇੱਕ ਗੱਲ ਤੁਹਾਡੇ ਸਾਹਮਣੇ ਹੱਥ ਬੰਨ੍ਹ ਕੇ ਬੇਨਤੀ ਜ਼ਰੂਰ ਹੈ ਕਿ ਜਦੋਂ ਵੀ ਕਦੇ 1984 ਦਾ ਤੇ ਜੂਨ ਮਹੀਨੇ ਦਾ ਤੇ ਅੱਜ ਦੇ ਦਿਨ ਦਾ ਚੇਤਾ ਆਉਂਦਾ ਨਾ, ਬੇਨਤੀ ਇਹ ਹੈ ਕਿ ਪੜ੍ਹਿਓ ਜ਼ਰੂਰ ਕਿ 84 ਤੋਂ ਪਹਿਲੇ ਕੁਝ ਸਾਲਾਂ ਦੇ ਵਿੱਚ ਮਾਹੌਲ ਕਿੱਥੇ ਕਿ ਤਬਦੀਲ ਹੋਇਆ ਸੀ, ਕਿਹੜੇ ਬੰਦਿਆਂ ਦੇ ਕਿੱਦਾਂ ਦੇ ਬਿਆਨ ਆਉਂਦੇ ਸੀ, ਤੇ ਅੱਜ ਬਹੁਤ ਸਾਰੇ ਲੋਕ ਉਸ ਦਿਨ ਨੂੰ ਕਿਸ ਤਰੀਕੇ ਜਿਹੜਾ ਉਹ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ। ਭਾਈਚਾਰਕ ਸਾਂਝ ਰੱਖਣੀ ਜ਼ਰੂਰੀ ਹੈ, ਹੱਕਾਂ ਦੇ ਲਈ ਜੂਝਣਾ ਵੀ ਜ਼ਰੂਰੀ ਹੈ, ਪਰ ਨਾਲ ਦੀ ਨਾਲ ਦੂਸਰੇ ਦੇ ਜਿਹੜੇ ਅਧਿਕਾਰ ਨੇ ਸੰਧਾਲੀਆ ਸਾਹਿਬ, ਉਹਦਾ ਖਿਆਲ ਰੱਖਣਾ ਵੀ ਜ਼ਰੂਰੀ ਹੈ। ਕੀ ਆਨੇ ਹੋ? ਨਹੀਂ, ਬਿਲਕੁਲ ਰੱਖਣਾ ਜ਼ਰੂਰੀ ਹੈ। ਇੱਕ ਚੀਜ਼ ਮੈਂ ਕਈ ਵਾਰ ਇਸ ਚੀਜ਼ ਦੀ ਬੇਨਤੀ ਕਰ ਚੁੱਕਾ ਕਿ ਆਪਾਂ ਨੂੰ ਅੱਜ ਜ਼ਰੂਰ ਕਈ ਕੁਝ ਦੱਸਿਆ ਜਾਂਦਾ, ਉਦੋਂ ਫਲਾਨਾ ਇਦਾਂ ਸੀ, ਢੀਂਗੜਾ ਉੱਦਾਂ ਸੀ, ਇਹ ਕਹਿੰਦਾ ਨਹੀਂ ਫਲਾਨਾ ਗਲਤ ਸੀ, ਉਹ ਕਹਿੰਦਾ ਨਹੀਂ ਗਲਤ ਤਾਂ ਫਲਾਨਾ ਸੀ। ਕੌਣ ਗਲਤ ਸੀ, ਕੌਣ ਸਹੀ ਸੀ, ਇਹ ਸਾਰੇ ਕੁਝ ਦਾ ਫੈਸਲਾ ਇੱਕਦਮ ਨਹੀਂ ਹੋ ਸਕਦਾ। ਇਹ ਸਾਰੇ ਕੁਝ ਦਾ ਫੈਸਲਾ ਤਾਂ ਹੋ ਸਕਦਾ ਜੇ ਆਪਾਂ ਉਹ ਸਾਰੇ ਕੁਝ ਦੇ ਪਿਛਲੇ ਹਾਲਾਤ, ਉਸ ਤੋਂ ਬਾਅਦ ਦੇ ਹਾਲਾਤ, ਮੌਜੂਦਾ ਹਾਲਾਤ ਤੇ ਆਉਣ ਵਾਲਾ ਭਵਿੱਖ ਆਪਣੀਆਂ ਅੱਖਾਂ ਦੇ ਸਾਹਮਣੇ ਰੱਖ ਲਾਂਗੇ। ਆਪਾਂ ਨੂੰ ਕਲੀਅਰ ਹੋ ਜਾਊਗਾ ਵੀ ਕਦੋਂ, ਕਿੱਥੋਂ, ਕਿਵੇਂ, ਕਿਹੜੀ ਚੀਜ਼ ਨੂੰ ਕਿਵੇਂ ਤਰੋੜਿਆ, ਮਰੋੜਿਆ ਤੇ ਪੇਸ਼ ਕੀਤਾ ਜਾਂਦਾ। ਇਹਦੇ 'ਚ ਮੈਂ ਜ਼ਰੂਰ ਬਾਟ ਸਾਹਿਬ ਗੱਲ ਕਰ ਲਾਂ, ਜਿਹੜੀ ਗੱਲ ਮੈਂ ਕਹਿੰਦਾ ਉਹਨਾਂ ਵੀ ਸਾਨੂੰ ਪਤਾ ਹੁੰਦਾ ਲੀਡਰਾਂ ਨੂੰ ਵੀ ਅਸੀਂ ਕਿੱਥੋਂ ਤੱਕ ਜਾਣਾ ਜੀ। ਉਹ ਵੀ ਤੇ ਇੱਕ ਤਰ੍ਹਾਂ ਨਾਲ ਸਿਖਰ ਹੀ ਸੀਗਾ ਫਿਰ ਵੀ ਲੀਡਰਸ਼ਿਪ ਦੇ ਹੰਕਾਰ ਦਾ। ਸੰਧਾਲੀਆ ਸਾਹਿਬ, ਤੁਸੀਂ ਇਹ ਦੇਖੋ ਕਿ ਉਹ ਤੋਂ ਵੱਧ ਹੰਕਾਰ ਨਹੀਂ ਹੋ ਸਕਦਾ। ਨੁਕਸਾਨ ਕਿਹਦਾ ਹੋਇਆ? ਲੋਕਾਂ ਦਾ। ਫਾਇਦਾ ਕਿਹਦਾ ਹੋਇਆ ਹੋਊਗਾ? ਲੀਡਰਾਂ ਦਾ। ਤੇ ਨਾਲ ਦੀ ਨਾਲ ਇਹ ਵੀ ਗੱਲ ਹੈ ਕਿ ਉਹ ਜਿੰਨਾ ਭਿਆਨਕ ਸਮਾਂ ਸੀ, ਚੇਤਾ ਵੀ ਨਹੀਂ ਭੁਲਾਉਣਾ ਚਾਹੀਦਾ, ਪਰ ਸਬਕ ਸਿੱਖਣਾ ਬਹੁਤ ਜ਼ਰੂਰੀ ਹੈ। ਬਹੁਤ ਸਾਰੇ ਲੋਕਾਂ ਨੇ ਸਿੱਧੇ ਤੌਰ ਦੇ ਉੱਤੇ ਨੁਕਸਾਨ ਖਾਧਾ, ਉਹ ਨੁਕਸਾਨ ਦੀ ਭਰਪਾਈ ਵੀ ਨਹੀਂ ਹੋ ਸਕਦੀ। ਉਸ ਭਿਆਨਕਤਾ ਦਾ ਜਿਹੜਾ ਜ਼ਿਕਰ ਹਮੇਸ਼ਾ ਹੋਣਾ, ਕਦੇ ਭੁੱਲਣਾ ਵੀ ਨਹੀਂ। ਪਰ ਨਾਲ ਦੀ ਨਾਲ ਅਸੀਂ ਇੱਕ ਗੱਲ ਚੇਤੇ ਰੱਖੀਏ, ਹਮੇਸ਼ਾ ਉਸ ਦਿਸ਼ਾ ਦੇ ਵੱਲ ਕੰਮ ਕਰਨਾ ਜਿਸ ਦਿਸ਼ਾ ਦੇ ਵਿੱਚ ਜਾ ਕੇ ਸਾਨੂੰ ਐਂ ਲੱਗੇ ਕਿ ਭਾਈ ਦੁਬਾਰਾ ਕਦੇ ਸਾਰੀ ਦੁਨੀਆ 'ਚ ਕਿਤੇ ਵੀ ਉਹ ਦਿਨ ਜਿਹੜੇ ਉਹ ਵਾਪਸ ਨਾ ਦੇਖਣੇ ਪੈਣ, ਕਿਉਂਕਿ ਉਸ ਭਿਆਨਕ ਸਮੇਂ ਤੋਂ ਜੇ ਅਸੀਂ ਬਿਲਕੁਲ ਹੀ ਮੁੱਖ ਮੋੜ ਲਾਂਗੇ ਤਾਂ ਫਿਰ ਸਾਨੂੰ ਇਹ ਨਹੀਂ ਸਮਝ ਆਊਗੀ ਕਿ ਭਾਈ ਭਵਿੱਖ ਦੇ ਵਿੱਚ ਅਸੀਂ ਉਹਨਾਂ ਚੀਜ਼ਾਂ ਨੂੰ ਜਿਹੜਾ ਉਹ ਰੋਕਣਾ ਕਿੱਦਾਂ। ਨਹੀਂ, ਬਿਲਕੁਲ ਠੀਕ ਹੈ ਬਾਟ ਸਾਹਿਬ। ਹੋ ਸਕਦਾ ਤੁਹਾਨੂੰ ਐਂ ਲੱਗਦਾ ਹੋਵੇ ਵੀ ਯਾਰ ਹੁਣੇ ਆਪਾਂ ਗੱਲਾਂ ਕੁਝ ਹੋਰ ਕਰਦੇ ਸੀ, ਆਪਾਂ ਕਿਹੜੀ ਥਾਂ ਤੇ ਚੱਲ ਗਏ ਤੇ ਤੁਸੀਂ ਇਹ ਟੌਪਿਕ ਕਿਉਂ ਛੇੜਿਆ। ਦੇਖੋ, ਕਾਰਨ ਇਹ ਹੈ ਵੀ ਜੇ ਆਪਾਂ ਇਹਨਾਂ ਗੱਲਾਂ ਨੂੰ ਭੁੱਲ ਗਏ ਨਾ, ਜੇ ਆਪਾਂ ਉਹਨਾਂ ਗੱਲਾਂ ਦਾ ਜ਼ਿਕਰ ਕਰਨਾ ਛੱਡ ਦਿੱਤਾ ਤੇ ਗਾਂ ਫਿਰ ਕਿਤੇ ਖਤਾ ਖਾਵਾਂਗੇ। ਇਸ ਕਰਕੇ ਜ਼ਰੂਰੀ ਹੈ ਵੀ ਉਹਨਾਂ ਚੀਜ਼ਾਂ ਨੂੰ ਯਾਦ ਰੱਖਿਆ ਜਾਵੇ, ਉਹ ਕਿਉਂ ਹੋਏ, ਕਿੱਦਾਂ ਹੋਏ, ਤੇ ਗਾਂ ਆਪਣੇ ਨਾਲ ਇਹੋ ਜਿਹਾ ਕੁਝ ਨਾ ਹੋਵੇ। ਇਹ ਸਾਰੇ ਕੁਝ ਤੋਂ ਜੇ ਆਪਾਂ ਬਚਣਾ ਤੇ ਫਿਰ ਉਹਨਾਂ ਗੱਲਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਇਸ ਕਰਕੇ ਇਸ ਥਾਂ ਤੇ ਆ ਕੇ ਵੀ ਇੱਕ ਵੱਖਰੀ ਦੁਨੀਆ ਦੀ ਗੱਲ ਕਰਦੇ ਵੀ ਅਸੀਂ ਆਪਣੇ ਉਸ ਅਤੀਤ ਦੇ ਜਿਹੜੇ ਜ਼ਖਮ ਨੇ ਉਹਨਾਂ ਦੀ ਗੱਲ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਹਾਂ। ਤੇ ਗੁਰੂ ਸਾਹਿਬਾਨ ਨੇ ਤਰਕ ਦਾ ਪੱਲਾ ਫੜਾਇਆ ਸੀ, ਇਸ ਕਰਕੇ ਕਿਸੇ ਦੇ ਵੀ ਪਿੱਛੇ ਅੰਨੇ ਭਗਤ ਬਣ ਕੇ ਲੱਗਣ ਦੀ ਥਾਂ ਖੁਦ ਤਰਕ ਦੇ ਨਾਲ ਜੇ ਕੰਮ ਕਰਾਂਗੇ ਤਾਂ ਮੈਨੂੰ ਲੱਗਦਾ ਫਿਰ ਸ਼ਾਇਦ ਕੁਝ ਦਰੁਸਤੀ ਹੋਏਗੀ। ਸੋ ਸਾਰਿਆਂ ਦੇ ਤੰਦਰੁਸਤੀ ਤੇ ਭਲੇ ਦੀ ਅਸੀਂ ਅੱਜ ਦੇ ਦਿਨ ਅਰਦਾਸ ਕਰਦੇ ਹਾਂ ਕਿ ਭਵਿੱਖ 'ਚ ਕਦੇ ਉੱਦਾਂ ਦਾ ਸਮਾਂ ਜਿਹੜਾ ਉਹ ਨਾ ਵਾਪਰੇ। ਲਈਏ ਜੀ ਆਗਿਆ। ਬਿਲਕੁਲ ਠੀਕ ਹੈ ਜੀ। ਸੋ ਸਾਡੇ ਵੱਲੋਂ ਉਸ ਟਾਈਮ ਦੇ ਜਿਹੜੇ ਸ਼ਹੀਦ ਹੋਏ ਨੇ ਜੀ, ਉਹਨਾਂ ਨੂੰ ਸ਼ਰਧਾਂਜਲੀ। ਗਾਂ ਮਹਾਰਾਜ ਸੁੱਖ ਰੱਖੇ ਜੀ, ਜਿਹੜੀਆਂ ਜਿੱਦਾਂ ਦੇ ਸੋਹਣੇ ਭਵਿੱਖ ਦੀ ਅਸੀਂ ਕਾਮਨਾ ਕਰਦੇ ਹਾਂ ਉਹ ਜ਼ਰੂਰ ਹਰੇਕ ਨੂੰ ਨਸੀਬ ਹੋਵੇ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।